ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਵਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰੋ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰੋ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦੋਹਰਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਪੁਰ ਤੇ ਸਿੱਖ ਸੰਗਤ ਚੱਲ ਆਵੈ ਭਏ ਬਿਲੋਚਨ ਕੋ ਫਲ ਪਾਵੈ। ਚੰਦ ਬਦਨ ਕੋ ਦਰਸ਼ਨ ਕਰ ਕਰ ਬੈਠਤ ਨਿਕਟ ਆਨੰਦ ਔਰ ਭਰ। ਪੁਰ ਤੇ ਸਿੱਖ ਸੰਗਤ ਚੱਲ ਆਵੈ ਭਏ ਬਿਲੋਚਨ ਕੋ ਫਲ ਪਾਵੈ। ਚੰਦ ਬਦਨ ਕੋ ਦਰਸ਼ਨ ਕਰ ਕਰ ਬੈਠਤ ਨਿਕਟ ਆਨੰਦ ਔਰ ਭਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਾ ਬੰਧੂ ਪਤਿਤ ਪਾਵਨ, ਦਇਆ ਨਿਧ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਹਰਾ ਜਹੂਰ, ਗੁਰੂ ਗਰੀਬ ਨਵਾਜ। ਨਿਹਚਲ ਚੌਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਵੱਡੇ ਹੈ ਭਾਈ, ਤਨ ਸਾਧੂ ਸੰਗ ਮੁਖ ਜੁਰੇ। ਗਰੀਬ ਨਵਾਜ ਮਹਾਰਾਜ ਦੀ ਮਹਾਨ ਦਇਆ ਕਿਰਪਾ ਸਦਕਾ ਪਾਵਨ ਪਵਿੱਤਰ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਬੰਦੀ ਛੋੜ ਦਾਤਾ ਜੀਆਂ ਦੇ ਪਾਵਨ ਪਵਿੱਤਰ ਸ਼ਰਵਣ ਦਰਸ਼ਨ ਨਿਤਾ ਪ੍ਰਤੀ ਆਪਾਂ ਕਰ ਰਹੇ ਹਾਂ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਲੜੀਵਾਰ ਗਾਥਾ, ਜਿਸ ਵਿੱਚ ਛੇਵੇਂ ਪਾਤਸ਼ਾਹ ਗਰੀਬ ਨਵਾਜ ਜੀਆਂ ਦੇ ਜੀਵਨ ਦੇ ਮਹਾਨ ਕੌਤਕ ਆਪਾਂ ਨੂੰ ਸ਼ਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਜਥਾ ਪ੍ਰਸੰਗ ਕੱਲ ਦੀ ਬਾਣ ਵਿੱਚ ਆਪਾਂ ਸ਼ਰਵਣ ਕੀਤਾ ਹੈ ਕਿ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਿੱਲੀ ਦੀ ਸੰਗਤ ਨੂੰ ਤਾਰਦਿਆਂ ਹੋਇਆਂ ਇੱਥੇ ਮਜਨੂੰ ਟਿੱਲੇ ਪੜਾ ਕੀਤਾ ਹੋਇਆ। ਕੁਝ ਦਿਨਾਂ ਤੋਂ ਰੋਜ਼ ਬਾਦਸ਼ਾਹ ਜਹਾਂਗੀਰ ਜਾਂ ਦਿਨ ਇੱਕ ਅੱਧਾ ਵਕਫਾ ਪਾ ਕਰਕੇ ਮਹਾਰਾਜ ਦੇ ਦਰਸ਼ਨ ਕਰਦਾ ਹੈ। ਬੇਅੰਤ ਤਰ੍ਹਾਂ ਦੀ ਵਿਚਾਰ ਗੋਸ਼ਟੀ ਹੁੰਦੀ ਆਪਸ ਦੇ ਵਿੱਚ, ਔਰ ਆਹਿਸਤਾ ਆਹਿਸਤਾ ਇਹ ਬਾਦਸ਼ਾਹ ਮਹਾਰਾਜ ਸਤਿਗੁਰਾਂ 'ਤੇ ਸ਼ਰਧਾ ਧਰ ਰਿਹਾ ਹੈ। ਇੱਧਰ ਬਾਦਸ਼ਾਹ ਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡਣ ਵਿੱਚ ਬਹੁਤ ਮੁਹਾਰਤ ਰੱਖਦੇ ਹੈ। ਤੋ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਨੂੰ ਸੁਨੇਹਾ ਭੇਜਿਆ, ਆਪਣੇ ਪਾਸ ਬੁਲਾਇਆ ਤੇ ਹਜ਼ੂਰ ਨੂੰ ਨਾਲ ਲੈ ਕੇ ਬਾਦਸ਼ਾਹ ਜਹਾਂਗੀਰ ਸ਼ਿਕਾਰ ਖੇਡਣ ਵਾਸਤੇ ਜੰਗਲ ਨੂੰ ਪਹੁੰਚਿਆ। ਨਾਲ ਕੁਝ ਕੁ ਫੌਜ ਇਸ ਦੇ ਨਾਲ ਹੈ। ਸ਼ਿਕਾਰ ਖੇਡਦਿਆਂ ਕੁਝ ਜੰਗਲ ਦੇ ਜਾਣੂ ਸੂਈਆਂ ਨੇ ਦੱਸਿਆ ਬਾਦਸ਼ਾਹ ਨੂੰ ਕਿ ਇੱਥੇ ਲਾਗੇ ਬਹੁਤ ਇੱਕ ਭਾਰੀ ਭਿਅੰਕਰ ਸ਼ੇਰ ਜੋ ਆਦਮਖੋਰ ਹੋ ਚੁੱਕਾ ਹੈ ਉਹ ਰਹਿੰਦਾ ਹੈ। ਬਾਦਸ਼ਾਹ ਨੇ ਵੀ ਵਿਚਾਰ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਬੜੀ ਛੋਟੀ ਹੈ, ਸੁਣਿਆ ਬਲੀ ਬਹੁਤ ਹੈ, ਤੇ ਕਿਉਂ ਨਾ ਅੱਜ ਇਹਨਾਂ ਦਾ ਜ਼ੋਰ ਪਰਖਿਆ ਜਾਵੇ। ਤੋ ਸਾਰੇ ਲਸ਼ਕਰ ਦੇ ਸਮੇਤ ਮਹਾਰਾਜ ਨੂੰ ਨਾਲ ਲੈ ਕੇ ਬਾਦਸ਼ਾਹ ਜਿੱਥੇ ਸ਼ੇਰ ਦਾ ਕੋਈ ਖੁਰਨਾ ਆਦਿਕ ਹੈ, ਗੁਫਾ ਹੈ, ਉੱਥੇ ਪਹੁੰਚੇ। ਸੰਘਣੇ ਜੰਗਲ ਝੱਲ ਦੇ ਵਿੱਚ ਪਤਾ ਲੱਗਿਆ ਸ਼ੇਰ ਜਿੱਥੇ ਬੈਠਾ ਹੈ। ਜਦੋਂ ਇੱਕੋ ਵਾਰ ਉਹਨੇ ਫੌਜ ਆਉਂਦੀ ਵੇਖ ਕੇ ਦਹਾੜ ਮਾਰੀ, ਨਾ ਕੋਈ ਘੋੜਾ ਅੱਗੇ ਹੁੰਦਾ ਹੈ, ਸਭ ਘੋੜੇ ਵੀ ਰੁਕ ਗਏ, ਹਾਥੀ ਤੱਕ ਰੁਕ ਗਏ। ਕਮਜ਼ੋਰ ਦਿਲਾਂ ਵਾਲੇ ਦੌੜ ਗਏ ਸਨ ਉੱਥੋਂ। ਕੁਝ ਜਿਹੜੇ ਵੈ ਸ਼ਸਤਰ ਧਾਰੀ ਫੌਜਦਾਰ ਉਹ ਸਾਰੇ ਖੜੇ ਰਹੇ, ਪਰ ਅੱਗੇ ਕੋਈ ਨਾ ਹੋਇਆ। ਤੋ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੇਨਤਾ ਕੀਤਾ, ਪਾਤਸ਼ਾਹ ਆਪ ਹੀ ਅੱਗੇ ਹੋ ਕਰਕੇ ਸ਼ੇਰ ਦਾ ਸ਼ਿਕਾਰ ਕਰੋ। ਤੋ ਸਤਿਗੁਰਾਂ ਨੇ ਘੋੜੇ ਤੋਂ ਉਤਰ ਕਰਕੇ ਸ਼ੇਰ ਦੀ ਗੁਫਾ ਵੱਲ ਗਰੀਬ ਨਵਾਜ ਵਧੇ, ਵੰਗਾਰ ਕਰਕੇ ਸ਼ੇਰ ਨੂੰ ਤੋ ਪਾਤਸ਼ਾਹ ਮਹਾਰਾਜ ਦੀਆਂ ਗੁਫਾ ਤੋਂ ਬਾਹਰ ਕੱਢਿਆ ਹੈ। ਜਦੋਂ ਸ਼ੇਰ ਨੇ ਹਜ਼ੂਰ 'ਤੇ ਹਮਲਾ ਕੀਤਾ ਤੋ ਜੋ ਅਜਾਨ ਬਾਹੋ ਮਹਾਰਾਜ ਦਾ ਨਾਮ ਹੈ, ਸੰਗਤਾਂ ਪ੍ਰੇਮ ਨਾਲ ਬਲੀ ਮਹਾਂਬਲੀ ਸੂਰਮਾ ਵੱਡ ਯੋਧਾ ਕਹਿੰਦੀਆਂ, ਉਹ ਮਹਾਰਾਜ ਨੇ ਨਾਮ ਸਤ ਕਰਕੇ ਵਿਖਾਇਆ। ਅਗਲੇ ਪੰਜੇ ਚੁੱਕ ਕੇ ਛਾਤੀ ਦੇ ਬਲ ਨਾਲ ਸ਼ੇਰ ਨੇ ਜਦੋਂ ਮਹਾਰਾਜ 'ਤੇ ਹਮਲਾ ਕੀਤਾ,
ਖੱਬੇ ਹੱਥ ਵਿੱਚ ਪਕੜੀ ਹੋਈ ਢਾਲ ਵਗਾ ਕੇ ਮਹਾਰਾਜ ਜੀਆਂ ਉਹਦੇ ਸ਼ੇਰ ਦੇ ਮੂੰਹ ਤੇ ਮਾਰੀ, ਔਰ ਢਾਲ ਨੂੰ ਆਪਣੀ ਕੂਹਣੀ ਤੋਂ ਹੇਠਾਂ ਬਾਂਹ ਦਾ ਜ਼ੋਰ ਲਗਾ ਕਰਕੇ ਪਿੱਛੇ ਧੱਕਿਆ। ਜਦੋਂ ਸ਼ੇਰ ਪਿੱਛੇ ਭਾਰ ਡਿੱਗਣ ਲੱਗਿਆ, ਹੱਥ ਸੱਜੇ ਵਿੱਚੋਂ ਤੇਗਾ ਹਜ਼ੂਰ ਨੇ ਉਹਦੇ ਪੇਟ ਵਿੱਚ ਧਸਾਇਆ। ਤੋ ਇੰਨੀ ਜ਼ੋਰ ਨਾਲ ਤੇਗਾ ਵਾਹਿਆ ਗਰੀਬ ਨਵਾਜ ਨੇ ਕਿ ਉਹ ਸ਼ੇਰ ਦੇ ਦੋ ਟੋਟੇ ਕਰਕੇ ਧਰਤੀ ਤੇ ਸਿੱਟ ਦਿੱਤਾ। ਸਭ ਵੇਖ ਵੇਖ ਹੈਰਾਨ ਹੁੰਦੇ ਮਹਾਰਾਜ ਦੀ ਇਹ ਮਹਾਨ ਕਿਰਪਾ ਕੌਤਕ ਨੂੰ। ਔਰ ਇਸੇ ਤਰ੍ਹਾਂ ਹੀ ਬਾਅਦ ਵਿੱਚ ਉਹਨੇ ਸ਼ੇਰ ਨੇ ਜੋ ਆਪਣਾ ਪਿਛਲਾ ਪ੍ਰਸੰਗ ਸੁਣਾਇਆ। ਬਾਦਸ਼ਾਹ ਪੁੱਛਦਾ ਹੈ ਵੀ ਇਹੋ ਜਿਹਾ ਕੌਤਕ ਮਹਾਰਾਜ ਮੈਂ ਕਦੇ ਵੇਖਿਆ ਨਹੀਂ। ਤੋ ਹਜ਼ੂਰ ਕਹਿੰਦੇ ਆਪ ਹੀ ਪੁੱਛ ਲੈ, ਕਾਸਮ ਬੇਗ ਦਾ ਨਾਂ ਹੈ, ਤੈਨੂੰ ਸਭ ਕੁਝ ਦੱਸੇਗਾ। ਬਾਦਸ਼ਾਹ ਦੇ ਪੁੱਛਣ ਤੇ ਫਿਰ ਉਹ ਸ਼ੇਰ ਨੇ ਪਿਛਲੇ ਜਾਮੇ ਦੀ ਸਾਰੀ ਵਾਰਤਾ ਸੁਣਾਈ ਵੀ ਮੈਂ ਕਾਸਮ ਬੇਗ ਤੇਰੇ ਪਿਤਾ ਅਕਬਰ ਬਾਦਸ਼ਾਹ ਦੇ ਨਜ਼ਦੀਕੀਆਂ ਵਿੱਚੋਂ ਸਾਂਗਾ, ਤੇ ਉਸ ਤਰ੍ਹਾਂ ਵੀ ਕਬੀਲੇ ਅੰਸ ਬੰਸ ਵਿੱਚੋਂ ਭਰਾ ਲੱਗਦਾ ਸੀ। ਜਦੋਂ ਅਕਬਰ ਦਰਸ਼ਨ ਕਰਨ ਗਿਆ ਗੁਰੂ ਅਮਰਦਾਸ ਮਹਾਰਾਜ ਦੇ ਬਾਦਸ਼ਾਹ, ਮੈਂ ਨਾਲ ਸੀ। ਮੈਂ ਬੜਾ ਰੋਕਿਆ ਅਕਬਰ ਨੂੰ ਵੀ ਕਾਫਰਾਂ ਦੇ ਦਰਸ਼ਨ ਕਰਨ ਜਾਓਗੇ ਇੱਕ ਤੁਰਕ ਹੋ ਕਰਕੇ, ਤੁਹਾਨੂੰ ਇਹੋ ਜਿਹੀ ਕੀ ਨੌਬਤ ਆਈ, ਐਡੇ ਵੱਡੇ ਤਖਤ ਤੇ ਬਹਿ ਕੇ ਇੱਕ ਫਕੀਰ ਦੇ ਅੱਗੇ ਝੁਕੋਗੇ ਜਾ ਕੇ। ਤੇ ਤੇਰਾ ਪਿਤਾ ਬਾਦਸ਼ਾਹ ਅਕਬਰ ਨਹੀਂ ਮੰਨਿਆ ਸੀ। ਫਿਰ ਮੈਂ ਬੜਾ ਝਗੜਾ ਕੀਤਾ, ਉੱਥੇ ਝਗੜਾ ਵੀ ਕੀਤਾ। ਗੁਰੂ ਅਮਰਦਾਸ ਮਹਾਰਾਜ ਨੂੰ ਬੜੇ ਭੱਦੇ ਸ਼ਬਦਾਵਲੀ ਵਰਤੀ, ਬਹੁਤ ਮੰਦਾ ਬੋਲਿਆ ਮੈਂ ਸੰਗਤ ਦੇ ਵਿੱਚ। ਤੋ ਉਸੇ ਹੀ ਰਾਤ ਮਾਸ ਕੱਚਾ ਖਾਣ ਕਰਕੇ ਸੂਲ ਉੱਠਣ ਨਾਲ ਮੇਰੀ ਮੌਤ ਹੋਈ ਸੀ। ਕੁਝ ਬਿਰਤੀ ਜੀ ਮਾਸ ਵਿੱਚ ਅੜੀ ਰਹੀ, ਖਿਆਲ ਆਉਂਦਾ ਸੀ ਵੀ ਮੇਰੀ ਮੌਤ ਦਾ ਕਾਰਨ ਕੱਚਾ ਮਾਸ ਬਣ ਰਿਹਾ। ਵਿੱਚ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਖਿਆਲ ਵੀ ਆਉਂਦਾ ਸੀ ਵੀ ਸ਼ਾਇਦ ਉਹਨਾਂ ਦੀ ਨਿੰਦਾ ਕਰਕੇ ਮੇਰੀ ਆਹ ਹਾਲਤ ਹੋਈ ਹੈ। ਜਿਸ ਕਰਕੇ ਉਹ ਦੋਵੇਂ ਬਿਰਤੀਆਂ ਰਲਣ ਕਰਕੇ ਅੰਤਰਲੀ ਮਨਸਾ ਵਾਸ਼ਨਾ ਮਾਸ ਕਰਕੇ ਤਾਂ ਇਹ ਸ਼ੇਰ ਜੂਨੀ ਪ੍ਰਾਪਤ ਹੋਈ। ਔਰ ਜਿਹੜਾ ਹੈ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਰੱਖਣ ਕਰਕੇ ਉਹਦਾ ਫਲ ਇਹ ਹੈ ਵੀ ਮੈਨੂੰ ਆ ਗੁਰੂ ਅਮਰਦਾਸ ਮਹਾਰਾਜ ਅਗਲੇ ਜਾਮਿਆਂ ਵਿੱਚ ਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਰੂਪ ਧਾਰ ਕੇ ਮੇਰਾ ਉਧਾਰਾ ਵੀ ਕਰਨਾ ਇਹ ਹੈ ਵੀ ਜਿਹੜਾ ਵੀ ਇਸ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਨੂੰ ਯਾਦ ਕਰਦਾ ਹੈ, ਚਾਹੇ ਪਾਪੀ ਹੋਵੇ, ਇਹ ਗਰੀਬ ਨਵਾਜ ਦੇ ਘਰ ਦਾ ਬਿਰਧ ਹੈ, ਅੱਗੇ ਪਿੱਛੇ ਸਮਾਂ ਜ਼ਰੂਰ ਪੈ ਜਾਂਦਾ ਪਰ ਕਲਿਆਣ ਜ਼ਰੂਰ ਕਰਦੇ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਿਮਾ ਸਭ ਪਾਸੇ ਫੈਲ ਰਹੀ। ਸ਼ੇਰ ਦੇ ਸ਼ਿਕਾਰ ਵਾਲਾ ਜਿਹੜਾ ਪ੍ਰਸੰਗ ਹੈ, ਕਿਉਂਕਿ ਉਮਰ ਬਹੁਤ ਥੋੜ੍ਹੀ ਹੈ, ਕੋਈ 14 ਕੁ ਵਰ੍ਹਿਆਂ ਦੀ ਉਮਰ ਵਿੱਚ ਐਡਾ ਮਹਾਨ ਸ਼ਿਕਾਰ ਕਰਦਿਆਂ ਕਦੇ ਕਿਸੇ ਨੇ ਵੇਖਿਆ ਨਹੀਂ। ਬੜੇ ਬੜੇ ਜਰਵਾਣੇ ਹੋਏ ਹੈ। ਤੋ ਇਸ ਤਰ੍ਹਾਂ ਦਾ ਮਹਾਨ ਕੌਤਕ ਹਜ਼ੂਰ ਨੇ ਵਰਤਾਉਣਾ ਕੀਤਾ। ਬਾਦਸ਼ਾਹ ਵੀ ਬੇਅੰਤ ਹੈਰਾਨ ਹੁੰਦਾ ਮਹਾਰਾਜ ਪਾਸੋਂ ਇਹ ਸਾਰਾ ਕੌਤਕ ਸੁਣ ਕੇ, ਯਾਰ ਇਹ ਸ਼ਿਕਾਰ ਦਾ ਪ੍ਰਸੰਗ ਵੇਖ ਕਰਕੇ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਪਹੁੰਚਦੀਆਂ ਮਜਨੂੰ ਟਿੱਲੇ, ਜਿਹੜੇ ਨਹੀਂ ਵੀ ਸ਼ਰਧਾ ਰੱਖਣ ਵਾਲੇ ਸਨ, ਕੋਈ ਨਿਸ਼ਰਦਕ ਸਿੱਖ ਸੀਗੇ ਜਿਨ੍ਹਾਂ ਦਾ ਖਿਆਲ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਰੂਪ ਨਹੀਂ ਹੋ ਸਕਦੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਨ ਕਰਾਮਾਤਾਂ ਦੇ ਮਾਲਕ ਸਨ, ਇਹ ਉਮਰ ਦੇ ਥੋੜ੍ਹੇ ਹੈ। ਤੋ ਜਿਸ ਕਰਕੇ ਮਹਾਰਾਜ ਨੇ ਇਸ ਕੌਤਕ ਕਰਨ ਕਰਕੇ ਉਹਨਾਂ ਦੇ ਵੀ ਸ਼ੰਕੇ ਨਿਵਰਤ ਹੋ ਗਏ। ਚੰਦੂ ਦੇ ਨੱਕ ਵਿੱਚ ਨੱਥ ਪਾਉਣ ਦੀ ਬਾਬਤ ਜਿਨ੍ਹਾਂ ਦੇ ਮਨ 'ਚ ਭੁਲੇਖਾ ਸੀ ਵੀ ਨਹੀਂ ਇਹ ਹੋ ਨਹੀਂ ਸਕਦਾ, ਸ਼ੇਰ ਦਾ ਸ਼ਿਕਾਰ ਹੋ ਜਾਣ 'ਤੇ ਉਹਨਾਂ ਸਾਰਿਆਂ ਦੇ ਮਨ ਦੇ ਸ਼ੰਕੇ ਦੂਰ ਹੋ ਗਏ ਹੈ ਅਤੇ ਸ਼ਰਧਾ ਧਾਰ ਧਾਰ ਕੇ ਮਹਾਰਾਜ ਦੇ ਦਰਸ਼ਨ ਕਰਨ ਪਹੁੰਚੇ। ਇਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤਾ। ਅੱਗੇ ਜਿਵੇਂ ਪਾਤਸ਼ਾਹ ਸਾਧ ਸੰਗਤ ਜੀ ਬਾਦਸ਼ਾਹ ਜਹਾਂਗੀਰ ਮਹਾਰਾਜ ਨੂੰ ਬੇਨਤਾ ਕਰਕੇ ਫਿਰ ਆਗਰੇ ਲੈ ਕੇ ਗਿਆ ਸੀ, ਉੱਥੇ ਵੀ ਮਹਾਰਾਜ ਨੇ ਬੇਅੰਤ ਕੌਤਕ ਕੀਤੇ ਹੈ। ਇਹਦੇ ਮਨ ਵਿੱਚ ਇੱਕ ਸ਼ੰਕਾ ਪੈ ਗਿਆ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਇੰਨੀ ਵਡਿਆਈ ਕਿਉਂ ਹੈ, ਲੋਕ ਇਹਨੂੰ ਕਿਉਂ ਸੱਚਾ ਪਾਤਸ਼ਾਹ ਕਹਿੰਦੇ ਹੈ।
ਮੈਨੂੰ ਕਿਉਂ ਨਹੀਂ ਕੋਈ ਕਹਿੰਦਾ। ਉਹ ਵੀ ਭੁਲੇਖਾ ਮਹਾਰਾਜ ਨੇ ਫਿਰ ਬਾਦਸ਼ਾਹ ਜਹਾਂਗੀਰ ਦਾ ਕੱਢ ਦਿੱਤਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਤੇ ਸਜਨ ਕਰਕੇ ਸਾਨੂੰ ਸੱਚਾ ਪਾਤਸ਼ਾਹ ਕਹਿੰਦੇ ਆ। ਤੇ ਫਿਰ ਜਿਵੇਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨੀ ਮੱਥਾ ਟੇਕਿਆ, ਉਹ ਪ੍ਰਸੰਗ ਆ ਜਾਵੇਗਾ। ਚਿੱਤ ਬਿਰਤੀ ਨੂੰ ਇਕਾਗਰ ਕਰੋ ਜੀ, ਰਸਨਾ ਕਰੋ ਪਵਿੱਤਰ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੁਰ ਤੇ ਸਿੱਖ ਸੰਗਤ ਚੱਲ ਆਵੈ। ਤੋ ਕਵੀ ਜੀ ਕਹਿੰਦੇ ਬਾਦਸ਼ਾਹ ਮਹਾਰਾਜ ਦੇ ਨੂੰ ਮਿਲਣ ਵਾਸਤੇ ਇੱਥੇ ਆਇਆ ਸੀ ਮਜਨੂੰ ਟਿੱਲੇ। ਕੁਝ ਸਮਾਂ ਬਹਿ ਕੇ 2 ਘੜੀਆਂ ਰਹਿ ਕੇ ਮੁੜਿਆ। ਇਸ ਤੋਂ ਬਾਅਦ ਦਿੱਲੀ ਦੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆ ਰਹੀਆਂ ਹਨ। ਭਏ ਬਿਲੋਚਨ ਕੋ ਫਲ ਪਾਵੈ। ਅੱਖਾਂ ਹੋਣ ਦਾ ਬੜਾ ਫਲ ਪ੍ਰਾਪਤ ਕਰ ਰਹੇ ਆ। ਭਾਵ ਵੀ ਨੇਤਰ ਹੈ ਨਾ, ਇਹ ਨੇਤਰ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਲਾਹਾ ਪ੍ਰਾਪਤ ਕਰ ਰਹੇ ਆ ਵੀ ਨੇਤਰ ਹੋਣ ਦਾ ਪੂਰਾ ਪੂਰਾ ਫਾਇਦਾ ਸੰਗਤ ਕੱਢ ਰਹੀ ਹੈ। ਇਹਨਾਂ ਨੇਤਰਾਂ ਦੇ ਨਾਲ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਹਨ। ਚੰਦ ਬਦਨ ਕੋ ਦਰਸ਼ਨ ਕਰ ਕਰ। ਹਜ਼ੂਰ ਦੇ ਚੰਦ ਸਰੀਖੇ ਪਾਵਨ ਮੁਖਾਰ ਬਿੰਦ ਦੇ ਦਰਸ਼ਨ ਕਰ ਕਰਕੇ ਬੈਠਤ ਨਿਕਟ ਆਨੰਦ ਔਰ ਭਰ ਭਰ। ਮਨ ਵਿੱਚ ਆਨੰਦ ਭਰ ਭਰ ਕੇ ਸੰਗਤਾਂ ਮਹਾਰਾਜ ਦੇ ਪਾਸ ਸੰਗਤ ਵਿੱਚ ਬਹਿ ਰਹੀਆਂ, ਉਪਦੇਸ਼ ਸੁਣਦੀਆਂ ਹਨ। ਕਮਲ ਪੰਖਰੀ ਆਂਖ ਵਿਸਾਲੇ। ਮਹਾਰਾਜ ਦੇ ਜਿਹੜੇ ਨੇਤਰ ਹੈ, ਕਵੀ ਜੀ ਕਹਿੰਦੇ ਕਮਲ ਵਰਗੇ, ਕਮਲ ਦੀ ਪੰਖੜੀ ਵਰਗੇ ਬੜੇ ਚੌੜੇ ਹਨ। ਤੀਖਣ ਕੋਰ ਬਾਣ ਅਨਿਆਲੇ। ਤੇ ਮਹਾਰਾਜ ਦੇ ਜਿਹੜੇ ਨੇਤਰਾਂ ਦੀਆਂ ਕੋਰਾਂ ਕੋਨੇ ਆ, ਉਹ ਤਿੱਖੇ ਤੇਜ ਤੀਰਾਂ ਵਰਗੇ ਐਨ ਪੂਰੇ ਤਿੱਖੇ ਹਨ। ਕੋਨੇ ਬੜੇ ਬਾਣ ਦੀ ਚੁੰਝ ਵਰਗੇ ਐ। ਦਰਸ਼ਨ ਕਰਹਿ ਕੰਮ ਨਾ ਪਾਵੈ। ਜੋ ਵੀ ਹਜ਼ੂਰ ਦੇ ਦਰਸ਼ਨ ਕਰਦਾ ਹੈ ਉਸੇ ਦੀ ਕਾਮਨਾ ਮਹਾਰਾਜ ਪੂਰੀ ਕਰੀ ਜਾਂਦੇ। ਦਰਸ਼ਨਾਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਅਨਿਕ ਅਕੋਰਨ ਕੋ ਅਰ ਪਾਵੈ। ਸ਼ਰਧਾ ਦੇ ਨਾਲ ਸਿੱਖ ਸੰਗਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਭੇਂਟ ਕਰਦੀਆਂ ਹਨ। ਇਸ ਪ੍ਰਕਾਰ ਸਿੱਖੀ ਵਿਸਤਾਰੀ। ਤੋ ਦਿੱਲੀ ਦੀ ਧਰਤ ਤੇ ਵੀ ਪਾਤਸ਼ਾਹ ਨੇ ਇਸ ਤਰ੍ਹਾਂ ਬੜਾ ਸਿੱਖੀ ਦਾ ਪ੍ਰਚਾਰ ਕੀਤਾ ਹੈ। ਕਰਨ ਭਿਆਨ ਸ਼ਾਹੋ ਪਾ ਤਿਆਰੀ। ਇਧਰ ਬਾਦਸ਼ਾਹ ਜਹਾਂਗੀਰ ਜਿਹੜਾ ਹੈ, ਇਹਨੇ ਆਗਰੇ ਜਾਣ ਦੀ ਇੱਕ ਦਿਨ ਤਿਆਰੀ ਕੀਤੀ। ਕੁਝ ਦਿਨ ਮਹਾਰਾਜ ਇੱਥੇ ਰੁਕੇ ਆ ਤੇ ਬਾਦਸ਼ਾਹ ਨੂੰ ਕੰਮ ਪੈਣ ਕਰਕੇ ਆਗਰੇ ਜਾਣ ਦੀ ਬਾਦਸ਼ਾਹ ਨੇ ਤਿਆਰੀ ਕੀਤੀ ਹੈ। ਪਠਿਓ ਵਜ਼ੀਰ ਖਾਨ ਕੋ ਤਬੈ। ਤੇ ਬਾਦਸ਼ਾਹ ਨੇ ਵਜ਼ੀਰ ਖਾਂ ਆਪਣੇ ਫੌਜਦਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਸ ਭੇਜਿਆ ਹੈ। ਕਰ ਬੰਧਨ ਪ੍ਰਸੰਗ ਕਹਿ ਸਭੈ। ਵਜ਼ੀਰ ਖਾਂ ਹਜ਼ੂਰ ਪਾਸ ਪਹੁੰਚਿਆ ਤੇ ਬਾਦਸ਼ਾਹ ਦੇ ਜਾਣ ਦਾ ਪ੍ਰਸੰਗ ਦੱਸਿਆ ਵੀ ਬਾਦਸ਼ਾਹ ਜਹਾਂਗੀਰ ਉਹ ਇਸ ਵਕਤ ਆਗਰੇ ਜਾਣ ਦੀ ਤਿਆਰੀ ਵਿੱਚ ਹੈ। ਹਜ਼ਰਤ ਚਹੀ ਕਰਨ ਅਸਵਾਰੀ। ਤੇ ਹਜ਼ਰਤ ਕਹੀਏ ਬਾਦਸ਼ਾਹ ਜਹਾਂਗੀਰ, ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਬਾਦਸ਼ਾਹ ਆਗਰਾ ਜਾਣ ਦੀ ਪੂਰੀ ਤਿਆਰੀ ਕਰ ਰਿਹਾ ਹੈ। ਕਹਿਓ ਆਪਸੋਂ ਕੀ ਜਹ ਤਿਆਰੀ। ਤੇ ਬਾਦਸ਼ਾਹ ਨੇ ਮੈਨੂੰ ਬੇਨਤੀ ਦੇ ਕੇ ਭੇਜਿਆ ਵੀ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਵੀ ਤਿਆਰੀ ਕਰੋ। ਵੀ ਬਾਦਸ਼ਾਹ ਜੀ ਚਾਹੁੰਦੇ ਆ ਮਹਾਰਾਜ ਆਪ ਜੀ ਬਾਦਸ਼ਾਹ ਦੇ ਨਾਲ ਆਗਰੇ ਚੱਲੋ ਜੀ। ਨਗਰ ਆਗਰਾ ਚੱਲ ਕਰ ਥਿਰੈ। ਤੇ ਆਪ ਵੀ ਉਹ ਬਾਦਸ਼ਾਹ ਚਾਹੁੰਦਾ ਹੈ ਵੀ ਉਹਨਾਂ ਦੇ ਨਾਲ ਤੁਸੀਂ ਆਗਰੇ ਨਗਰ ਵਿੱਚ ਕੁਝ ਸਮਾਂ ਬਤੀਤ ਕਰੋ ਜੀ। ਕੇਤਿਕ ਦਿਨ ਬਿਲਾਸ ਤਹਿ ਕਰੈ। ਵੀ ਉੱਥੇ ਰਹਿ ਕੇ ਆਪ ਜੀ ਕੁਝ ਸਮਾਂ ਕੌਤਕ ਕਰੋ ਜੀ, ਉਹ ਇਲਾਕਾ ਵੇਖ ਕੇ ਆਨੰਦ ਮਾਣੋ ਜੀ। ਕਰਹਾ ਆਪ ਭੀ ਸੈਲ ਕਨੇਰੇ। ਤੇ ਆਪ ਵੀ ਉੱਥੋਂ ਦੀ ਸੈਰ ਜਿਹੜੀ ਹੈ ਆਗਰੇ ਸਥਾਨ ਦੀ, ਆਗਰੇ ਨਗਰ ਦੀ ਸੈਰ ਕਰੋ। ਆਗਰੇ ਦੇ ਉੱਥੋਂ ਦੇ ਲੋਕਾਂ ਸੰਗਤਾਂ ਨੂੰ ਮਿਲੋ ਤੇ ਜਾਂ ਆਗਰੇ ਦੇ ਇਲਾਕੇ ਵਿੱਚ ਖੁੱਲ੍ਹ ਕੇ ਵਿਚਰੋ ਪਾਤਸ਼ਾਹ ਜੀ। ਸ਼ਾਹੋ ਚਹਤ ਹੈ ਮੇਲ ਵਡੇਰੇ। ਕਿਉਂਕਿ ਬਾਦਸ਼ਾਹ ਜਹਾਂਗੀਰ ਆਪ ਜੀ ਦੇ ਨਾਲ ਚੰਗਾ ਮੇਲ ਵਰਤਨ ਚਾਹੁੰਦਾ ਹੈ, ਵੀ ਹੋਰ ਸਮਾਂ ਤੁਹਾਡੇ ਨਾਲ ਬਤੀਤ ਕਰਿਆ ਚਾਹੁੰਦਾ ਹੈ। ਖੇਲਹ ਮਿਲ ਅਖੇਰ ਬਿਧ ਨਾਨਾ। ਤੇ ਮਹਾਰਾਜ ਮੇਰੀ ਵੀ ਬੇਨਤੀ ਵੀ ਆਪ ਬਾਦਸ਼ਾਹ ਨਾਲ ਜ਼ਰੂਰ ਆਗਰੇ ਜਾਓ। ਜਾ ਕੇ ਆਗਰੇ ਮਹਾਰਾਜ ਉੱਥੇ ਜੰਗਲ ਸੰਘਣੇ ਆ ਲਾਗੇ ਤੇ
ਆਪ ਖੁੱਲੇ ਸ਼ਿਕਾਰ ਖੇਡੋ ਆਨੰਦ ਮਾਣੋ ਕੌਤਕ ਕਰੋ ਜੀ। ਬਨ ਉਪਬਨ ਕੋ ਪਿਖਹ ਮਹਾਨਾ। ਉਥੇ ਜਿਹੜੇ ਵੱਡੇ ਭਾਰੀ ਜੰਗਲ ਆਗਰੇ ਦੇ ਇਲਾਕੇ ਵਿੱਚ ਸਾਰੇ ਜੰਗਲਾਂ ਨੂੰ ਚੰਗੀ ਤਰ੍ਹਾਂ ਵੇਖੋ। ਬਾਗ ਉੱਥੇ ਬੜੇ ਲਾਏ ਹੋਏ ਬਾਦਸ਼ਾਹ ਦੇ, ਉਹ ਬਾਗਾਂ ਦੇ ਦਰਸ਼ਨ ਕਰੋ ਜੀ। ਕਹਿਓ ਸ਼ਾਹੋ ਮਨ ਪ੍ਰਿਯ ਹੋਇ ਕੈ। ਇਸ ਲਈ ਮਹਾਰਾਜ ਤੁਹਾਨੂੰ ਜਾਣਾ ਚਾਹੀਦਾ ਹੈ, ਬਾਦਸ਼ਾਹ ਨੇ ਬੜੀ ਸ਼ਰਧਾ ਰੱਖ ਕੇ ਤੇ ਪ੍ਰੇਮ ਦੇ ਨਾਲ ਤੁਹਾਨੂੰ ਬੇਨਤੀ ਕੀਤੀ ਹੈ। ਗਮਨਹੁ ਸੰਗ ਕਿਰਪਾ ਨਿਜ ਕੈ ਕੈ। ਆਪ ਕਿਰਪਾ ਕਰਕੇ ਨਾ ਆਪਦੀ ਤੇ ਬਾਦਸ਼ਾਹ ਜਹਾਂਗੀਰ ਨੂੰ ਆਪਣਾ ਸ਼ਰਧਾਲੂ ਜਾਣ ਕੇ ਉਹਨਾਂ ਦੇ ਨਾਲ ਆਗਰੇ ਜ਼ਰੂਰ ਜਾਓ ਜੀ। ਇਤਿਆਦਿਕ ਕਹਿ ਕੀਨੇ ਤਿਆਰ। ਇਸ ਤਰ੍ਹਾਂ ਦੇ ਬਚਨ ਜਾਂ ਵਜ਼ੀਰ ਖਾਨ ਨੇ ਕੀਤੇ ਮਹਾਰਾਜ ਨੂੰ, ਜਿਹੜਾ ਜਹਾਂਗੀਰ ਦਾ ਭੇਜਿਆ ਆ। ਤੇ ਹਜ਼ੂਰ ਨੇ ਸੁਣ ਕੇ ਇਹਦੀ ਸਾਰੀ ਗੱਲਬਾਤ ਤੇ ਹਾਂ ਕਰ ਦਿੱਤੀ, ਜਾਣ ਦੇ ਤਿਆਰੇ ਕਰ ਲਏ ਹਨ। ਭਏ ਸਾਥ ਸਤਿਗੁਰ ਅਸਵਾਰ। ਤੇ ਬਾਦਸ਼ਾਹ ਦੇ ਨਾਲ ਜਾਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਤਿਆਰ ਬਰ ਤਿਆਰ ਘੋੜੇ ਤੇ ਚੜ ਗਏ ਹਨ। ਗਮਨੇ ਪੰਥ ਆਗਰੈ ਚੱਲੇ। ਤੋ ਇਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਦੇ ਨਾਲ ਕੁਝ ਸਿੱਖ ਲੈ ਕੇ ਨਾਲ ਜਿਹੜੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਸਿੱਖਾਂ ਨੂੰ ਤਕਰੀਬਨ ਲੈ ਗਏ ਸਨ, ਜਿੰਨੇ ਨਾਲ ਲੈ ਕੇ ਆਏ ਸੀ ਅੰਮ੍ਰਿਤਸਰੋਂ। ਤੋ ਸਿੱਖਾਂ ਸੂਰਮਿਆਂ ਦੇ ਨਾਲ ਮਹਾਰਾਜ ਜੀ ਬਾਦਸ਼ਾਹ ਵੀ ਨਾਲ ਹੈ ਤੇ ਆਗਰੇ ਨੂੰ ਚੜ ਚੱਲੇ ਐ। ਹਿਤ ਅਖੇਰ ਹਜ਼ਰਤ ਕਬ ਮਿਲੇ। ਤੇ ਕਈ ਵਾਰੀ ਜਿਹੜੇ ਬਾਦਸ਼ਾਹ ਜਿਹੜਾ ਹੈ ਉਹ ਮਹਾਰਾਜ ਨਾਲ ਮਿਲ ਕੇ ਸ਼ਿਕਾਰ ਵੀ ਕਰਦਾ ਹੈ। ਹਨ ਹੈ ਮ੍ਰਿਗਨ ਕਹ ਅਧਿਕ ਤਵਾਏ। ਰਸਤੇ ਵਿੱਚ ਜਿਹੜੇ ਕੋਈ ਜੰਗਲ ਆਉਂਦੇ ਸੀ ਆਗਰੇ ਜਾਂਦੇ ਆ, ਉੱਥੇ ਬੇਅੰਤ ਸ਼ਿਕਾਰ ਖੇਡੇ ਗਏ ਆ, ਘੋੜੇ ਦੌੜਾਏ ਗਏ ਹਨ, ਮਿਰਗਾਂ ਦੇ ਸ਼ਿਕਾਰ ਕੀਤੇ ਐ। ਦੇਖਤ ਓਜ ਸ਼ਾਹੋ ਹਰ ਖਾਏ। ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਲ ਵੇਖ ਕੇ ਤੇ ਸ਼ਿਕਾਰ ਕਰਨ ਦੀ ਯੁਗਤ ਵੇਖ ਕੇ ਬਾਦਸ਼ਾਹ ਬੇਅੰਤ ਖੁਸ਼ ਹੁੰਦਾ ਹੈ। ਇਮ ਕ੍ਰਮ ਤੇ ਪਹੁੰਚੇ ਜਾਈ। ਚੱਲਦੇ ਰਾਤਾਂ ਬਤੀਤ ਦਿਨ ਕੱਟਦੇ ਸਮਾਂ ਲੰਘਦੇ ਆ ਤੇ ਬਾਦਸ਼ਾਹ ਲਸ਼ਕਰ ਸਮੇਤ ਮਹਾਰਾਜ ਵੀ ਨਾਲ ਹੈ, ਸੂਰਮਿਆਂ ਦੇ ਨਾਲ ਦਿੱਲੀੋਂ ਤੁਰੇ ਤੇ ਆਗਰੇ ਵਾਲੇ ਪਾਸੇ ਪਹੁੰਚ ਰਹੇ ਹਨ। ਥਿਰੇ ਆਗਰੇ ਪਿਖ ਸ਼ੁਭ ਥਾਈ। ਤੋ ਬਾਦਸ਼ਾਹ ਦਾ ਤਾਂ ਮਹਿਲ ਉੱਥੇ ਆਗਰੇ ਬਣਿਆ ਹੀ ਹੋਇਆ ਸੀ, ਕਿਲਾ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਧ ਸੰਗਤ ਜਿੱਥੇ ਲਾਲ ਬਾਗ ਹੈ ਉੱਥੇ ਆਗਰੇ ਪਾਵਨ ਸਥਾਨ ਬਣਿਆ ਹੋਇਆ, ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਤਾਰਾ ਕੀਤਾ ਸੀ ਉਸ ਬਾਗ ਦੇ ਅੰਦਰ। ਕਬ ਮਿਲਹਿ ਨਿਕਟ ਬੁਲਾਵਹਿ। ਤੇ ਬਾਦਸ਼ਾਹ ਆਪਣੇ ਮਹਿਲ ਚ ਰਿਹਾ ਤੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਦਾ ਤੰਬੂ ਲਾ ਕੇ ਤੇ ਸਿੱਖਾਂ ਸੂਰਮਿਆਂ ਸਮੇਤ ਬਾਗ ਵਿੱਚ ਠਹਿਰ ਗਏ। ਤੇ ਕਈ ਵਾਰੀ ਬਾਦਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਬਾਗ ਵਿੱਚ ਆ ਜਾਂਦਾ ਹੈ ਜਾਂ ਹਜ਼ੂਰ ਨੂੰ ਆਪਣੇ ਪਾਸ ਮਹਿਲ ਵਿੱਚ ਬੁਲਾਉਂਦਾ ਹੈ। ਹੋਏ ਇਕੱਠੇ ਵਹਿਰ ਸਿਧਾਵਹਿ। ਹਜ਼ੂਰ ਦੇ ਨਾਲ ਬਾਦਸ਼ਾਹ ਇਕੱਠਿਆਂ ਬਾਹਰ ਜੰਗਲ ਵਾਲੇ ਪਾਸੇ ਨੂੰ ਘੋੜੇ ਤੇ ਚੜ੍ਹ ਕੇ ਜਾਂ ਹਾਥੀ ਆਦਿਕ ਤੇ ਚੜ੍ਹ ਕੇ ਉਹ ਇਲਾਕਾ ਵਿਖਾਉਣ ਵਾਸਤੇ ਵੇਖਣ ਵਾਸਤੇ ਜਾਂਦਾ ਹੈ। ਇੱਕ ਦਿਨ ਕਿਸ ਕੇ ਮੁਖ ਤੇ ਸੁਣਿਓ। ਤੇ ਇਸ ਤਰ੍ਹਾਂ ਨਾਲ ਆਗਰੇ ਦੀ ਧਰਤੀ ਤੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਨਾਲ ਲੈ ਕੇ ਸਮਾਂ ਬਤੀਤ ਕਰਦਾ ਗਿਆ। ਇੱਕ ਦਿਨ ਬਾਦਸ਼ਾਹ ਵੀ ਪਾਸ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਿਹਾ ਸੀ ਬਾਦਸ਼ਾਹ ਜਹਾਂਗੀਰ। ਕਿਸੇ ਸਿੱਖ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ ਤੇ ਇਹਨੇ ਸਿੱਖ ਦੇ ਮੂੰਹ ਇਸ ਤਰ੍ਹਾਂ ਸੁਣਿਆ ਬਾਦਸ਼ਾਹ ਨੇ, ਗੁਰੂ ਕੋ ਸੱਚ ਪਤਸ਼ਾਹੋ ਸੋ ਭਣਿਓ। ਸਿੱਖ ਨੇ ਕੋਈ ਬੇਨਤੀ ਕੀਤੀ ਤੇ ਅਰਦਾਸ ਵਿੱਚ ਮਹਾਰਾਜ ਦੇ ਅੱਗੇ ਆਖਿਆ, ਹੇ ਸੱਚੇ ਪਾਤਸ਼ਾਹ ਮੇਰੀ ਆਹ ਬੇਨਤੀ ਹੈ। ਕੋਲੀ ਬਾਦਸ਼ਾਹ ਜਹਾਂਗੀਰ ਬੈਠਾ ਸੀ। ਸਿੱਖ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਅਰਦਾਸ ਕੀਤੀ ਤੇ ਅਰਦਾਸ ਵਿੱਚ ਮਹਾਰਾਜ ਨੂੰ ਸੱਚੇ ਪਾਤਸ਼ਾਹ ਕਹਿ ਕੇ ਬੇਨਤੀ ਕੀਤੀ, ਵਡਿਆਈ ਮਹਾਰਾਜ ਦੀ ਕੀਤੀ ਸਿੱਖ ਨੇ। ਬਾਦਸ਼ਾਹ ਬੈਠਾ ਕੋਲ ਸੁਣ ਰਿਹਾ ਸੀ। ਜਹਾਂਗੀਰ ਔਰ ਸੰਸੈ ਭਇਓ। ਤੇ ਬਾਦਸ਼ਾਹ ਦੇ ਮਨ ਵਿੱਚ ਨਾ ਸ਼ੰਕਾ ਪੈ ਗਿਆ ਜਦੋਂ ਸਿੱਖ ਨੇ ਆਖਿਆ ਨੇ, ਹੇ ਸੱਚੇ ਬਾਦਸ਼ਾਹ ਸੱਚੇ ਪਾਤਸ਼ਾਹ ਇਹ ਮੇਰੀ ਅਰਦਾਸ ਹੈ, ਬੇਨਤੀ ਹੈ ਪਾਤਸ਼ਾਹ ਜੀ। ਸੱਚੇ ਪਾਤਸ਼ਾਹ ਦਾ ਲਕਬ ਬਹੁਤ ਵੱਡਾ ਹੈ। ਸੁਣ ਕੇ ਤੇ ਬਾਦਸ਼ਾਹ ਜਹਾਂਗੀਰ ਮਨ ਵਿੱਚ ਬੜਾ ਸੰਸਾ ਕੀਤਾ ਹੈ। ਮੁਝ ਤੇ ਵੀ ਊਚੋ ਪਦ ਥੀਓ। ਵੀ ਮੈਨੂੰ ਲੋਕ ਬਾਦਸ਼ਾਹ ਜਾਂ ਪਾਤਸ਼ਾਹ ਕਹਿੰਦੇ ਆ ਤੇ ਇਹ ਕੱਲ੍ਹ ਦੀ ਉਮਰ ਇਹਨਾਂ ਦੀ ਅਜੇ 15 ਵਰਿਆਂ ਦੀ, ਇਹਨਾਂ ਨੂੰ ਸੰਸਾਰ ਸੱਚਾ ਪਾਤਸ਼ਾਹ ਕਹੀ ਜਾਂਦਾ। ਵੀ ਗੁਰੂ ਹਰਗੋਬਿੰਦ ਸਾਹਿਬ ਤਾਂ ਮੇਰੇ ਤੋਂ ਵੀ ਉੱਚੀ ਪਦਵੀ
ਉੱਪਰ ਪਹੁੰਚ ਗਏ ਹਨ। ਰਹਿਓ ਗਿਨਤ ਚਿਤ ਮਹਿ ਅਧਿਕਾਇਓ। ਇਹ ਵਿਚਾਰਾ ਬੜੀਆਂ ਮਨ ਵਿੱਚ ਕਿਆਸ ਜੇ ਗਿਣਤੀਆਂ ਨੀਆਂ ਲਾਉਂਦਾ, ਬੜੇ ਸ਼ੰਕੇ ਜੇ ਕਰਦਾ ਹੈ। ਇਹੋ ਕਿਮ ਨਾਮ ਆਪਣ ਧਰਵਾਇਓ। ਵੀ ਇਹ ਕਿਵੇਂ ਥੋੜੀ ਜਿਹੀ ਉਮਰ ਵਿੱਚ ਇਹਨਾਂ ਨੇ, ਚਲੋ ਪਾਤਸ਼ਾਹ ਤਾਂ ਠੀਕ ਹੈ, ਮੈਨੂੰ ਵੀ ਲੋਕ ਪਾਤਸ਼ਾਹ ਕਹਿੰਦੇ, ਪਰ ਇਹ ਤਾਂ ਸੱਚੇ ਪਾਤਸ਼ਾਹ ਬਣੇ ਹੋਏ ਆ। ਥੋੜੀ ਜਿਹੀ ਉਮਰ ਵਿੱਚ ਕਿਵੇਂ ਇਹਨਾਂ ਨੇ ਏਡਾ ਵੱਡਾ ਨਾਮ ਜਿਹਾ ਰਖਵਾਇਆ ਹੋਇਆ ਹੈ। ਸਾਚੋ ਪਾਤਸ਼ਾਹੋ ਨਰ ਕਹੈ। ਆਖੇ ਸਾਰੇ ਸੰਸਾਰ ਦੇ ਲੋਕ ਸਿੱਖ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਆ। ਇਹਨਾਂ ਵਿੱਚ ਭਲਾ ਸੱਚੇ ਪਾਤਸ਼ਾਹ ਵਾਲੀ ਕਿਹੜੀ ਗੱਲ ਹੈ? ਮੈਂ ਬਾਦਸ਼ਾਹ ਹਾਂ ਭਾਰਤ ਹਿੰਦੁਸਤਾਨ ਵਰਸ਼ ਦਾ, ਮੈਨੂੰ ਸਾਰੇ ਬਾਦਸ਼ਾਹ ਕਹਿੰਦੇ ਆ। ਇਹਨਾਂ ਕੋਲ ਕੋਈ ਰਿਆਸਤ ਵੀ ਹੈ ਨਹੀਂ, ਤੇ ਇਹਨਾਂ ਨੂੰ ਸਾਰੇ ਸੱਚੇ ਪਾਤਸ਼ਾਹ ਕਹਿੰਦੇ ਆ। ਇਤੀ ਜਿਠਾਈ ਕਿਉ ਕਰ ਲਹੈ। ਇੰਨੀ ਵਡਿਆਈ ਸੰਸਾਰ ਤੋਂ ਕਿਵੇਂ ਲੈ ਰਹੇ ਆ? ਸੰਸਾਰ ਦੇ ਵਿੱਚ ਸੱਚਾ ਪਾਤਸ਼ਾਹ ਦਾ ਲਕਬ ਇਹਨਾਂ ਨੂੰ ਕਿਵੇਂ ਹਾਸਲ ਹੋਇਆ ਹੈ? ਇੰਨੀ ਵਡਿਆਈ ਇਹਨਾਂ ਦੀ ਕਿਵੇਂ ਹੋ ਸਕਦੀ ਹੈ? ਏਕ ਦਇਓ ਸੁਪਨ ਚੜ੍ਹੇ ਸ਼ਿਕਾਰ। ਤੋ ਇਹਨੇ ਮਨ 'ਚ ਸ਼ੰਕਾ ਜਾ ਕੀਤਾ। ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਣ ਗਏ ਵੀ ਇਹ ਬਾਦਸ਼ਾਹ ਮਨ ਵਿੱਚ ਸ਼ੰਕਾ ਕਰਦਾ, ਤੇ ਗੁਰੂ ਨਾਨਕ ਪਾਤਸ਼ਾਹ ਦੇ ਤਖਤ ਤੋਂ ਅਜੇ ਵੀ ਦੁਨਿਆਵੀ ਤਖਤ ਨੂੰ, ਆਪਦੇ ਰਾਜ ਭਾਗ ਨੂੰ ਵੱਡਾ ਗਿਣਦਾ। ਇੱਕ ਦਿਨ ਦਾ ਸਮਾਂ ਬਣਿਆ ਕੋਈ, ਤੇ ਬਾਦਸ਼ਾਹ ਜਹਾਂਗੀਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਕੱਠੇ ਸ਼ਿਕਾਰ ਚੜ੍ਹੇ ਹੈ। ਭਇਓ ਮੇਲ ਬੋਲਿਓ ਹਿਤ ਧਾਰ। ਤੇ ਬਾਦਸ਼ਾਹ ਮਹਾਰਾਜ ਦੇ ਜਦੋਂ ਮਿਲਿਆ ਨਾ ਸ਼ਿਕਾਰ ਕਰਨ ਰਸਤੇ ਵਿੱਚ, ਬੜਾ ਪ੍ਰੇਮ ਜਿਹਾ ਧਾਰ ਕੇ ਬਾਦਸ਼ਾਹ ਮਹਾਰਾਜ ਨੂੰ ਪੁੱਛਣ ਲੱਗਿਆ ਹੈ। ਸੁਣਿਓ ਜਗਤ ਮਹਿ ਨਾਮ ਤੁਹਾਰਾ। ਵੀ ਮਹਾਰਾਜ ਮੈਂ ਸੁਣਿਆ ਵੀ ਸੰਸਾਰ ਦੇ ਵਿੱਚ ਤੁਹਾਨੂੰ ਸਿੱਖ ਜਿਹੜੇ ਤੁਹਾਡੇ ਇਸ ਤਰ੍ਹਾਂ ਨਾਮ ਜਾ ਲੈਂਦੇ ਰਹਿੰਦੇ ਆ। ਕਹੈ ਸਾਚਾ ਪਾਤਸ਼ਾਹੋ ਉਦਾਰਾ। ਤੁਹਾਨੂੰ ਵੱਡਾ ਸੱਚਾ ਪਾਤਸ਼ਾਹ ਕਹਿੰਦੇ ਸਿੱਖ। ਸੱਚੇ ਪਾਤਸ਼ਾਹ ਜੀ, ਇਹ ਸੱਚੇ ਪਾਤਸ਼ਾਹ, ਬੇਨਤੀ ਹੈ ਇਸ ਤਰ੍ਹਾਂ ਵੀ ਗੱਲ ਨਾਲ ਤੁਹਾਨੂੰ ਚਲੋ ਪਾਤਸ਼ਾਹ ਕਹਿਣ ਸਿੱਖ, ਪਰ ਸੱਚਾ ਪਾਤਸ਼ਾਹ ਕਿਉਂ ਆਖਦੇ ਹਨ? ਗੁਰੂ ਨਾਮ ਤੁਮ ਕੋ ਬਨ ਆਵੈ। ਵੀ ਤੁਹਾਨੂੰ ਤਾਂ ਗੁਰੂ ਕਹਾਉਣਾ ਹੀ ਬਣ ਆਉਂਦਾ। ਵੀ ਠੀਕ ਹੈ, ਤੁਹਾਡਾ ਤਖਤ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਉਹ ਤਖਤ ਤੁਹਾਡੇ ਕੋਲ ਹੈ, ਤੁਹਾਡਾ ਤਖਤ ਤਾਂ ਗੁਰੂ ਦਾ ਤਖਤ ਹੈ, ਪਰ ਇਸ ਗੱਦੀ ਤੇ ਬਹਿ ਕੇ ਸੱਚੇ ਪਾਤਸ਼ਾਹ ਤੁਸੀਂ ਕਿਵੇਂ ਕਹਾ ਸਕਦੇ ਹੋ? ਤੁਹਾਨੂੰ ਤਾਂ ਗੁਰੂ ਕਹਾਉਣਾ, ਮਹਾਂਪੁਰਖ ਸੰਤ ਕਹਾਉਣਾ ਹੀ ਸੋਭਾ ਪਾਉਂਦਾ ਹੈ, ਸੱਚਾ ਪਾਤਸ਼ਾਹ ਨਹੀਂ ਤੁਸੀਂ ਕਹਾ ਸਕਦੇ। ਇਹ ਤੁਹਾਡੇ ਤੇ ਢੁਕਦਾ ਨਹੀਂ ਹੈ। ਜਥਾ ਪ੍ਰਥਮ ਹੀ ਬਿਦ ਕਹਿਵਾਵੈ। ਤੋ ਇਸ ਤਰ੍ਹਾਂ ਜਿਹੜਾ ਕਹਿੰਦਾ ਹੈ ਬਾਦਸ਼ਾਹ ਵੀ ਕਿ ਤੁਸੀਂ ਆਪ ਹੀ ਸਿੱਖਾਂ ਨੂੰ ਕਹਿ ਕੇ ਕਹਾਉਂਦੇ ਹੋ। ਐ ਮਸ਼ਕਰੀ ਜੀ ਕੀਤੀ ਵੀ ਕਿ ਸਿੱਖਾਂ ਨੂੰ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਸੱਚਾ ਪਾਤਸ਼ਾਹ ਕਹੋ। ਤੇ ਫਿਰ ਬਾਦਸ਼ਾਹ ਕਹਿੰਦਾ ਵੀ ਜਿਵੇਂ ਪਹਿਲੇ ਗੁਰੂ 5 ਪਾਤਸ਼ਾਹੀਆਂ ਆਪਦੇ ਆਪ ਨੂੰ ਗੁਰੂ ਸਾਹਿਬ ਕਹਾਉਂਦੇ ਸੀ, ਕੋਈ ਮਹਾਂਪੁਰਖ ਕੋਈ ਸੰਤ ਕਹਿੰਦਾ ਸੀ, ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਜੀ ਕਹਿੰਦੇ ਸਨ, ਤੇ ਤੁਸੀਂ ਹੁਣ ਸੱਚਾ ਪਾਤਸ਼ਾਹ ਕਹਾਉਂਦੇ ਹੋ ਸਾਰੇ ਸੰਸਾਰ ਅੰਦਰ। ਤੁਹਾਨੂੰ ਗੁਰੂ ਕਹਾਉਣਾ ਚਾਹੀਦਾ ਜਿਵੇਂ ਪਹਿਲੇ ਪਾਤਸ਼ਾਹ ਕਹਾਉਂਦੇ ਰਹੇ ਆ। ਸੁਣ ਬੋਲੇ ਸ਼੍ਰੀ ਹਰਗੋਬਿੰਦ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਦਸ਼ਾਹ ਦਾ ਸ਼ੰਕਾ ਸੁਣ ਕੇ ਇਸ ਤਰ੍ਹਾਂ ਬੋਲੇ ਹਨ। ਐਸੇ ਨਾਮ ਜੇ ਕਹਿ ਜਗ ਬ੍ਰਿੰਦ। ਮਹਾਰਾਜ ਕਹਿੰਦੇ ਬਾਦਸ਼ਾਹ ਵੀ ਜੇ ਸੰਸਾਰ ਦੇ ਸਿੱਖ ਜਿਹੜੇ ਆ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੇ ਸ਼ਰਧਾ ਰੱਖਣ ਵਾਲੇ, ਜੇ ਇਹੋ ਜਿਹਾ ਕੋਈ ਨਾਮ ਲੈਂਦੇ ਆ ਸੱਚਾ ਪਾਤਸ਼ਾਹ ਸਾਨੂੰ ਕਹਿੰਦੇ ਹਨ। ਅਰ ਪਹਿ ਭੇਟ ਆਏ ਦਰਸਹਿ। ਤੇ ਦਰਸ਼ਨ ਕਰਦੇ ਆ ਕਰਕੇ ਨਾਨਾ ਤਰ੍ਹਾਂ ਦੀਆਂ ਭੇਟਾਵਾਂ ਸਾਨੂੰ ਭੇਟ ਕਰਦੇ ਹਨ। ਦੂਰ ਦੂਰ ਤੇ ਸੰਗਤ ਐ। ਦੂਰੋਂ ਦੂਰੋਂ ਸੰਗਤਾਂ ਸਾਡੇ ਦਰਸ਼ਨ ਕਰਨ ਜੋ ਆਉਂਦੀਆਂ ਹਨ। ਹਮ ਨਹਿ ਕਿਸ ਕੋ ਕਹਿ ਕਦਾਈ। ਤੇ ਉਹ ਜਦੋਂ ਅਰਦਾਸ ਕਰਦੇ ਸਾਨੂੰ ਸੱਚੇ ਪਾਤਸ਼ਾਹ ਕਹਿੰਦੇ ਆ, ਪਰ ਅਸੀਂ ਮਹਾਰਾਜ ਕਹਿੰਦੇ ਥੋੜਾ ਕਦੇ ਉਹਨਾਂ ਨੂੰ ਕਿਹਾ ਵੀ ਸਾਨੂੰ ਸੱਚੇ ਪਾਤਸ਼ਾਹ ਆਖੋ, ਵੱਡਾ ਨਾ ਹੋਵੇ, ਘਾਟ ਨਾ ਜਾਏ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਵੀ ਅਸੀਂ ਨਹੀਂ ਕਦੇ ਕਿਸੇ ਨੂੰ ਆਖਿਆ ਵੀ ਸਾਨੂੰ ਸੱਚੇ ਪਾਤਸ਼ਾਹ ਆਖੇ ਕੋਈ। ਆਪਹਿ ਨਾਮ ਧਰੈ ਸਮੁਦਾਈ। ਇਸ ਲਈ ਸੰਗਤ ਨੂੰ, ਸਿੱਖਾਂ ਨੂੰ ਜਿਹੋ ਜਿਹਾ ਮਨ ਪਾਉਂਦਾ ਹੈ, ਪ੍ਰੇਮ ਹੈ, ਸ਼ਰਧਾ ਹੈ ਸੰਗਤ ਦੀ, ਉਹ ਜਿਹੋ ਜਿਹਾ ਮਨ ਆਉਂਦਾ ਹੈ ਸੰਗਤਾਂ ਉਹ ਵੈਸਾ ਹੀ ਸਾਨੂੰ ਨਾਮ ਲੈ ਕੇ ਪੁਕਾਰ ਲੈਂਦੀਆਂ ਹਨ, ਯਾਦ ਕਰ ਲੈਂਦੀਆਂ ਹਨ। ਜਹਾਂਗੀਰ ਕੋ ਕਹਿ ਸਮਝਾਇਓ। ਤੋ ਮਹਾਰਾਜ ਨੇ ਇਸ ਤਰ੍ਹਾਂ ਵੀ ਬਹੁਤਾ ਨਹੀਂ ਸਤਿਗੁਰਾਂ ਨੇ ਗੱਲ ਜੀ ਗੌਲੀ ਬਾਦਸ਼ਾਹ ਦੀ, ਬਸ ਇੰਨਾ ਕੁ ਜਵਾਬ ਦਿੱਤਾ ਵੀ ਸੰਗਤ ਕਹਿੰਦੀ ਹੋਏਗੀ ਬਾਦਸ਼ਾਹ, ਅਸੀਂ ਥੋੜ੍ਹਾ ਕਿਸੇ ਨੂੰ ਕਿਹਾ ਵੀ ਸਾਨੂੰ ਸੱਚੇ ਪਾਤਸ਼ਾਹ ਆਖੋ। ਇੰਨਾ ਕੁ ਜਵਾਬ ਹੀ ਮਹਾਰਾਜ ਨੇ ਦਿੱਤਾ। ਬਾਦਸ਼ਾਹ ਨੇ ਸੁਣਿਆ, ਸਮਝਿਆ ਮਹਾਰਾਜ ਦੇ ਬਚਨਾਂ ਨੂੰ। ਤਉ ਨ ਨਿਸਚੇ ਤਿਸ ਉਰ ਆਇਓ। ਪਰ ਬਾਦਸ਼ਾਹ ਨੂੰ ਤਾਂ ਵੀ ਨਿਸ਼ਚਾ ਜਿਹਾ ਨਹੀਂ ਆਇਆ ਵੀ ਮਹਾਰਾਜ ਦਾ ਬਚਨ ਸੁਣ ਕੇ ਤਸੱਲੀ ਨਹੀਂ ਹੋਈ, ਤੇ ਫਿਰ ਵੀ ਮਨ ਵਿੱਚ ਸ਼ੰਕਾ ਹੀ ਕਰਦਾ, ਨਹੀਂ ਇਹਨਾਂ ਨੂੰ ਗੁਰੂ ਕਹਾਉਣਾ ਚਾਹੀਦਾ,
ਸੱਚਾ ਪਾਤਸ਼ਾਹ ਨਹੀਂ ਕਹਾਉਣਾ ਚਾਹੀਦਾ। ਸ਼੍ਰੀ ਗੁਰ ਜਾਨ ਲੀਨ ਮਨ ਤੇ ਕੇਰੀ। ਮਹਾਰਾਜ ਪਾਤਸ਼ਾਹ ਤੋਂ ਕੀ ਛੁਪਿਆ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣ ਗਏ ਵੀ ਬਾਦਸ਼ਾਹ ਦੇ ਮਨ ਵਿੱਚ ਸਾਡਾ ਬਚਨ ਸੁਣ ਕੇ ਅਜੇ ਵੀ ਜਿਹੜਾ ਸ਼ੰਕਾ ਨਿਵਰਤ ਨਹੀਂ ਹੋਇਆ, ਅਜੇ ਵੀ ਇਹਦੇ ਮਨ ਵਿੱਚ ਜਿਹੜੀ ਆ ਤੌਖਲਾ ਸ਼ੰਕਾ ਬਣੀ ਹੋਈ ਹੈ। ਲਖ ਨਹਿ ਸਕਹਿ ਬਿਨ ਲੋਚਨ ਹੇਰੀ। ਤੇ ਸਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਆ? ਜਿੰਨਾ ਸਮਾਂ ਇਹ ਬਾਦਸ਼ਾਹ ਜਹਾਂਗੀਰ ਵੇਖ ਨਹੀਂ ਨਾ ਲੈਂਦਾ ਅੱਖਾਂ ਨਾਲ, ਇਹਨੂੰ ਯਕੀਨ ਨਹੀਂ ਆਉਣਾ ਉਹਨਾਂ ਚਿਰ ਮਹਾਰਾਜ ਨੇ ਮਨ ਵਿੱਚ ਵਿਚਾਰਿਆ ਹੈ। ਵਿਪਨ ਸ਼ਿਕਾਰ ਖੇਲ ਕਰ ਆਏ। ਤੋ ਫਿਰ ਇਸ ਤਰ੍ਹਾਂ ਜੰਗਲ ਵਿੱਚ ਸ਼ਿਕਾਰ ਸਾਰਾ ਦਿਨ ਖੇਡਦੇ ਰਹੇ ਪਾਤਸ਼ਾਹ ਤੇ ਬਾਦਸ਼ਾਹ ਵੀ। ਖੇਡ ਕੇ ਸ਼ਿਕਾਰ ਘਰ ਇੱਧਰ ਮਹਿਲ ਨੂੰ ਆਗਰੇ ਸ਼ਹਿਰ ਨੂੰ ਵਾਪਸ ਮੁੜ ਆਏ ਹੈ। ਧਨ ਤਰ ਕਸ਼ ਕਟ ਖੜਗ ਸੁਹਾਏ। ਹਜ਼ੂਰ ਦੇ ਲੱਕ ਕਮਰ ਕੱਸੇ ਧਨ ਤੇ ਤਰਕਸ਼ ਜਿਹੜਾ ਤੀਰਾਂ ਦਾ ਪੱਥਾ ਸੋਭਾ ਪਾਉਂਦਾ, ਤੇ ਮਹਾਰਾਜ ਦੇ ਲੱਕ ਦੇ ਨਾਲ ਮੀਰੀ ਪੀਰੀ ਦੇ ਦੋ ਸ਼ਾਸਤਰ ਤੇਗੇ ਸ਼ੋਭਦੇ ਹਨ। ਸੰਗਤ ਅਧਿਕ ਆਗਰੇ ਨਗਰ। ਜਦੋਂ ਆਗਰੇ ਦੀ ਸੰਗਤ ਨੂੰ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਦਿੱਲੀੋਂ ਇੱਥੇ ਆਗਰੇ ਪਹੁੰਚ ਗਏ ਹੈ, ਜਿੰਨੀ ਆਗਰੇ ਦੀ ਕੋ ਸੰਗਤ ਹੈ, ਹਿਤ ਗੁਰ ਦਰਸ਼ਨ ਆਏ ਸਗਰ। ਸਾਰਾ ਆਗਰਾ ਨਗਰ ਜਿੰਨੇ ਗੁਰੂ ਪਾਤਸ਼ਾਹ ਦੀ ਸ਼ਰਧਾ ਰੱਖਣ ਵਾਲੇ ਸਿੱਖ ਮਾਈ ਭਾਈ ਸੰਗਤਾਂ ਹਜ਼ੂਰ ਦੇ ਦਰਸ਼ਨਾਂ ਨੂੰ ਪਹੁੰਚੀਆਂ ਹਨ। ਉੱਤਮ ਅਨੇਕ ਅਕੋਰਨ ਲਿਆਏ। ਤੇ ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਚੁਣ ਚੁਣ ਕੇ ਵਧੀਆ ਭੇਟਾਵਾਂ ਮਹਾਰਾਜ ਵਾਸਤੇ ਸੰਗਤ ਲਿਆਉਂਦੀ ਹੈ। ਪੰਚਾਮ੍ਰਿਤ ਕਰ ਕੈ ਸਮੁਦਾਏ। ਪਰ ਨਾਲ ਹੀ ਆਗਰੇ ਦੀਆਂ ਸੰਗਤਾਂ ਪੰਚਰਾਂ ਅੰਮ੍ਰਿਤ ਕੜਾ ਪ੍ਰਸ਼ਾਦੀ ਦੇਗ ਵੀ ਸਜਾ ਘਰੋਂ ਲਿਆਉਂਦੀਆਂ ਹਨ। ਮਨੋ ਕਾਮਨਾ ਜਿਮ ਕਰ ਆਵੈ। ਜਿਵੇਂ ਕਹਿੰਦੇ ਮਨੋ ਕਾਮਨਾਵਾਂ ਕਿਸੇ ਦੀ ਆਉਂਦੀ ਆ ਮਨ ਵਿੱਚ, ਕੋਈ ਕਿਹੋ ਜਿਹਾ ਮਨ ਵਿੱਚ ਜਿਸ ਕਿਸੇ ਦੇ ਫੁਰਨਾ ਹੁੰਦਾ ਸੀ, ਦਰਸ਼ਨ ਕਰੇ ਗੁਰੂ ਕੇ ਪਾਵੈ। ਤੇ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਤੇ ਦਰਸ਼ਨ ਕਰਨ ਮਾਤਰ ਹੀ ਸੰਗਤਾਂ ਦੇ ਜਿਹੜੇ ਸੰਕਲਪ ਪੂਰੇ ਹੋਈ ਜਾਂਦੇ ਆ। ਜਿਹੋ ਜਿਹੀ ਕੋਈ ਆਸ ਰੱਖ ਕੇ ਮਹਾਰਾਜ ਦੇ ਦਰਸ਼ਨ ਕਰਦਾ ਹੈ, ਦਰਸ਼ਨ ਕਰਦਿਆਂ ਹੀ ਉਸ ਸਿੱਖ ਦੀ ਜਿਹੜੀ ਵੈ ਮਾਣ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇਹ, ਉਹ ਸਾਰੀਆਂ ਇੱਛਾਵਾਂ ਮਹਾਰਾਜ ਦੇ ਦਰਸ਼ਨਾਂ 'ਚੋਂ ਪੂਰੀਆਂ ਹੋਈ ਜਾਂਦੀਆਂ ਨੇ। ਸੁੰਦਰ ਡੀਲ ਬਿਲੰਦ ਸੁਸ਼ੀਲਾ। ਮਹਾਰਾਜ ਦਾ ਸਰੂਪ ਸੰਗਤ ਵੇਖਦੀ ਬੜਾ ਹੀ ਸੁੰਦਰ ਹੈ। ਆਗਰੇ ਵਾਲੀ ਸੰਗਤ ਵੀ ਵੇਖ ਵੇਖ ਕੇ ਤੇ ਮੋਹੀ ਗਈ ਹੈ। ਬੜਾ ਡੀਲ ਡੌਲ ਭਾਰਾ ਤਗੜਾ ਸਰੀਰ ਤੇ ਸੁਸ਼ੀਲ ਸੁਭਾਅ ਮਹਾਰਾਜ ਦਾ, ਹਸੂ ਹਸੂ ਕਰਦਾ ਚਿਹਰਾ ਹੈ। ਮੁਖ ਮੰਡਲ ਜਨ ਚੰਦ ਛਬੀਲਾ। ਜਿਵੇਂ ਜਿਵੇਂ ਕਿਤੇ ਸਾਧ ਸੰਗਤ ਜੀ ਪੁੰਨਿਆਂ ਦਾ ਚੰਦ ਹੁੰਦਾ ਨਾ, ਛਵੀ ਦਾ ਘਰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇਤਨਾ ਸੁੰਦਰ ਚਿਹਰਾ ਹੈ, ਬੜਾ ਪ੍ਰਤਾਪੀ। ਭੁਜਾ ਪ੍ਰਲੰਬਤ ਆਯੁਤ ਛਾਤੀ। ਲੰਮੀਆਂ ਲੰਮੀਆਂ ਬਾਹਾਂ, ਚੌੜੀ ਉੱਪਰ ਨੂੰ ਉੱਭਰੀ ਹੋਈ ਮਹਾਰਾਜ ਦੀ ਛਾਤੀ ਹੈ। ਦਿਪਤ ਦਸਨ ਜਨ ਹੀਰਨ ਪਾਂਤੀ। ਤੇ ਹਜ਼ੂਰ ਦੇ ਜਿਹੜੇ ਦੰਦ ਹੈ, ਕਵੀ ਜੀ ਕਹਿੰਦੇ ਇਸ ਤਰ੍ਹਾਂ ਸੰਗਤਾਂ ਵੇਖਦੀਆਂ ਜਿਵੇਂ ਕਿਤੇ ਹੀਰਿਆਂ ਦੀ ਲੜੀ ਜੜੀ ਹੁੰਦੀ, ਐਨ ਸੋਭਾ ਪਾਉਂਦੇ ਇੱਕਸਾਰ। ਕਿਰਪਾ ਭਰੇ ਅਰਬਿੰਦ ਬਿਲੋਚਨ। ਤੇ ਮਹਾਰਾਜ ਦੇ ਕੰਵਲ ਜਿਹੜੇ ਨੇਤਰ ਕੰਵਲ ਹੈ, ਉਹਨਾਂ ਦੇ ਵਿੱਚ ਕਿਰਪਾ ਭਰੀ ਹੋਈ ਹੈ, ਦਇਆ ਮਿਹਰ ਡੁੱਲ ਡੁੱਲ ਪੈਂਦੀ ਹੈ। ਵਿਖ ਹੈ ਕਟਾਖਣ ਬੰਧਨ ਮੋਚਨ। ਬਸ ਕਟਾਕਸ਼ ਮਾਤਰ ਹੀ ਕਿਤੇ ਮਹਾਰਾਜ ਟੇਢੀ ਨਜ਼ਰ ਨਾਲ ਜਿੱਧਰ ਵੀ ਮਾੜਾ ਜਿਹਾ ਵੇਖ ਲੈਂਦੇ ਆ, ਉਸੇ ਜੀਵ ਦੇ ਜਿੰਨੇ ਕਰਤਾ ਭੋਗਤਾ ਹੰਗਤਾ ਮਮਤਾ ਬੰਧਨ ਹੈ, ਸਾਰੇ ਕੱਟੇ ਜਾਂਦੇ ਆ। ਇਤਿਆਦਿਕ ਸੁੰਦਰਤਾ ਸਾਰੀ। ਤੋ ਇਸ ਤੋਂ ਆਦਿਕ ਬੜੀ ਸੁੰਦਰਤਾ ਸਤਿਗੁਰਾਂ ਦੇ ਸਾਰੇ ਸਰੀਰ ਦੀ। ਮਹਾਰਾਜ ਕੇ ਲੱਛਣ ਭਾਰੀ। ਜਿਵੇਂ ਕੋ ਮਹਾਰਾਜਾ ਹੁੰਦਾ ਨਾ, ਚੱਕਰਵਰਤੀ ਬਾਦਸ਼ਾਹ ਦੇ ਸਰੀਰ ਦੇ ਲੱਛਣ ਹੁੰਦੇ ਆ, ਗਰੀਬ ਨਵਾਜ ਮਹਾਰਾਜ ਦੇ ਸਰੀਰ ਤੇ ਰਾਜਿਆਂ ਮਹਾਰਾਜਿਆਂ ਵਾਲੇ ਬੜੇ ਸੁੰਦਰ ਲੱਛਣ ਹਨ। ਕਰ ਦਰਸ਼ਨ ਸੰਗਤ ਹਰ ਖਾਵੈ। ਸੰਗਤ ਹਜ਼ੂਰ ਦੇ ਦਰਸ਼ਨ ਕਰ ਕਰ ਬਹੁਤ ਪ੍ਰਸੰਨ ਹੁੰਦੀ ਹੈ। ਜੋਧਾ ਗੁਰੂ ਬਿਲੰਦ ਸੁਹਾਵੈ। ਕਿਉਂਕਿ ਜੋਧੇ ਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ, ਬੜਾ ਤਗੜਾ ਸਰੀਰ ਸ਼ਾਸਤਰ ਧਾਰੀ ਹੈ, ਬੜੇ ਹੀ ਸੋਭਾ ਪਾਉਂਦੇ ਸੋਹਣੇ ਲੱਗਦੇ ਆ। ਇਹ ਘਲ ਲਹਿੰਗੇ ਕਬ ਘਮਸਾਨਾ। ਸੰਗਤ ਇੱਕ ਦੂਜੇ ਨਾਲ ਗੱਲਾਂ ਕਰਦੀ ਵੀ ਐਡਾ ਤਗੜਾ ਸਰੀਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਕਿੰਨੇ ਜਰਵਾਣੇ ਜਵਾਨ ਹੈ। ਤੇ ਅਸੀਂ ਵੇਖਾਂਗੇ ਕਦੋਂ ਉਹ ਸਮਾਂ ਆਵੇਗਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਦਾ ਮੈਦਾਨ ਭਖਾਉਣਗੇ, ਜਦੋਂ ਭਾਰੀ ਜੰਗ ਯੁੱਧ ਕਰਿਆ ਕਰਨਗੇ। ਮਹਾਬੀਰ ਕਰ ਹੈ ਰਿਪਹਾਨਾ। ਕਿਉਂਕਿ ਬੜੇ ਬਲੀ ਹੈ, ਸੂਰਮੇ ਹੈ। ਕਿਹੜਾ ਵੇਲਾ ਹੋਵੇਗਾ ਜਦੋਂ ਅਸੀਂ ਇਹਨਾਂ ਨੂੰ ਵੇਖਾਂਗੇ ਯੁੱਧ ਕਰਦਿਆਂ ਨੂੰ,
ਤੇ ਦੁਸ਼ਮਣ ਨੂੰ, ਪਾਪੀਆਂ ਨੂੰ ਜੰਗ ਦੇ ਮੈਦਾਨ ਵਿੱਚ ਗਾਲਿਆ ਕਰਨਗੇ। ਇਤਿਆਦਿਕ ਜਸ ਕੋ ਬਿਸਤਾਰੈ। ਇਸ ਤਰ੍ਹਾਂ ਦੇ ਸਾਧ ਸੰਗ ਦੀ ਬਚਨ ਸੰਗਤਾਂ ਕਰਦੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਨੂੰ ਸਭ ਪਾਸੇ ਫੈਲਾ ਰਹੀਆਂ ਹਨ। ਬਾਰ ਬਾਰ ਗੁਰ ਰੂਪ ਤੇ ਨਿਹਾਰੈ। ਵਾਰ-ਵਾਰ ਜਿਹੜਾ ਆ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਕਰ ਕਰ ਰੱਜਦਾ ਨਹੀਂ, ਪੁਨਾ ਪੁਨਾ ਵਾਰ-ਵਾਰ ਹਜ਼ੂਰ ਦੇ ਦਰਸ਼ਨ ਸੰਗਤ ਕਰ ਰਹੀ। ਕੁਸ਼ਲ ਪ੍ਰਸ਼ਨ ਗੁਰ ਸਭ ਸੋ ਕਰੈ। ਜਿਹੜਾ ਵੀ ਆਉਂਦਾ ਹੈ ਮਹਾਰਾਜ ਸਾਰਿਆਂ ਨੂੰ ਪਰਿਵਾਰਾਂ ਦੀ ਰਾਜੀ ਖੁਸ਼ੀ, ਹੋਰ ਕੋਈ ਜਿਹੜੇ ਪਰਮਾਰਥ ਦਾ ਉਪਦੇਸ਼ ਜਥਾ ਵੀ ਕੋਈ ਅਧਿਕਾਰੀ ਹੁੰਦਾ ਹੈ, ਮਹਾਰਾਜ ਸਾਰੀ ਸੰਗਤ ਨਾਲ ਬਚਨ ਬਿਲਾਸ ਕਰਦੇ ਹੈ, ਰਾਜੀ ਖੁਸ਼ੀ ਪੁੱਛਦੇ ਹਨ। ਕਿਰਪਾ ਦ੍ਰਿਸ਼ਟ ਦਾਸਣ ਪਰ ਧਰੈ। ਤੇ ਦਾਸਾਂ ਸੇਵਕਾਂ ਤੇ ਮਿਹਰ ਭਰੀ ਦ੍ਰਿਸ਼ਟੀ ਬੜੀ ਮਾਰਦੇ ਰੱਖਦੇ ਹਨ। ਨਿਕਟ ਨਿਕਟ ਕੇ ਪੁਰ ਅਰ ਗ੍ਰਾਮੂ। ਕਵੀ ਜੀ ਕਹਿੰਦੇ ਆਗਰੇ ਸ਼ਹਿਰ ਦੇ ਲਾਗੇ ਲਾਗੇ ਜਿੰਨੇ ਛੋਟੇ ਪਿੰਡ ਤੇ ਵੱਡੇ ਨਗਰ ਸਨ, ਆਵੈ ਸੁਣਤ ਸੋ ਜਸ ਅਭਿਰਾਮੂ। ਮਹਾਰਾਜ ਦੀ ਵਡਿਆਈ ਸੁਣ ਸੁਣ ਕੇ ਰੋਜ਼ ਹੀ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦੀਆਂ। ਅੱਜ ਨਾਲੋਂ ਕੱਲ ਨਾਲੋਂ ਪਰਸੋਂ ਸੰਗਤ ਵੱਧਦੀ ਜਾਂਦੀ ਹੈ। ਸਿੱਖ ਸੈਂਕੜੇ ਬਨਹਿ ਨਵੀਨ। ਤੇ ਨਵੇਂ ਸਿੱਖ ਬੜੇ ਬਣ ਰਹੇ ਆ। ਦੂਜੇ ਪੰਥ ਨੂੰ ਛੱਡ ਛੱਡ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖੀ ਬਹੁਤ ਲੋਕ ਧਾਰ ਰਹੇ ਹਨ। ਲੋਕ ਪ੍ਰਲੋਕ ਸ਼੍ਰੇਯ ਕੋ ਚੀਨ। ਕਿਉਂਕਿ ਜਿਹੜੇ ਲੋਕ ਕੋਈ ਇਸ ਲੋਕ ਦੀ ਤੇ ਪਰਲੋਕ ਦੀ ਸ਼੍ਰੇਯ ਕਹੀਏ ਮੁਕਤੀ ਚਾਹੁੰਦੇ ਆ, ਇਸ ਲੋਕ ਵਿੱਚ ਬੰਧਨਾਂ ਤੋਂ ਮੁਕਤੀ ਤੇ ਪਰਲੋਕ ਦੇ ਵਿੱਚ ਜਿਹੜੀ ਹੈ ਉਹ ਸੱਚਖੰਡ ਦਾ ਵਾਸਾ ਚਾਹੁੰਦੇ ਆ, ਪਰਲੋਕ ਦੀ ਮੁਕਤੀ ਚਾਹੁੰਦੇ ਆ ਜਿਹੜੇ ਜਿਹੜੇ ਜੀਵ ਮਨ ਦੇ ਵਿੱਚ। ਦਿਨ ਪ੍ਰਤ ਰਹਿਤ ਅਧਿਕ ਹੀ ਮੇਲੇ। ਉਹ ਮਹਾਰਾਜ ਦੇ ਸਿੱਖ ਬਣਦੇ ਜਾਂਦੇ ਆ ਦਿਨ ਪ੍ਰਤ ਦਿਨ। ਕਵੀ ਜੀ ਕਹਿੰਦੇ ਰੋਜ਼ ਹੀ ਮਹਾਰਾਜ ਦੇ ਪਾਸ ਮੇਲਾ ਹੀ ਰਹਿੰਦਾ ਸੰਗਤ ਦਾ। ਸੰਗਤ ਦਿਨ ਬਰ ਦਿਨ ਵੱਧਦੀ ਜਾਂਦੀ ਹੈ। ਦਰਸ਼ਨ ਕਰ ਕਰ ਹੋਏ ਸੁਹੇਲੇ। ਹਜ਼ੂਰ ਦੇ ਦਰਸ਼ਨ ਕਰ ਕਰਕੇ ਸਾਰੇ ਹੀ ਸੌਖੇ ਹੋਈ ਜਾਂਦੇ ਆ, ਸਭ ਦੇ ਮਨ ਸ਼ਾਂਤ ਹੋ ਜਾਂਦੇ ਹਨ। ਮਨੋ ਕਾਮਨਾ ਗੁਰ ਤੇ ਪਾਵੈ। ਤੇ ਮਹਾਰਾਜ ਦੇ ਦਰਸ਼ਨ ਕਰਨ ਮਾਤਰ ਹੀ ਹਜ਼ੂਰ ਦੇ ਦਰਸ਼ਨਾਂ ਦੇ ਵਿੱਚੋਂ ਮਨੋ ਕਾਮਨਾਵਾਂ ਭਾਵਨਾਵਾਂ ਪ੍ਰਾਪਤ ਹੋ ਰਹੀਆਂ ਹਨ। ਜਹ ਕਹਿ ਗਮਨਹਿ ਜਸ ਬਿਦਤਾਵੈ। ਤੇ ਜਿਹੜੀ ਸੰਗਤ ਹਜ਼ੂਰ ਦੇ ਦਰਸ਼ਨ ਕਰਕੇ ਜਾਂਦੀ ਆਪਣੇ ਪਿੰਡਾਂ ਨੂੰ, ਨਗਰਾਂ ਨੂੰ, ਉਹ ਜਾ ਕੇ ਉੱਥੇ ਵੀ ਫਿਰ ਬੜੀ ਸ਼ੋਭਾ ਗਾਉਂਦੇ ਕਿ ਭਾਈ ਮਨ ਵਿੱਚ ਆ ਫੁਰਨਾ ਲੈ ਕੇ ਗਏ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਤੇ ਜਦੇ ਹੀ ਪੂਰਾ ਹੋ ਗਿਆ। ਉਹ ਮਹਾਰਾਜ ਦੀ ਸ਼ੋਭਾ ਹੋਰ ਪਿੰਡਾਂ ਨਗਰਾਂ ਵਿੱਚ ਘਰਾਂ ਵਿੱਚ ਜਾ ਕੇ ਕਰਦੇ ਆ। ਬਾਹਰੋਂ ਇੱਕ ਦਿਨ ਚੜ੍ਹੇ ਸ਼ਿਕਾਰ। ਉਹ ਇਸ ਤਰ੍ਹਾਂ ਸਮਾਂ ਮਹਾਰਾਜ ਆਗਰੇ ਦੀ ਧਰਤੀ ਤੇ ਬਤੀਤ ਕੀਤਾ। ਇੱਕ ਦਿਨ ਦੀ ਗੱਲ ਕਵੀ ਜੀ ਕਹਿੰਦੇ ਆ, ਪਾਤਸ਼ਾਹ ਗੁਰੂ ਗਰੀਬ ਨਵਾਜ ਸ਼ਿਕਾਰ ਤੇ ਚੜ੍ਹ ਕੇ ਗਏ ਆ। ਜਹਾਂਗੀਰ ਹਵੈ ਕਰ ਅਸਵਾਰ। ਤੇ ਨਾਲ ਬਾਦਸ਼ਾਹ ਜਹਾਂਗੀਰ ਵੀ ਹਜ਼ੂਰ ਦੇ ਨਾਲ ਆਪਣੇ ਘੋੜੇ ਤੇ ਅਸਵਾਰ ਹੈ। ਕਹਿ ਕਰ ਸਤਿਗੁਰ ਸੰਗ ਚੜ੍ਹਾਏ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਦਸ਼ਾਹ ਜਹਾਂਗੀਰ ਨੇ ਕਹਿ ਕੇ ਵੀ ਮਹਾਰਾਜ ਮੈਂ ਸ਼ਿਕਾਰ ਕਰਨ ਜਾ ਰਹੇ ਹਾਂ, ਸੱਚੇ ਪਾਤਸ਼ਾਹ ਜੀ ਮੇਰੀ ਇੱਛਾ ਆਪ ਵੀ ਮੇਰੇ ਨਾਲ ਚੱਲੋ। ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਲਿਆ ਹੈ। ਹੈਣ ਕੁਦਾਵਤ ਚੱਲੇ ਅਗਾਏ। ਤੋ ਗਰੀਬ ਨਵਾਜ ਚੜ੍ਹ ਕੇ ਘੋੜੇ ਨੂੰ ਕਦਾਉਂਦੇ ਹੋਏ ਤੇ ਅੱਗੇ ਲੱਗ ਤੁਰੇ ਹਨ। ਸ਼੍ਰੀ ਹਰਗੋਬਿੰਦ ਦੂਸਰ ਸ਼ਾਹੂ। ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਚੱਲੇ ਘੋੜੇ ਤੇ ਚੜ੍ਹੇ ਹੋਏ, ਦੂਜਾ ਘੋੜਾ ਜਿਸ ਉੱਪਰ ਬਾਦਸ਼ਾਹ ਜਹਾਂਗੀਰ ਅਸਵਾਰ ਹੈ। ਦੋਨਾਂ ਅਸ ਪਰ ਗਮਨ ਤਰਾਹੂ। ਤੇ ਇਥੋਂ ਆਗਰੇ ਤੋਂ ਸੰਘਣੇ ਜੰਗਲ ਵਾਲੇ ਪਾਸੇ ਤੁਰ ਪਏ ਹਨ। ਕਾਨਨ ਚੱਲੇ ਜਾਤ ਉਤਸ਼ਾਹੂ। ਬੜੇ ਉਤਸ਼ਾਹ ਤੇ ਪ੍ਰੇਮ ਨਾਲ ਸੱਚੇ ਪਾਤਸ਼ਾਹ ਜੀ ਪੂਰੀ ਮੌਜ ਵਿੱਚ ਜੰਗਲ ਵਿੱਚ ਸੰਘਣੇ ਜੰਗਲ ਵੱਲ ਤੁਰੇ ਜਾ ਰਹੇ ਹਨ। ਭਨਤ ਸੁਨਤ ਬਚ ਆਪ ਸਮਾਹੂ। ਬਾਦਸ਼ਾਹ ਜਹਾਂਗੀਰ ਮਹਾਰਾਜ ਨੇ ਬੜੇ ਬਚਨ ਬਿਲਾਸ ਕਰਦਾ ਹੈ। ਹਜ਼ੂਰ ਨਾਲ ਦੀ ਨਾਲ ਹਾਜ਼ਰ ਜਵਾਬ ਹੈ, ਉੱਤਰ ਦੇ ਦਿੰਦੇ ਆ। ਇਸ ਤਰ੍ਹਾਂ ਬੜੇ ਤਰ੍ਹਾਂ ਦੇ ਬਚਨ ਬਿਲਾਸ ਹੁੰਦੇ ਜਾਂਦੇ ਹਨ। ਜਹਾਂ ਮ੍ਰਿਗਨ ਕੋ ਅਧਿਕ ਬਸੇਰੇ। ਜਿੱਥੇ ਬਹੁਤੇ ਮਿਰਗ ਰਹਿੰਦੇ ਆ ਕੋਈ ਪਾਣੀ ਵਾਲੀ ਜਗ੍ਹਾ ਦੇ ਉੱਪਰ। ਲੀਏ ਜਾਤ ਭੇਤੀ ਜੇ ਅਗੇਰੇ। ਜਿਹੜੇ ਜੰਗਲ ਦੇ ਕੋਈ ਭੇਤੀ ਹੁੰਦੇ ਆ ਨਾ, ਬਾਦਸ਼ਾਹ ਨੂੰ ਉਧਰ ਲਈ ਜਾਂਦੇ ਵੀ ਬਾਦਸ਼ਾਹ ਇਸ ਪਾਸੇ ਜ਼ਿਆਦਾ ਹੀ ਹਰਨ ਰਹਿੰਦੇ, ਪਾਣੀ ਦਾ ਜ਼ਿਆਦਾ ਉੱਥੇ ਪਹਿਰਾ। ਤੋ ਜਿਹੜੇ ਭੇਤੀ ਹੁੰਦੇ ਜੰਗਲ ਵਿੱਚ ਰਹਿਣ ਵਾਲੇ ਕੋਈ ਸੂਈਏ ਹੁੰਦੇ ਆ,
ਉਹ ਬਾਦਸ਼ਾਹ ਜਹਾਂਗੀਰ ਨੂੰ ਉਸ ਪਾਸੇ ਲਈ ਜਾਂਦੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਨਾਲ ਜਾ ਰਹੇ ਹਨ। ਕੂਕਰ ਚੀਤੇ ਬਾਜ ਕਨੇਰੇ, ਬੜੇ ਕੁੱਤੇ ਸ਼ਿਕਾਰੀ ਬਾਦਸ਼ਾਹ ਨੇ ਰੱਖੇ ਹੋਏ, ਕੋਈ ਚਿਤਰੇ ਆਦਿਕ ਜਿਹੜੀਆਂ ਬਾਜਾਂ ਦੀਆਂ ਨਸਲਾਂ ਹੋਰ। ਬਹਿਰੀ ਜੁਰਰੇ ਬੇਗ ਬਡੇਰੇ, ਜੁਰਰੇ ਨਾਮ ਦੀ ਨਸਲ ਬਾਜ ਦੀ, ਬਹਿਰੀ ਤੇ ਹੋਰ ਵੱਡੇ ਜਿਹੜੇ ਕੋ ਪੰਛੀ ਤੇਜ ਉੱਡਣ ਵਾਲੇ ਐ। ਸੰਗ ਬਾਵਰੈ ਲੇਤ ਸਿਧਾਏ, ਉਹ ਇਸ ਤਰ੍ਹਾਂ ਜਿਹੜੇ ਕੋਈ ਸ਼ਿਕਾਰੀ ਹੁੰਦੇ ਜਾਲ ਪਾਉਣ ਵਾਲੇ, ਉਹ ਵੀ ਨਾਲ ਲਏ ਹੋਏ ਬਾਦਸ਼ਾਹ ਨੇ, ਤੁਰੇ ਜਾ ਰਹੇ ਹਨ। ਜਾਏ ਪ੍ਰਵੇਸ਼ੇ ਬਨ ਸਮੁਦਾਏ, ਸਾਰੇ ਰਲ ਕੇ ਤੁਰੇ ਤੇ ਸੰਘਣੇ ਝਿੜੀ ਵਿੱਚ ਜੰਗਲ ਵਿੱਚ ਜਾ ਪਹੁੰਚੇ ਹਨ। ਸਤਿਗੁਰ ਅਰ ਹਜ਼ਰਤ ਇੱਕ ਸੰਗ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਦਸ਼ਾਹ ਬਿਲਕੁਲ ਲਾਗੇ ਰਹਿੰਦਾ। ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਨਾਲ ਬਾਦਸ਼ਾਹ ਜਿਹੜਾ ਘੋੜੇ ਦੇ ਉੱਪਰ ਚੜ੍ਹਿਆ ਆ ਰਿਹਾ ਹੈ। ਕਰੈ ਤਵਾਵਣ ਬੇਗ ਤੁਰੰਗ, ਤੇ ਘੋੜੇ ਧਵਾਏ ਜਾ ਰਹੇ ਆ, ਚੁੰਗੀਆਂ ਭਰਾਈਆਂ ਜਾ ਰਹੀਆਂ ਹਨ ਤੇਜ਼ੀ ਨਾਲ। ਬਨ ਕੇ ਜੀਵ ਘੇਰ ਕਰ ਮਾਰਹਿ, ਤੇ ਜਿਹੜੇ ਜੰਗਲ ਦੇ ਜੀਵ ਹੈ ਉਹਨਾਂ ਦਾ ਸੰਘਾਰ ਕੀਤਾ ਜਾ ਰਿਹਾ, ਰਲ ਕੇ ਸ਼ਿਕਾਰ ਖੇਡਿਆ ਜਾ ਰਿਹਾ ਹੈ। ਨਿਕ ਸਹਿ ਅਗਰ ਨ ਜੀਅਤ ਸਿਧਾਰਹਿ, ਤੇ ਜਿਹੜਾ ਜੀਵ ਜਾਂ ਕੋਈ ਸ਼ੇਰ ਜਾਂ ਕੋਈ ਬਘਿਆੜ ਆਦਿਕ ਕੋਈ ਵੀ ਭੱਜ ਕੇ ਲੰਘਦਾ ਹੈ ਹਜ਼ੂਰ ਦੇ ਘੋੜੇ ਵਾਂਗੂ, ਉਹ ਬਚ ਨਹੀਂ ਪਾਉਂਦਾ ਮਹਾਰਾਜ ਦੇ ਨਿਸ਼ਾਨੇ ਤੋਂ। ਤੀਰਨ ਸੰਗ ਐਂਚ ਗੁਰ ਹਨੇ, ਗਰੀਬ ਨਵਾਜ ਦਾ ਤੀਰ ਦਾ ਬਹੁਤ ਨਿਸ਼ਾਨਾ ਹੈ, ਜਿੱਧਰ ਮਨ ਪਾਉਂਦਾ ਹੈ ਸਿੰਨ ਕੇ ਮਾਰਦੇ ਤੇ ਦੂਰੋਂ ਵੀ ਸ਼ਿਕਾਰ ਦੇ ਜਾ ਵੱਜਦਾ ਹੈ। ਜਹਾਂਗੀਰ ਸੰਘਾਰਤ ਕਨੇ, ਤੇ ਜਹਾਂਗੀਰ ਨੇ ਵੀ ਅੱਜ ਮਹਾਰਾਜ ਦੇ ਨਾਲ ਰਲ ਕੇ ਸ਼ਿਕਾਰ ਖੇਡਿਆ ਬਹੁਤ ਭਾਰਾ ਹੀ। ਸਵਾਨ ਗਹਿ ਅਰ ਚੀਤੇ ਛੋਰਹਿ, ਸਵਾਨ ਜਿਹੜੇ ਵੈ ਸ਼ਿਕਾਰੀ ਕੁੱਤੇ ਵੀ ਛੱਡੇ ਜਾ ਰਹੇ ਹੈ। ਇਸ ਤੋਂ ਇਲਾਵਾ ਜਿਹੜੇ ਚਿਤਰੇ ਸਨ ਉਹ ਵੀ ਛੱਡੇ ਜਾ ਰਹੇ ਹਨ। ਜਾਣ ਨ ਦੇਤ ਫਾਂਦ ਕਰ ਦੌਰਹਿ, ਤੇ ਜਿਹੜੇ ਕੋਈ ਹੁੰਦੇ ਐ ਜਾਲ ਪਾਉਣ ਵਾਲੇ ਸ਼ਿਕਾਰੀ, ਉਹ ਵੀ ਨਾਲ ਹਨ ਮਨੁੱਖ, ਉਹ ਜਾਲ ਪਾ ਰਹੇ ਐ, ਫਾਂਦ ਫਾਂਦ ਕੇ ਵਾਪਸ ਨਹੀਂ ਜਾਣ ਦੇ ਰਹੇ। ਇਸ ਬਿਧ ਕਰ ਅਖੇਰ ਕੋ ਨਾਨਾ, ਕਵੀ ਜੀ ਕਹਿੰਦੇ ਅੱਜ ਦੇ ਦਿਨ ਇਸ ਤਰ੍ਹਾਂ ਬਹੁਤ ਭਾਰੀ ਸ਼ਿਕਾਰ ਮਹਾਰਾਜ ਸਤਿਗੁਰਾਂ ਦੇ ਨਾਲ ਜਹਾਂਗੀਰ ਬਾਦਸ਼ਾਹ ਸਾਰੀ ਫੌਜ ਨੇ ਕੀਤਾ ਹੈ। ਪਿਖਹਿ ਤਮਾਸੋ ਕਰਤ ਪਿਆਨਾ, ਉਹ ਮਹਾਰਾਜ ਇਸ ਤਰ੍ਹਾਂ ਤਮਾਸ਼ਾ ਕਰਦੇ ਹੋਏ, ਕੌਤਕ ਕਰਦੇ ਹੋਏ ਪਿਛਾਂ ਨੂੰ ਮੁੜ ਰਹੇ ਹਨ। ਬਾਹਰ ਭਈ ਤੀਛਨ ਵੱਡ ਕਾਮ, ਇੰਨੇ ਨੂੰ ਦੁਪਹਿਰਾ ਹੋ ਗਿਆ, ਅੰਮ੍ਰਿਤ ਵੇਲੇ ਗਏ ਸਨਗੇ ਤੇ ਬਹੁਤ ਭਾਰੀ ਦੁਪਹਿਰਾ ਹੋਣ ਕਰਕੇ ਗਰਮੀ ਦੇ ਦਿਨ ਸਨਗੇ। ਚਾਹਤ ਉਤਰਨ ਹਿਤ ਵਿਸਰਾਮ, ਬਾਦਸ਼ਾਹ ਵੀ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਤੇ ਸਾਰੀ ਫੌਜ ਵੀ ਚਾਹੁੰਦੀ ਹੈ ਵੀ ਹੁਣ ਵਿਸ਼ਰਾਮ ਕੀਤਾ ਜਾਵੇ ਕਿਤੇ ਉਤਰ ਕੇ। ਬਨ ਕੋ ਛੋਰਤ ਹਟੇ ਪਿਛੇਰੇ, ਇਸ ਲਈ ਜੰਗਲ ਸੰਘਣਾ ਛੱਡ ਕੇ ਤੇ ਪਛਾਂ ਵਾਲੇ ਪਾਸੇ ਨੂੰ ਮੁੜ ਪਏ ਸਾਰੇ। ਹੇਰਤ ਛਾਇਆ ਸਘਨ ਕਨੇਰੇ, ਫਿਰ ਲੱਭੀ ਕਿਤੇ ਸੰਘਣੇ ਰੁੱਖ ਦੀ ਜਿਹੜੀ ਛਾਂ ਹੋਵੇ। ਦੇਖ ਸਥਾਨ ਰੁਚਿਰ ਤਰ ਤਰੇ, ਬੜੀ ਸੁੰਦਰ ਜਗ੍ਹਾ, ਸੰਘਣੇ ਰੁੱਖਾਂ ਦੀ ਛਾਂ, ਠੰਡੀ ਜਗ੍ਹਾ ਵੇਖ ਕੇ ਸਭ ਫੌਜ ਬਾਦਸ਼ਾਹ ਜਹਾਂਗੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਆਪਣੇ ਸੈਨਿਕਾਂ ਦੇ ਨਾਲ ਉਤਰ ਪਏ ਹਨ। ਉਤਰਿਓ ਸ਼ਾਹੋ ਖੇਦ ਪਰ ਹਰੇ, ਤੇ ਆ ਥਕਾਵਟ ਜੀ ਦੂਰ ਕਰਨ ਵਾਸਤੇ ਬਾਦਸ਼ਾਹ ਜਹਾਂਗੀਰ ਨੇ ਵੀ ਆਪਣਾ ਤੰਬੂ ਜਿਹਾ ਤਾਣ ਲਿਆ ਹੈ। ਤਿਸ ਤੇ ਕਿਤਕ ਦੂਰ ਗੁਰ ਥਿਰੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣਾ ਤੰਬੂ ਅਲੱਗ ਲਾਇਆ। ਸਤਿਗੁਰਾਂ ਨੇ ਪਰਦਾ ਜਿਹਾ ਕਰਵਾ ਕੇ ਸਿੱਖਾਂ ਤੋਂ ਇੱਕ ਸੰਘਣੇ ਰੁੱਖ ਦੀ ਛਾਵੇਂ ਆਪ ਪੜਾ ਕੀਤਾ ਹੈ। ਤਰੇ ਤਰੋਵਰ ਕੇ ਸੁਖ ਕਰੇ, ਤੇ ਇਸ ਤਰ੍ਹਾਂ ਬਾਦਸ਼ਾਹ ਵੀ ਬਰਾਜ ਗਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇੱਕ ਸੰਘਣੇ ਰੁੱਖ ਦੀ ਛਾਂ ਹੇਠ ਆਪਣੇ ਸਿੱਖਾਂ ਸੂਰਮਿਆਂ ਸਮੇਤ ਬਰਾਜ ਰਹੇ ਹੈ। ਸਿੱਖਾਂ ਪਹਿਰਾ ਲਾਇਆ ਹੋਇਆ ਹੈ। ਦੋਹਰਾ ਸ਼ਾਹੋ ਤਰੋਵਰ ਕੇ ਤਰੇ, ਇਧਰ ਕਵੀ ਜੀ ਕਹਿੰਦੇ ਫਿਰ ਕੁਝ ਸਮਾਂ ਜਿਹੜਾ ਬਾਦਸ਼ਾਹ ਜਹਾਂਗੀਰ ਹੈ ਜਿਸ ਰੁੱਖ ਦੇ ਹੇਠਾਂ ਪਿਆ ਹੋਇਆ ਹੈ। ਅਲਪ ਨਰਨ ਤਿਹ ਸੰਗ, ਥੋੜੇ ਜਿਹੇ ਮਨੁੱਖ ਜਿਹੜੇ ਨਾ ਸੈਨਿਕ ਉਹ ਬਾਦਸ਼ਾਹ ਜਹਾਂਗੀਰ ਦੇ ਪਾਸ ਹਨ, ਜਿਨ੍ਹਾਂ ਪਹਿਰਾ ਲਾਇਆ, ਨਿਗਰਾਨੀ ਰੱਖ ਰਹੇ ਹੈ। ਬੈਠਿਓ ਹਿਤ ਵਿਸਰਾਮ ਕੇ, ਤੇ ਬਾਦਸ਼ਾਹ ਵਿਸ਼ਰਾਮ ਕਰਨ ਵਾਸਤੇ ਬਰਾਜਿਆ ਹੋਇਆ ਹੈ। ਖਰੋ ਸਮੀਪ ਤੁਰੰਗ, ਲਾਗੇ ਹੀ ਬਾਦਸ਼ਾਹ ਦੇ ਘੋੜੇ ਖੜੇ ਹੋਏ ਆ ਜਿਨ੍ਹਾਂ ਦੇ ਅਸਵਾਰੀ ਕੀਤੀ ਸੀ। ਚਾਪਈ ਤੈਸੇ ਕਿਤਕ ਦੂਰ ਗੁਰ ਥਿਰੇ, ਤੇ ਇੱਕ ਪਾਸੇ ਬਾਦਸ਼ਾਹ ਦਾ ਇਸ ਤਰ੍ਹਾਂ ਤੰਬੂ ਪੜਾ ਲੱਗਿਆ ਹੋਇਆ ਹੈ, ਉਸ ਤੋਂ ਥੋੜੀ ਕੁ ਦੂਰ ਜਿਵੇਂ ਕਹਿ ਲਓ ਕੋ ਕਿਲਾ ਵਾਟ ਵੀ ਦਿਸਦਾ ਹੋਵੇ,
ਐਨੀ ਕੇ ਲਾਗੇ ਜੇ ਬਸ ਗੁਰੂ ਹਰਗੋਬਿੰਦ ਸਾਹਿਬ ਜੀ ਟਿਕੇ ਹੋਏ ਹਨ। ਕਾਮ ਤਪਤ ਨਿਰਵਾਰਣ ਕਰੇ। ਤੇ ਸਤਿਗੁਰੂ ਜਿਹੜੀ ਆ ਗਰਮੀ ਦਾ ਉਹ ਸਮਾਂ ਜਿਹਾ ਬਤੀਤ ਦੁਪਹਿਰਾ ਕੱਟਣ ਵਾਸਤੇ ਟਿਕੇ ਹੋਏ ਹਨ। ਤਹ ਇੱਕ ਕਾਹੀ ਚੱਲ ਕਰ ਆਇਆ। ਤੇ ਕੋਈ ਘਾਹ ਵੱਢਣ ਵਾਲਾ ਸੀ ਸਾਧ ਸੰਗਤ ਜੀ। ਘਾਈ ਜਿਹੜੇ ਘਾਹ ਖੋਤਦੇ ਐ ਉਹ ਇੱਕ ਘਾਈ ਸੀ ਤੇ ਹੈ ਮਹਾਰਾਜ ਦਾ ਸਿੱਖ ਸੀ। ਨੇ ਬੜੀ ਸੋਭਾ ਸੁਣੀ ਸੀ ਪਰ ਦਰਸ਼ਨ ਨਹੀਂ ਸੀ ਕੀਤੇ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਤਾ ਲੱਗਿਆ ਮਹਾਰਾਜ ਸ਼ਿਕਾਰ ਚੜੇ ਇੱਥੇ ਘਾਹ ਖੋਤਦਾ ਸੀ। ਤੇ ਇਧਰਲੇ ਪਾਸੇ ਜਿੱਧਰ ਬਾਦਸ਼ਾਹ ਬੈਠਾ ਸੀ ਨਾ ਜਹਾਂਗੀਰ, ਇਧਰ ਨੂੰ ਤੁਰਿਆ ਆਇਆ ਹੈ। ਕਾਸ ਖੁਰਚ ਬੇਹਿਤ ਲਲਚਾਇਆ। ਤੇ ਉਹਦਾ ਧਿਆਨ ਸੀ ਵੀ ਚਲੋ ਘਾਹ ਖੋਤਦੇ ਆ, ਘਾਹ ਵੱਢ ਵੱਢ ਕੇ ਤੇ ਬਾਜ਼ਾਰ 'ਚ ਵੇਚਿਆ ਕਰਦਾ ਸੀ ਘੋੜਿਆਂ ਵਾਸਤੇ। ਇਹਦਾ ਮਨ ਲਚਾਇਆ, ਘਾਹ ਵੱਢਣ ਵਾਸਤੇ ਆਇਆ ਹੈ। ਆਵਤ ਸੁਣਿਓ ਗੁਰੂ ਇਤ ਆਏ। ਤੇ ਇਹਨੇ ਸੁਣਿਆ ਕਿਸੇ ਤੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਜੰਗਲ 'ਚ ਹੀ ਆਏ ਹੋਏ ਆ ਸ਼ਿਕਾਰ ਖੇਡਣ ਵਾਸਤੇ। ਹਿਤ ਸ਼ਿਕਾਰ ਕੇ ਅਗਰ ਸਿਧਾਏ। ਤੇ ਸ਼ਿਕਾਰ ਖੇਡਣ ਵਾਸਤੇ ਅਗਾਂਹ ਸੰਘਣੇ ਜੰਗਲ ਨੂੰ ਚਲੇ ਗਏ ਹਨ। ਹਰਖਿਓ ਮੈਂ ਇਤ ਦਰਸ਼ਨ ਪਾਉ। ਤੇ ਇਹਦਾ ਮਨ ਬੜਾ ਖੁਸ਼ ਹੋਇਆ ਵੀ ਜਿਸ ਗੁਰੂ ਸਾਹਿਬ ਮਹਾਰਾਜ ਦਾ ਨਾਮ ਜਪਦਾ, ਧਿਆਨ ਧਰਦਾ, ਜੇ ਮੇਰੇ ਕਰਮਾਂ 'ਚ ਹੋਇਆ ਤੇ ਅੱਜ ਮੈਂ ਗੁਰੂ ਸਾਹਿਬ ਮਹਾਰਾਜ ਦੇ ਜ਼ਰੂਰ ਦਰਸ਼ਨ ਕਰਨੇ ਹਨ। ਮਨੋ ਕਾਮਨਾ ਸਭ ਪੁਰਵਾਉ। ਤੇ ਆਪਦੇ ਮਨ ਦੀ ਜਿਹੜੀ ਕਾਮਨਾ ਭਾਵਨਾ ਹੈ ਉਹ ਸਾਰੀ ਜਿਹੜੀ ਮੈਂ ਪ੍ਰਾਪਤ ਕਰ ਲਵਾਂਗਾ। ਵੀ ਸੁਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਸਹਿਤ ਫਲਦੇ ਹਨ, ਖਾਲੀ ਨਹੀਂ ਜਾਂਦੇ। ਸੰਗ ਨਰਨ ਕੀ ਭੀੜ ਨ ਕੋਈ। ਤੇ ਇਧਰ ਜਦੋਂ ਇਹਨੇ ਵੇਖਿਆ ਹੁਣ ਜਿੱਥੇ ਬਾਦਸ਼ਾਹ ਦਾ ਪੜਾ ਸੀ ਇਧਰ ਨੂੰ ਆਇਆ ਤੇ ਇਹਨੂੰ ਇਉਂ ਭੁਲੇਖਾ ਪਿਆ ਵੀ ਗੁਰੂ ਹਰਗੋਬਿੰਦ ਸਾਹਿਬ ਆਏ ਹੋਏ ਇੱਥੇ ਉਤਰੇ ਹੋਏ। ਮਹਾਰਾਜ ਦਾ ਪੜਾ ਤਾਂ ਇੱਕ ਪਾਸੇ ਸੀਗਾ ਤੇ ਵੇਖਿਆ ਵੀ ਬਾਦਸ਼ਾਹ, ਉਹਨੇ ਜਾਣਿਆ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਹੈ। ਤੇ ਵਿਚਾਰ ਕੀਤੀ ਵੀ ਅੱਜ ਮੌਕਾ ਹੈ ਦਰਸ਼ਨਾਂ ਦਾ। ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਕੋ ਬਹੁਤੀ ਭੀੜ ਨਹੀਂ ਹੈ। ਮਸਤਕ ਟੇਕੋ ਦਰਸ਼ਨ ਹੋਈ। ਅੱਜ ਮੈਂ ਖੁੱਲੇ ਦਰਸ਼ਨ ਕਰਾਂਗਾ, ਰਜ ਰਜ ਮਹਾਰਾਜ ਦੇ ਦਰਸ਼ਨ ਵੀ ਕਰਾਂਗਾ। ਭੀੜ ਨਹੀਂ ਹੈ ਜੰਗਲ ਵਿੱਚ, ਕੋਈ ਹੋਰ ਨਹੀਂ ਮੇਰੇ ਬਿਨਾ। ਤੇ ਮਹਾਰਾਜ ਦੇ ਅੱਗੇ ਮਨ ਦੇ ਭਾਵਨਾਵਾਂ ਕਾਮਨਾਵਾਂ ਪੂਰੀਆਂ ਕਰਵਾਵਾਂਗਾ। ਹੱਥ ਜੋੜ ਮੈਂ ਅਰਜ ਗੁਜ਼ਾਰਾਂ। ਵੀ ਮੈਂ ਮਹਾਰਾਜ ਦੇ ਚਰਨੀ ਅੱਜ ਹੱਥ ਜੋੜ ਜੋੜ ਕੇ ਰਜ ਰਜ ਬੇਨਤੀਆਂ ਕਰਨੀਆਂ। ਅੱਗੇ ਤਾਂ ਭੀੜ ਬਹੁਤ ਹੁੰਦੀ ਹੈ ਤੇ ਰਜ ਰਜ ਕੇ ਸਤਿਗੁਰਾਂ ਦੇ ਦਰਸ਼ਨ ਕਰਾਂਗਾ। ਮਨ ਤਨ ਕੇ ਦੁੱਖ ਸਭ ਨਿਰਵਾਰਾਂ। ਆਪਦੇ ਮਨ ਦੇ ਵੀ ਤੇ ਸਰੀਰ ਦੇ ਸਾਰੇ ਦੁੱਖ ਕੱਟ ਲੈਣੇ ਅੱਜ ਮੈਂ ਮਹਾਰਾਜ ਦੇ ਦਰਸ਼ਨ ਕਰਕੇ, ਮਹਾਰਾਜ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ। ਤੋ ਸਾਰੇ ਮਨ ਦੇ ਤੇ ਤਨ ਦੇ ਮਹਾਰਾਜ ਤੋਂ ਜਿਹੜੇ ਦੁੱਖ ਹੈ ਉਹ ਕਟਵਾ ਲੈਣੇ ਹਨ। ਇਮ ਚਿਤਵਤ ਚੱਲ ਕਰ ਤਹ ਆਇਆ। ਤੇ ਇਹ ਵਿਚਾਰਾ ਗਰੀਬ ਘਾਈ ਚਿਤਵਨਾ ਜਿਹਾ ਹੋਇਆ ਨਾ, ਮਨ ਵਿੱਚ ਵਿਚਾਰ ਕਰਦਾ ਵੀ ਚਲੋ ਦਰਸ਼ਨ ਕਰਾਂ ਮੈਂ। ਤੇ ਜਿੱਥੇ ਬਾਦਸ਼ਾਹ ਜਹਾਂਗੀਰ ਸੁੱਤਾ ਹੋਇਆ ਇਸ ਵਾਲੇ ਪਾਸੇ ਨੂੰ ਆਇਆ ਹੈ। ਜਹਾਂਗੀਰ ਜਹ ਥਿਰ ਸੁਖ ਪਾਇਆ। ਜਿੱਥੇ ਟਿਕਿਆ ਹੋਇਆ ਬਾਦਸ਼ਾਹ ਸੁਖ ਨਾਲ ਸੁੱਤਾ ਪਿਆ ਸੀ। ਬੂਝਣ ਲੱਗਿਓ ਸਾਚ ਪਤਸ਼ਾਹੋ। ਤੇ ਇਹਨੇ ਨਾ ਆ ਕੇ ਉਹ ਜਿਹੜੇ ਪਹਿਰੇ ਤੇ ਸੈਨਿਕ ਖੜੇ ਸਨ, ਘਾਈ ਆ ਕੇ ਉਹਨਾਂ ਨੂੰ ਪੁੱਛਦਾ ਆ ਕਰਕੇ ਕਿਤ ਉਤਰਿਓ ਕਹੀ ਕਹੀ ਇਹ ਮੁਝ ਪਾਹੋ। ਵੀ ਮੈਨੂੰ ਦੱਸੋ ਵੀ ਸੱਚੇ ਪਾਤਸ਼ਾਹ ਭਲਾ ਕਿੱਥੇ ਉਤਰੇ ਹੋਏ ਆ। ਮੈਂ ਸੁਣਿਆ ਵੀ ਸੱਚੇ ਪਾਤਸ਼ਾਹ ਜੀ ਇੱਥੇ ਉਤਰੇ ਹੋਏ ਆ। ਨਾਂ ਤਾਂ ਨਾਂ ਲਿਆ ਇਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਆਖਿਆ ਸੱਚੇ ਪਾਤਸ਼ਾਹ ਦਾ ਪੜਾ ਕਿੱਥੇ ਆ। ਸੁਣਿਆ ਸੱਚੇ ਪਾਤਸ਼ਾਹ ਜੀ ਇੱਥੇ ਸ਼ਿਕਾਰ ਖੇਡਣ ਆਏ ਹੋਏ ਆ। ਮੈਂ ਦਰਸ਼ਨ ਕਰਨ ਵਾਸਤੇ ਆਇਆ, ਮੈਨੂੰ ਦੱਸਣਾ ਕਰੋ। ਸ਼ਾਹੋ ਨਰਨ ਕੁਛ ਸਮਝਿਓ ਨਾਹੀ। ਹੁਣ ਇਹ ਵਿਚਾਰੇ ਕੀ ਜਾਣਨ, ਇਹਨਾਂ ਨੂੰ ਘਾਈ ਦੀ ਕੋਈ ਗੱਲ ਬਹੁਤੀ ਸਮਝ ਨਾ ਪਈ ਹੈ। ਜਾਣਿਓ ਹਜ਼ਰਤ ਹੇਰਣ ਚਾਹੀ। ਇਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਆਇਆ। ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਆਇਆ, ਕੋਈ ਗਰੀਬੀ ਵਾਸਤੇ ਕੋਈ ਮਾਇਆ ਦਾਨ ਪਤਾ ਲੈਣਾ ਹੋਣਾ। ਇਹਨਾਂ ਨੂੰ ਕੋਈ ਸਮਝ ਨਾ ਪਈ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਦੀ ਗੱਲ ਕਰਦਾ, ਕਿਉਂਕਿ ਨਾਮ ਨਾ ਲਿਆ ਸੱਚਾ ਪਾਤਸ਼ਾਹ ਆਖਿਆ। ਤੋ ਇਹਨਾਂ ਇਸ ਤਰ੍ਹਾਂ ਸੋਚ ਕਰਕੇ ਮਨ ਵਿੱਚ ਦਿਓ ਬਤਾਏ ਅਮਕ ਤਰ ਤਰੇ। ਹੱਥ ਕਰ ਦਿੱਤਾ ਵੀ ਉਹ ਸਾਹਮਣੇ ਜਿਹੜਾ ਤੰਬੂ ਲੱਗਾ ਹੈ ਨਾ, ਕਣਾਤ ਤਾਣੀ ਹੋਈ ਹੈ, ਇਹਦੇ ਵਿੱਚ ਸੱਚਾ ਪਾਤਸ਼ਾਹ ਜਿਹੜੇ ਸੱਚੇ ਪਾਤਸ਼ਾਹ ਹਜ਼ਰਤ ਸਾਹਿਬ ਸੁੱਤੇ ਹੋਏ ਹਨ। ਛਾਇਆ ਸਘਨ ਵਿਖੈ ਤਹ ਥਿਰੇ। ਤੇ ਜਿੱਥੇ ਸੰਘਣੀ ਛਾਂ ਹੈ ਉੱਥੇ ਟਿਕੇ ਹੋਏ ਹਨ। ਇਮਹੀ ਬੂਝਤ ਪਹੁੰਚਿਓ ਜਾਏ। ਉਹ ਫੌਜਦਾਰਾਂ ਤੋਂ ਪੁੱਛ ਕੇ ਇਹ ਵਿਚਾਰਾ ਗਰੀਬ ਘਾਈ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਹਾਂਗੀਰ ਕੋਲ ਪਹੁੰਚ ਗਿਆ ਹੈ। ਜਹਾਂਗੀਰ ਬੈਠਿਓ ਜਿਸ ਥਾਈ। ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਹੋਇਆ ਹੈ ਸੀ। ਬਰਜਣ ਵਾਰੋ
ਨਰ ਜਹ ਖਰੋ। ਤੇ ਉਹ ਨਾਲ ਹੀ ਕੋਈ ਵਰਜਨ ਵਾਲੇ ਵੀ ਖੜੇ ਹੁੰਦੇ ਆ ਨਾ, ਜਿਹੜੇ ਬਿਲਕੁਲ ਨਜ਼ਦੀਕੀ ਪਹਿਰਾ ਹੁੰਦਾ। ਬਾਦਸ਼ਾਹ ਦੇ ਜਦੋਂ ਲਾਗੇ ਹੋਣ ਲੱਗਿਆ ਤੇ ਪਹਿਰੇਦਾਰਾਂ ਨੇ ਵਰਜ ਦਿੱਤਾ, ਰੋਕ ਦਿੱਤਾ ਹੈ। ਤਿਸ ਟਿਗ ਜਾਏ ਬੂਝਬੋ ਕਰੋ। ਤੇ ਉਹਨਾਂ ਦੇ ਕੋਲ ਜਾ ਕਰਕੇ ਫਿਰ ਪੁੱਛਣ ਲੱਗਿਆ ਹੈ ਬੈਠਿਓ ਜਹ ਸਾਚੋ ਪਤਸ਼ਾਹੋ। ਵੀ ਮੈਂ ਦਰਸ਼ਨ ਕਰਨ ਆਇਆ ਜਿੱਥੇ ਸੱਚੇ ਪਾਤਸ਼ਾਹ ਬੈਠੇ ਹੋਏ ਨਾ, ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ। ਭੇਟ ਚੜਾਵਣ ਚਾਹਤ ਪਾਹੂ। ਵੀ ਮੇਰੀ ਇੱਛਾ ਵੀ ਮੈਂ ਭੇਟਾ ਕਰਨ ਆਇਆ, ਮੈਂ ਸੱਚੇ ਪਾਤਸ਼ਾਹ ਸਾਹਿਬ ਨੂੰ ਭੇਟਾ ਕਰਨੀ ਹੈ, ਉਹਨਾਂ ਦੇ ਦਰਸ਼ਨਾਂ ਦੀ ਭੇਟਾ ਰੱਖ ਕੇ ਉਹਨਾਂ ਦੇ ਚਰਨੀ ਅਰਦਾਸ ਕਰਨੀ ਹੈ। ਮੈਂ ਸੱਚੇ ਪਾਤਸ਼ਾਹ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ। ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਨਹੀਂ ਸੀ ਪਤਾ, ਪਰ ਉਹ ਸੱਚੇ ਪਾਤਸ਼ਾਹ ਕਿਉਂਕਿ ਸਾਰੀ ਸੰਗਤ ਹੀ ਗਰੀਬ ਨਵਾਜ ਦੇ ਵੱਖੋ ਵੱਖਰੇ ਨਾਮ ਲੈਂਦੀ ਸੀ। ਚਲੋ ਜਿਹੜਾ ਇਹਨੇ ਸੁਣਿਆ ਇਹਨੇ ਮਨ ਵਿੱਚ ਪੱਕਾ ਧਾਰ ਲਿਆ ਤੇ ਉਹ ਕਹਿੰਦਾ ਵੀ ਮੈਂ ਸੱਚੇ ਪਾਤਸ਼ਾਹ ਦਰਸ਼ਨ ਕਰਨੇ ਆ, ਚਰਨਾਂ ਵਿੱਚ ਭੇਟਾ ਰੱਖਣੀ ਹੈ, ਅਰਦਾਸ ਕਰਨੀ। ਮੇਰੀਆਂ ਬੜੀਆਂ ਕਾਮਨਾਵਾਂ ਹਨ ਜਿਹੜੀਆਂ ਮੈਂ ਪਾਤਸ਼ਾਹ ਤੋਂ ਪੂਰਨ ਕਰਵਾਉਣੀਆਂ ਹਨ। ਸ਼ਾਹ ਸਮੁਖ ਦੇਖਤ ਇਮ ਕਹਿਓ। ਤੇ ਬਾਦਸ਼ਾਹ ਹੁਣ ਸਾਹਮਣੇ ਹੀ ਬੈਠਾ ਹੋਇਆ ਸੀ। ਇਸ ਤਰ੍ਹਾਂ ਇਹ ਵਿਚਾਰਾ ਉਹ ਪਹਿਰੇਦਾਰਾਂ ਰੋਕਿਆ ਹੋਇਆ, ਪਰ ਖਿੱਚ ਕਰਦਾ ਵੀ ਮੈਨੂੰ ਸੱਚੇ ਪਾਤਸ਼ਾਹ ਦੇ ਇੱਕ ਵਾਰੀ ਦਰਸ਼ਨ ਕਰ ਲੈਣ ਦਿਓ। ਆਵਣ ਦੇਹੋ ਕਹਾ ਇਨ ਲਹਿਓ। ਤੇ ਬਾਦਸ਼ਾਹ ਨੇ ਸੁਣਿਆ ਵੀ ਰੋਕਦੇ ਪਏ ਆ ਤੇ ਪਹਿਰੇਦਾਰਾਂ ਨੂੰ ਹਟਾ ਦਿੱਤਾ ਵੀ ਕੌਣ ਹੈ, ਇਹਨੂੰ ਆਉਣ ਦਿਓ, ਭਾਈ ਕੀ ਕਹਿੰਦਾ, ਸਾਡੇ ਪਾਸ ਆਉਣ ਦਿਓ, ਰੋਕਿਆ ਨਾ ਜਾਵੇ। ਕਿਨਹਾ ਨ ਬਰਜਿਓ ਰੁਖ ਕੋ ਹੇਰੇ। ਤੋ ਬਾਦਸ਼ਾਹ ਦਾ ਹੁਕਮ ਜਿਹਾ ਮੰਨ ਕੇ ਕਿਸੇ ਨੇ ਰੋਕਿਆ ਨਾ, ਅੱਗੇ ਆਉਣ ਦਿੱਤਾ ਘਾਈ ਨੂੰ। ਧਰ ਟਕਾ ਗਇਓ ਤਬ ਨੇਰੇ। ਤੇ ਇਹ ਵਿਚਾਰਾ ਨੇੜੇ ਗਿਆ ਘਾਈ। ਇਹਨੇ ਬਾਦਸ਼ਾਹ ਹੁਣ ਚਲੋ ਫਿਰ ਵੀ ਬਾਦਸ਼ਾਹ ਦਾ ਪ੍ਰਤਾਪ ਬੜਾ ਹੁੰਦਾ, ਕਲਗੀ ਲੱਗੀ ਹੋਈ ਹੈ। ਬਾਦਸ਼ਾਹ ਜਹਾਂਗੀਰ ਦਾ ਵੀ ਕਿਉਂਕਿ ਬਾਦਸ਼ਾਹ ਦਾ ਪ੍ਰਤਾਪ ਤਾਂ ਹੁੰਦਾ ਹੀ ਹੈ, ਕੋਈ ਪਿਛਲੇ ਕਰਮ ਕਰਕੇ ਏਡਾ ਵੱਡਾ ਤਖਤ ਮਿਲਿਆ। ਬਾਦਸ਼ਾਹ ਦੇ ਸੀਸ ਤੇ ਵੀ ਕਲਗੀ ਸੋਭਦੀ ਆ, ਬੇਸ਼ਕੀਮਤੀ ਪੁਸ਼ਾਕਾ ਪਾਇਆ, ਮਾਇਆ ਦਾ ਚਮਕਾਰ ਬਹੁਤ ਹੁੰਦਾ ਇਹਨਾਂ ਲੋਕਾਂ ਦੇ ਕੋਲੇ। ਤੋ ਇਸ ਤਰ੍ਹਾਂ ਬਾਦਸ਼ਾਹ ਦਾ ਵੀ ਪ੍ਰਤਾਪ ਜਿਹਾ ਵੇਖ ਕੇ ਇਹਨੇ ਸੋਚਿਆ ਵੀ ਇਹੀ ਸੱਚੇ ਪਾਤਸ਼ਾਹ ਹੋਣੇ ਆ। ਇੱਕ ਟਕਾ ਇਹਨੇ ਘਾਹ ਖੋਤ ਕੇ ਸਾਧ ਸੰਗਤ ਜੀ ਸਾਰਾ ਦਿਨ ਤੇ ਮੰਡੀ ਵਿੱਚ ਵੇਚ ਕੇ ਤੇ ਉਹ ਮਸਾਂ ਇੱਕ ਟਕਾ ਇਕੱਠਾ ਕੀਤਾ ਸੀ, ਕਿਉਂਕਿ ਗਰੀਬ ਲੋਕ ਹੁੰਦੇ ਜਿੰਨੀ ਕੁ ਦਿਹਾੜੀ ਦੱਪਾ ਮਜ਼ਦੂਰੀ ਕਰਦੇ ਆ ਉਹਨਾਂ ਕੋਲ ਖਰਚਾ ਆ ਜਾਂਦਾ। ਤੋ ਇਹਨਾਂ ਵਾਸਤੇ ਟਕਾ ਕੱਢਣਾ ਵੀ ਬੜਾ ਔਖਾ ਸੀ। ਇਹਨੇ ਇੱਕ ਟਕਾ ਬਹੁਤ ਮੁੱਦਤ ਦੇ ਨਾਲ, ਦਿੱਕਤ ਸ਼ਿੱਦਤ ਦੇ ਨਾਲ ਘਾਲ ਕੇ ਇੱਕ ਟਕਾ ਜੋੜਿਆ ਤੇ ਬਾਦਸ਼ਾਹ ਜਹਾਂਗੀਰ ਨੂੰ ਸੱਚਾ ਪਾਤਸ਼ਾਹ ਜਾਣ ਕੇ ਉਹਦੇ ਚਰਨੀ ਰੱਖ ਦਿੱਤਾ, ਮੱਥਾ ਟੇਕ ਦਿੱਤਾ ਹੈ। ਅਧਿਕ ਆਨੰਦ ਧਾਰ ਉਰ ਮਾਹੀ। ਤੇ ਬੜਾ ਆਨੰਦ ਜਿਹਾ ਧਾਰਿਆ ਵੀ ਮੈਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ ਹਨ। ਆਗੇ ਟਕਾ ਰਾਖ ਨਿਜ ਕਰਤੇ। ਆਪਣੇ ਹੱਥ ਨਾਲ ਬਾਦਸ਼ਾਹ ਜਹਾਂਗੀਰ ਦੇ ਚਰਨਾਂ ਪਾਸ ਜਿਹੜਾ ਵਾ ਇੱਕ ਟਕਾ ਭੇਟਾ ਰੱਖ ਦਿੱਤੀ। ਬੰਦਨ ਕਰੀ ਨਮਰ ਹੋਏ ਸਿਰ ਤੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਬਾਦਸ਼ਾਹ ਜਹਾਂਗੀਰ ਦੇ ਅੱਗੇ ਮੱਥਾ ਟੇਕ ਦਿੱਤਾ ਹੈ। ਹਾਥ ਜੋੜ ਪੁਨ ਅਰਜ ਗੁਜਾਰੀ। ਖਲਾ ਹੋ ਕੇ ਗਰੀਬ ਘਾਈ ਹੱਥ ਜੋੜ ਕੇ ਨਾ ਤੇ ਬਾਦਸ਼ਾਹ ਜਹਾਂਗੀਰ ਦੇ ਅੱਗੇ ਸੱਚਾ ਪਾਤਸ਼ਾਹ ਨੂੰ ਸਮਝ ਕੇ ਤੇ ਅਰਦਾਸ ਕਰਨ ਲੱਗ ਪਿਆ ਹੈ। ਸਾਚੋ ਪਾਤਸ਼ਾਹੋ ਗੁਰ ਭਾਰੀ। ਕਹਿੰਦਾ ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਮਹਾਨ ਯੋਧੇ, ਪਰਉਪਕਾਰੀ, ਮਹਾਨ ਗੁਰੂ ਪਾਤਸ਼ਾਹ ਗਰੀਬ ਨਵਾਜ ਹੋ। ਦਰਸ਼ਨ ਕੀ ਅਭਿਲਾਖ ਕਨੇਰੀ। ਤੇ ਬੜੇ ਸਮੇਂ ਦੀ ਮਹਾਰਾਜ ਮੇਰੇ ਹਿਰਦੇ ਵਿੱਚ ਦਰਸ਼ਨਾਂ ਦੀ ਇੱਛਾ ਸੀ, ਮੈਂ ਬੜੇ ਸਮੇਂ ਤੋਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਸਾਂ। ਸੁਨਹਾ ਸ਼੍ਰੋਣ ਦੇ ਬਿਨਤੀ ਮੋਰੀ। ਤੇ ਅੱਜ ਤੁਸੀਂ ਮੇਰੀ ਮਿਹਰ ਕਰਕੇ ਮੇਰੇ ਤੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਹੁਣ ਕੰਨ ਦੇ ਕੇ ਪਾਤਸ਼ਾਹ ਮਹਾਰਾਜ, ਹੇ ਸੱਚੇ ਪਾਤਸ਼ਾਹ ਜੀ, ਇਸ ਗਰੀਬ ਸਿੱਖ ਦੀ ਬੇਨਤੀ ਸੁਣੋ ਜੀ। ਦੀਨ ਦੁਨੀ ਕੋ ਮਾਲਿਕ ਹੈ। ਬੇਨਤੀ ਮੇਰੀ ਇਹ ਹੈ ਮਹਾਰਾਜ ਵੀ ਤੁਸੀਂ ਤਾਂ ਦੀਨ ਦੁਨੀ ਦੇ ਮਾਲਕ ਹੋ, ਇੱਥੋਂ ਦੇ ਵੀ ਮਾਲਕ ਹੋ ਤੇ ਦਰਗਾਹ ਦੇ ਅਗਾਂਹ ਦੇ ਵੀ ਮਾਲਕ ਹੋ ਜੀ। ਸਾਚੋ ਪਾਤਸ਼ਾਹੋ ਇਮ ਕਹੈ। ਸਾਰਾ ਸੰਸਾਰ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦਾ ਹੈ। ਤੁਸੀਂ ਇਸ ਜਹਾਨ ਦੇ ਵੀ ਵਾਲੀ ਹੋ ਤੇ ਅਗਾਂਹ ਪਰਲੋਕ ਦੇ ਵੀ ਮਾਲਕ ਹੋ। ਦਾਸ ਗਰੀਬ ਜਾਨ ਕਰ ਮੋਹੀ। ਤੇ ਮੈਂ ਮਹਾਰਾਜ ਤੁਹਾਡੇ ਚਰਨਾਂ ਦਾ ਦਾਸ ਹਾਂ, ਸੇਵਕ ਸਿੱਖ ਹਾਂ। ਪਾਤਸ਼ਾਹ ਮਹਾਰਾਜ ਮੈਨੂੰ ਆਪਦੇ ਦਰ ਘਰ ਦਾ ਸੇਵਕ ਨੌਕਰ ਜਾਣ ਕਰਕੇ ਬਣਾ ਸਹਾਏ ਮ੍ਰਿਤ ਜਬ ਹੋਹੀ। ਵੀ ਮੇਰੀ ਅਰਦਾਸ ਇਹ ਹੈ ਮਹਾਰਾਜ ਪਾਤਸ਼ਾਹ ਸੱਚੇ ਪਾਤਸ਼ਾਹ ਜੀ, ਵੀ ਜਦੋਂ ਮੈਂ ਚੜ੍ਹਾਈ ਕਰਾਣਾ ਤੇ ਮੇਰੇ ਅੰਤਲੇ ਸਮੇਂ ਮਹਾਰਾਜ ਤੁਸੀਂ ਮੇਰੇ ਸਹਾਈ ਹੋਣਾ, ਜਮਾਂ ਦੀ ਮਾਰ ਤੋਂ ਮਹਾਰਾਜ ਮੈਨੂੰ ਬਚਾਉਣਾ। ਪਾਤਸ਼ਾਹ ਮੈਂ ਸਾਰੀ ਉਮਰ ਖੌਰੇ ਕਿੰਨੇ ਪਾਪ ਕੀਤੇ ਆ ਤੇ ਮੈਨੂੰ ਜਿਉਂਦੇ ਜੀ ਕੁਝ ਨਹੀਂ ਚਾਹੀਦਾ, ਇੰਨੀ ਮਿਹਰ ਕਰਨੀ ਮਹਾਰਾਜ। ਜਦੋਂ ਚੜ੍ਹਾਈ ਕਰਾਂ
ਤੇ ਸੱਚੇ ਪਾਤਸ਼ਾਹ ਜੀ ਮੇਰਾ ਵਾਸਾ ਤੁਹਾਡੇ ਚਰਨਾਂ ਵਿੱਚ ਹੋਵੇ ਜੀ। ਅਪਰ ਕਾਮਨਾ ਕੋਈ ਨਨਾਥ। ਹੇ ਸੁਆਮੀ ਪਾਤਸ਼ਾਹ ਜੀ, ਹੇ ਗੁਰੂ ਗਰੀਬ ਨਵਾਜ, ਮੇਰੇ ਮਨ ਵਿੱਚ ਹੋਰ ਕੋਈ ਇੱਛਾ ਨਹੀਂ, ਚਾਹੇ ਗਰੀਬੀ ਮੈਂ ਕੱਟ ਲਵਾਂਗਾ ਸਾਰੀ, ਪਰ ਅੰਤਲੇ ਸਮੇਂ ਮਹਾਰਾਜ ਮੇਰੇ ਸਹਾਈ ਹੋਣਾ ਗਰੀਬ ਨਵਾਜ, ਜਾਂ ਜਦੋਂ ਮੇਰੇ ਸਵਾਸ ਨਿਕਲਣ ਮਹਾਰਾਜ, ਤੋ ਜਿਵੇਂ ਮਰਜੀ ਪਾਤਸ਼ਾਹ ਜੀ ਅੰਤਲੇ ਸਮੇਂ ਮੈਨੂੰ ਤੁਹਾਡੇ ਦਰਸ਼ਨ ਹੁੰਦੇ ਹੋਣ, ਜਦੋਂ ਮੇਰੀਆਂ ਅੱਖਾਂ ਦੀ ਜੋਤ ਘਟੇ ਜੀ। ਜਮ ਤੇਰਾ ਅੱਖਾਂ ਦੇ ਕਰ ਹਾਥ। ਤੇ ਆਪ ਵਾਲੀਏ ਦੋਏ ਜਹਾਨ ਹੋ, ਤੇ ਮੇਰੀ ਮਿਹਰ ਕਰਕੇ ਦਇਆ ਕਰੋ, ਮੇਰੇ ਤੇ ਰੱਖਿਆ ਕਰਨੀ, ਜਮਾਂ ਦੀ ਮਾਰ ਤੋਂ ਬਚਾ ਕੇ ਆਪਣੇ ਚਰਨਾਂ ਦਾ ਵਾਸਾ ਬਖਸ਼ਿਸ਼ ਕਰਨਾ ਜੀਓ। ਜਹਾਂਗੀਰ ਸੁਨ ਕੈ ਬਿਸਮਾਇਓ। ਤੇ ਉਹਨੇ ਜਹਾਂਗੀਰ ਕੋਲ ਵਿਚਾਰੇ ਕੋਲ ਕੀ ਹੈ, ਤੋ ਜਦੋਂ ਇਹੋ ਜਿਹੀ ਅਰਦਾਸ ਕੀਤੀ ਸਿੱਖ ਨੇ, ਕਾਈ ਗਰੀਬ ਨੇ, ਤੇ ਬਾਦਸ਼ਾਹ ਜਹਾਂਗੀਰ ਸੁਣ ਕੇ ਬੜਾ ਹੀ ਹੈਰਾਨ ਹੋਇਆ ਹੈ। ਗੁਰੂ ਜਾਣ ਮੂੰ ਕਹਿ ਇਹ ਆਇਓ। ਤੇ ਉਹ ਜੇ ਸਮਝ ਗਿਆ ਬਾਦਸ਼ਾਹ ਵੀ ਇਹ ਗੁਰੂ ਹਰਗੋਬਿੰਦ ਸਾਹਿਬ ਜਾਣ ਕੇ ਮੇਰੇ ਕੋਲ ਆਇਆ, ਇਹਨੂੰ ਪਤਾ ਨਹੀਂ ਹੈ ਵੀ ਮੈਂ ਤਾਂ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਹੀਂ, ਇਹ ਗੁਰੂ ਹਰਗੋਬਿੰਦ ਸਾਹਿਬ ਜਾਣ ਕੇ ਮੇਰੇ ਕੋਲ ਦਰਸ਼ਨ ਕਰਨ ਵਾਸਤੇ ਆਇਆ ਹੈ। ਮੋਹ ਮਹਿ ਸ਼ਕਤ ਮੋਹ ਮਹਿ ਕਹਾਂ ਸ਼ਕਤ ਹੈ ਐਸੀ। ਤੇ ਮਨ 'ਚ ਵਿਚਾਰਾ ਬਾਦਸ਼ਾਹ ਹੁਣ ਸਾਧ ਸੰਗਤ ਜੀ ਆਪਦੇ ਆਪ ਨੂੰ ਮੈਲਾ ਮਹਿਸੂਸ ਕਰਨ ਲੱਗਿਆ। ਮਨ 'ਚ ਸੋਚਦਾ ਹੈ ਵੀ ਮੇਰੇ ਵਿੱਚ ਭਲਾ ਇੰਨੀ ਸ਼ਕਤੀ, ਇੰਨਾ ਬਲ ਕਿੱਥੇ ਹੈ। ਰੱਛਾ ਕਰੋ ਪਲਤ ਮਹਿ ਜੈਸੀ। ਵੀ ਜਿਹੜੀ ਮੈਂ ਗਾਂ ਅਗਲੇ ਪਰਲੋਕ ਵਿੱਚ ਇਹਦੀ ਰੱਖਿਆ ਕਰ ਸਕਾਂ, ਵੀ ਇਹ ਤਾਂ ਮੰਗੀ ਹੋਰ ਕੁਝ ਜਾਂਦਾ, ਇਹਦਾ ਗਾਂ ਦਰਗਾਹ ਵਿੱਚ ਰੱਖਿਆ ਕਰਨ ਨੂੰ ਕਹਿੰਦਾ, ਤੇ ਮੇਥੋਂ ਤਾਂ ਇੱਥੇ ਨਹੀਂ ਕਿਸੇ ਦੀ ਰੱਖਿਆ ਹੁੰਦੀ ਹੈ, ਤੇ ਅਗਾਂਹ ਮੈਂ ਇਹਦਾ ਕਿਵੇਂ ਪਰਲੋਕ ਵਿੱਚ ਰੱਖਿਆ ਕਰਾਂਗਾ। ਬਾਦਸ਼ਾਹ ਮਨ ਵਿੱਚ ਝੂਰਦਾ ਵੀ ਹੈ ਤੇ ਨਾਲ ਬੜਾ ਹੈਰਾਨ ਵੀ ਹੁੰਦਾ ਸਿੱਖ ਦੀ ਸ਼ਰਧਾ ਵੇਖ ਵੇਖ ਕੇ। ਦੁਨੀਆ ਮਹਿ ਕਰ ਬੇਸਮਰੱਥ। ਵੀ ਮੈਂ ਤਾਂ ਚਲੋ ਬਾਦਸ਼ਾਹ ਹਾਂ ਇਸ ਭਾਰਤ ਵਰਸ਼ ਦਾ, ਤੇ ਹਿੰਦੁਸਤਾਨ ਵਿੱਚ ਤਾਂ ਮੈਂ ਕਿਸੇ ਦੀ ਰੱਖਿਆ ਕਰ ਸਕਦਾ, ਸਹਾਇਤਾ ਕਰ ਸਕਦਾ ਹਾਂ। ਨਹੀਂ ਦੀਨ ਕੁਛ ਹਮਰੇ ਹੱਥ। ਤੇ ਸੋਚਦਾ ਮਨ 'ਚ ਬਾਦਸ਼ਾਹ ਵੀ ਪਰਲੋਕ ਵਿੱਚ ਮੇਰੇ ਹੱਥ ਵਿੱਚ ਕੁਛ ਨਹੀਂ, ਉੱਥੇ ਮੈਂ ਕੁਝ ਨਹੀਂ ਕਿਸੇ ਦਾ ਸਵਾਰ ਸਕਦਾ। ਸ਼੍ਰੀ ਹਰਿ ਗੋਬਿੰਦ ਮੁਝ ਕੋ ਜਾਨਾ। ਤੇ ਇਹਨੇ ਲੱਗਦਾ ਵੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜਾਣ ਲਿਆ ਹੈ, ਜਾਂ ਤੇ ਇਸ ਬਿਦ ਬਾਕ ਬਖਾਨਾ। ਇਸੇ ਲਈ ਪਰਲੋਕ ਦੀ ਰੱਖਿਆ ਵਾਸਤੇ ਇਹ ਸਿੱਖ ਮੇਰੇ ਅੱਗੇ ਬੇਨਤੀਆਂ ਕਰ ਰਿਹਾ ਹੈ। ਦੀਨ ਦੁਨੀ ਜੋ ਕਰਹਿ ਸਹਾਏ। ਤੇ ਬਾਦਸ਼ਾਹ ਨੂੰ ਇਹ ਭਰੋਸਾ ਹੋ ਗਿਆ ਵੀ ਜਿਹੜਾ ਦੀਨ ਦੁਨੀਆ ਦੀ ਇੱਥੇ ਵੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਇਤਾ ਕਰਦਾ ਹੈ। ਸੱਚ ਪਤ ਸ਼ਾਹਿਤ ਤਿਸ ਬਨ ਆਏ। ਉਹ ਤਾਂ ਸੱਚੇ ਪਾਤਸ਼ਾਹ ਦਾ ਅਹੁਦਾ ਤਾਂ ਉਹਨੂੰ ਹੀ ਬਣ ਆਉਂਦਾ ਹੈ ਜਿਹੜਾ ਕਿਸੇ ਦੀ ਇੱਥੇ ਵੀ ਰੱਖਿਆ ਕਰੇ, ਕਿਉਂਕਿ ਪਾਤਸ਼ਾਹ ਤਾਂ ਇੱਥੇ ਰੱਖਿਆ ਕਰ ਲਊ, ਪਰਲੋਕ ਵਿੱਚ ਜਿਹੜਾ ਰੱਖਿਆ ਕਰ ਲਵੇ, ਦੋ ਜਹਾਨਾਂ ਦਾ ਮਾਲਕ ਹੋਵੇ, ਉਹ ਸੱਚਾ ਪਾਤਸ਼ਾਹ ਕਹਾਉਣ ਦਾ ਹੱਕਦਾਰ ਹੈ। ਤੇ ਸੱਚੇ ਪਾਤਸ਼ਾਹ ਦਾ ਲਕਬ ਉਸੇ ਨੂੰ ਹੀ ਸ਼ੋਭਾ ਪਾਉਂਦਾ ਹੈ ਜਿਹੜਾ ਦੋਹਾਂ ਜਹਾਨਾਂ ਵਿੱਚ ਕਿਸੇ ਦੀ ਰੱਖਿਆ ਕਰ ਸਕਦਾ ਹੈ। ਗੁਰੂ ਕਹਿਤ ਥੇ ਜੋ ਮਮ ਪਾਸ। ਤੇ ਉਹ ਗੱਲ ਯਾਦ ਆ ਗਈ ਵੀ ਜਿਹੜੀ ਗੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੈਨੂੰ ਕਿਸੇ ਸਮੇਂ ਆਖੀ ਸੀ, ਕਰਹਿ ਆਪ ਨਰ ਨਾਮ ਪ੍ਰਕਾਸ਼। ਤੇ ਬਾਦਸ਼ਾਹ ਸੋਚਦਾ ਵੀ ਇਹੀ ਬਚਨ ਮੈਨੂੰ ਆਖੇ ਸੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ, ਵੀ ਅਸੀਂ ਨਹੀਂ ਕਿਸੇ ਨੂੰ ਕਹਿੰਦੇ ਸਾਨੂੰ ਸੱਚਾ ਪਾਤਸ਼ਾਹ ਆਖੋ, ਪਰ ਸੰਗਤ ਜਿਹੜੇ ਗੁਰੂ ਕੇ ਸਿੱਖ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ, ਉਹ ਪ੍ਰੇਮ ਨਾਲ ਹੀ ਵੱਖੋ ਵੱਖਰੇ ਨਾਮ ਲਈ ਜਾਂਦੇ ਹਨ। ਹਮ ਨਹਿ ਕਿਸ ਕੇ ਸੰਗ ਬਖਾਨਾ। ਅਸੀਂ ਨਹੀਂ ਕਦੇ ਕਿਸੇ ਨੂੰ ਆਖਿਆ ਵੀ ਸਾਨੂੰ ਸੱਚਾ ਪਾਤਸ਼ਾਹ ਆਖੋ। ਸਾਚੋ ਪਾਤਸ਼ਾਹੂ ਜਗ ਜਾਨਾ ਹੈ। ਪਰ ਸੰਸਾਰ ਸੁਤੇ ਸੇਧੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚੇ ਪਾਤਸ਼ਾਹ ਕਰਕੇ ਜਾਣਦਾ ਹੈ। ਕਹੈ ਆਪ ਹੀ ਤੇ ਇਹ ਨਾਮੂ। ਤੇ ਬਾਦਸ਼ਾਹ ਨੂੰ ਯਕੀਨ ਹੋ ਗਿਆ ਵੀ ਸਿੱਖ ਆਪ ਹੀ ਇਹ ਨਾਮ ਲੈਂਦੇ ਆ, ਮਹਾਰਾਜ ਨੇ ਕਿਸੇ ਨੂੰ ਆਖਿਆ ਨਹੀਂ ਹੈ। ਬਿਦਤਿਓ ਸਗਰੇ ਪੁਰ ਅਰ ਗ੍ਰਾਮੂ। ਤੇ ਇਹ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਜਿਹੜਾ ਉਹ ਸਾਰੇ ਪਿੰਡਾਂ ਨਗਰਾਂ ਸ਼ਹਿਰਾਂ ਵਿੱਚ ਪ੍ਰਗਟ ਪ੍ਰਤੱਖ ਹੋ ਰਿਹਾ ਹੈ, ਕਿਉਂਕਿ ਲੋਕ ਤੇ ਪਰਲੋਕ 'ਚ ਰੱਖਿਆ ਕਰਨ ਵਾਲੇ ਹੈ। ਇਹ ਕਹਿਬੂ ਗੁਰ ਕੋ ਸਭ ਸਾਚਾ। ਤੇ ਇਸ ਤਰ੍ਹਾਂ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰੇ ਸੱਚਾ ਪਾਤਸ਼ਾਹ ਆਖਦੇ ਆ। ਇਹ ਬਾਦਸ਼ਾਹ ਜਹਾਂਗੀਰ ਨੂੰ ਸਾਰੀ ਗੱਲਬਾਤ ਮਨ ਵਿੱਚ ਯਾਦ ਆ ਗਈ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਕਿਆ ਹੀ ਸੱਚੇ ਪਾਤਸ਼ਾਹ ਹਨ। ਲੱਗਨ ਨ ਦੇਤ ਦਾਸ ਦੁਖ ਆਂਚਾ। ਵੀ ਸੱਚੇ ਪਾਤਸ਼ਾਹ ਤਾਂ ਉਹ ਹੁੰਦਾ ਜਿਹੜਾ ਆਪਦੇ ਦਾਸ ਨੂੰ ਦੁੱਖ ਦਾ ਸੇਕ ਤੱਕ ਨਾ ਲੱਗਣ ਦੇਵੇ। ਇਮ ਚਿਤ ਮਹਿ ਚਿਤਵਤ ਪਾਸ਼ਾਹੂ। ਇਸ ਤਰ੍ਹਾਂ ਵਿਚਾਰਾ ਬਾਦਸ਼ਾਹ ਅੱਗੇ ਉਹ ਟਕਾ ਰੱਖ ਕੇ ਸਿੱਖ ਅਰਦਾਸ ਕਰੀ ਜਾਂਦਾ, ਤੇ ਬਾਦਸ਼ਾਹ ਹੋਰ ਹੀ ਸੋਚਾਂ ਵਿੱਚ ਪਿਆ ਹੋਇਆ ਵੀ ਮੈਂ ਇਹਦੀ ਰੱਖਿਆ ਕਿਵੇਂ ਕਰਾਂ ਭਲਾ।
ਇਸ ਤਰ੍ਹਾਂ ਦੀ ਮਨ ਵਿੱਚ ਸੋਚ ਵਿਚਾਰ ਜੀ ਕਰਨ ਤੋਂ ਬਾਅਦ ਗੁਰ ਨਿਸਚੈ ਹੋਇਆ ਉਰ ਮਾਹੂ। ਬਾਦਸ਼ਾਹ ਦੇ ਮਨ ਵਿੱਚ ਨਿਹਚਾ ਹੋ ਗਿਆ ਵੀ ਇਹ ਅਰਦਾਸ ਤਾਂ ਗੁਰੂ ਹਰਗੋਬਿੰਦ ਸਾਹਿਬ ਅੱਗੇ ਕਰਨ ਵਾਲੀ ਹੈ, ਮੇਰੇ ਕੱਖ ਪੱਲੇ ਕੁਝ ਨਹੀਂ ਹੈ। ਕਾਹੀ ਸੁਣ ਤਬ ਕਹਿਓ ਸੁਨਾਈ। ਤੋ ਬਾਦਸ਼ਾਹ ਜਿਹੜਾ ਨਾ ਜਹਾਂਗੀਰ ਉਹ ਕਹਿੰਦਾ, ਉਹ ਭਾਈ ਕਾਈ ਨੂੰ ਸੁਣਾ ਕਰਕੇ ਕਿ ਪੁਰਖਾ ਸੁਣ ਸਾਡਾ ਬਚਨ ਜਰਾ ਗੌਰ ਦੇ ਨਾਲ। ਹਮ ਦੁਨੀਆ ਕੇ ਸ਼ਾਹੋ ਕਹਾਈ। ਤੈਨੂੰ ਭੁਲੇਖਾ ਪੈ ਗਿਆ ਹੈ, ਮੈਂ ਬਾਦਸ਼ਾਹ ਜਹਾਂਗੀਰ ਹਾਂ ਤੇ ਮੈਂ ਇਸ ਦੁਨੀਆ ਵਿੱਚ ਤੇਰੀ ਰੱਖਿਆ ਕਰ ਸਕਦਾ, ਜਿੱਥੇ ਕਹੀਂ ਉੱਥੇ ਤੇਰਾ ਕੰਮ ਸਵਾਰ ਸਕਦਾ ਹਾਂ। ਅੰਤ ਕਾਲ ਹਵੈ ਨਹੀਂ ਸਹਾਈ। ਪਰ ਮੈਂ ਅੰਤਲੇ ਸਮੇਂ ਤੇਰਾ ਸਹਾਈ ਨਹੀਂ ਹੋ ਸਕਦਾ। ਵੀ ਜੇ ਤੈਨੂੰ ਇੱਥੇ ਕੰਮ ਦੱਸ ਕੋਈ ਹੈ ਦੁਨੀਆ ਤੇ ਮੈਂ ਤੇਰਾ ਕਢਾ ਦਿੰਦਾ ਹਾਂ, ਪਰ ਅੰਤਲੇ ਸਮੇਂ ਮੈਂ ਤੇਰੀ ਸਹਾਇਤਾ ਨਹੀਂ ਕਰ ਸਕਦਾ। ਤਹ ਕੁਛ ਹਮਰੇ ਬਸ ਨਾ ਬਸਾਏ। ਕਾਈ ਪੁੱਛਦਾ ਵੀ ਕਿਉਂ? ਤੋ ਬਾਦਸ਼ਾਹ ਕਹਿੰਦਾ ਉੱਥੇ ਮੇਰੀ ਨਹੀਂ ਚੱਲਦੀ, ਮੇਰੀ ਕੱਲੀ ਇੱਥੇ ਚੱਲਦੀ ਆ। ਭਾਰਤ ਵਰਸ਼ ਅੰਦਰ ਜਾਂ ਪਾਸੇ ਦੇ ਰਾਜੇ ਮੇਰੀ ਮੰਨ ਲੈਣਗੇ, ਪਰ ਉਹ ਪਰਲੋਕ ਵਿੱਚ ਮੇਰਾ ਕੋਈ ਵਸ ਨਹੀਂ ਚੱਲਣਾ ਹੈ। ਸਾਚੋ ਸ਼ਾਹੂ ਗੁਰੂ ਜਿਸ ਕਹੈ। ਤੇ ਅਸਲੀ ਸੱਚਾ ਪਾਤਸ਼ਾਹ ਤਾਂ ਉਹ ਹੈ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਖਦੇ ਹਨ। ਅਪਰ ਥਾਨ ਸੋ ਉਤਰਿਓ ਅਹੈ। ਤੇ ਬਾਦਸ਼ਾਹ ਨੇ ਦੱਸਿਆ ਵੀ ਮੈਂ ਨਹੀਂ, ਸੱਚਾ ਪਾਤਸ਼ਾਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੈ, ਤੇ ਉਹ ਇੱਥੇ ਨਹੀਂ ਉਤਰੇ, ਉਹ ਥੋੜਾ ਜਿਹਾ ਅਗਲੇ ਪਾਸੇ ਉਹਨਾਂ ਨੇ ਪੜਾ ਲਾਇਆ ਹੋਇਆ ਹੈ। ਤਿਨ ਟਿਗ ਪਹੁੰਚਾ ਅਰਜ ਗੁਜਾਰੋ। ਤੇ ਮੈਂ ਜਿਹੜਾ ਤਾਂ ਤੇਰੀ ਸਹਾਇਤਾ ਨਹੀਂ ਕਰ ਸਕਦਾ, ਤੂੰ ਉਹਨਾਂ ਦੇ ਪਾਸ ਹੀ ਪਹੁੰਚ ਕੇ ਤੇ ਆਪਦੀ ਬੇਨਤੀ ਕਰ ਲੈ। ਹਾਂ ਇੱਥੇ ਕੋਈ ਕੰਮ ਹੈਗਾ ਤੇ ਤੇਰਾ ਕਢਾ ਦਿੰਨੇ ਆ, ਪਰ ਪਰਲੋਕ ਵਿੱਚ ਮੇਰਾ ਕੋਈ ਵਸ ਨਹੀਂ ਚੱਲਣਾ ਹੈ। ਹ੍ਰਿਦੇ ਮਨੋਰਥ ਕੋ ਤਹ ਸਾਰਾ। ਜਿਹੜੀ ਅਰਦਾਸ ਤੂੰ ਕਰ ਰਿਹਾ ਹੈ, ਅਰਦਾਸ ਤਾਂ ਗੁਰੂ ਹਰਗੋਬਿੰਦ ਸਾਹਿਬ ਪੂਰੀ ਕਰ ਸਕਦੇ ਹੈ। ਮਨ ਦਾ ਸੰਕਲਪ ਉਹਨਾਂ ਦੇ ਕੋਲ ਜਾ ਕੇ ਅਰਦਾਸ ਕਰ ਤੇ ਪੂਰਾ ਕਰ ਲੈ। ਇਮ ਸੁਨ ਟਕਾ ਉਠਾਏ ਸੋ ਕਾਹੀ। ਤੇ ਉਹ ਸੁਣਦਿਆ ਸਾਰ ਹੀ ਉਹ ਕਾਈ ਨੇ ਟਕਾ ਜਦ ਹੀ ਬਾਦਸ਼ਾਹ ਦੇ ਅੱਗੋਂ ਚੁੱਕ ਕੇ ਤੇ ਖੀਸੇ ਵਿੱਚ ਪਾ ਲਿਆ ਹੈ। ਇੱਥੇ ਥੋੜਾ ਜਿਹਾ ਪ੍ਰਸੰਗ ਇਦੋਂ ਅੱਗੇ ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੋਲ ਚਲਾ ਗਿਆ ਸੀ। ਉਹ ਮਹਿਮਾ ਪ੍ਰਕਾਸ਼ ਵਿੱਚ ਥੋੜਾ ਪ੍ਰਸੰਗ ਆਉਂਦਾ ਹੈ। ਤੇ ਜਦੋਂ ਬਾਦਸ਼ਾਹ ਨੇ ਆਖਿਆ ਵੀ ਮੈਂ ਤਾਂ ਨਹੀਂ ਤੇਰੀ ਸਹਾਇਤਾ ਕਰ ਸਕਦਾ ਪਰਲੋਕ ਵਿੱਚ, ਤੇ ਇਹ ਟਕਾ ਚੁੱਕਣ ਲੱਗਿਆ ਨਾ ਜਦੋਂ, ਤੇ ਬਾਦਸ਼ਾਹ ਨੇ ਰੋਕ ਦਿੱਤਾ ਸੀ। ਜਹਾਂਗੀਰ ਬਾਦਸ਼ਾਹ ਕਹਿੰਦਾ ਵੀ ਤੂੰ ਟਕਾ ਨਾ ਚੁੱਕ, ਤੂੰ ਮੈਨੂੰ ਇਸ ਟਕੇ ਬਦਲੇ ਜੋ ਆਖੇ ਮੈਂ ਤੈਨੂੰ ਉਹ ਦੇ ਦਿੰਦਾ ਹਾਂ। ਕਿਸੇ ਇਲਾਕੇ ਦਾ ਰਾਜ ਚਾਹੀਦਾ, ਤੈਨੂੰ ਹੀਰਿਆਂ ਨਾਲ ਤੋਲ ਦਿਆਂ, ਜਿੰਨਾ ਤੇਰਾ ਭਾਰ ਹੈ ਉਹਨੇ ਜਵਾਹਰਾਤ ਤੈਨੂੰ ਦੇ ਦਿਆਂ, ਜਿੱਥੋਂ ਤੱਕ ਤੂੰ ਫਿਰ ਲਵੇਂ ਘਾਹ ਖੋਤਣ ਦੀ ਲੋੜ ਨਹੀਂ, ਤੈਨੂੰ ਉੱਥੋਂ ਤੀਕਰ ਮੈਂ ਉਸ ਇਲਾਕੇ ਦਾ ਦੇਸ਼ ਦਾ ਮਾਲਕ ਬਣਾ ਦਿਆਂ। ਜੋ ਆਖੇ ਤੈਨੂੰ ਮੈਂ ਉਹੀ ਚੀਜ਼ ਦੇਣ ਨੂੰ ਤਿਆਰ ਹਾਂ, ਪਰ ਤੂੰ ਆ ਟਕਾ ਨਾ ਚੁੱਕ। ਵੀ ਵੇਖਦਾ ਸੀ ਵੀ ਕਿੰਨੀ ਸ਼ਰਧਾ ਹੈ। ਤੋ ਇਹ ਜਿਹੜਾ ਗਰੀਬ ਕਾਈ ਸੀ, ਇਹਨੇ ਫਿਰ ਆਖਿਆ ਵੀ ਬਾਦਸ਼ਾਹ ਵੀ ਜਿਹੜਾ ਕੁਝ ਤੂੰ ਮੈਨੂੰ ਦੇਣ ਨੂੰ ਫਿਰਦਾ ਹੈ, ਇਸ ਟਕੇ ਦੇ ਬਰਾਬਰ ਉਹ ਨਹੀਂ। ਇਹ ਟਕਾ ਮੈਂ ਗਰੀਬ ਜ਼ਰੂਰ ਹਾਂ, ਮੈਂ ਘਾਹ ਖੋਤ ਕੇ ਤੇ ਮੈਂ ਆਪਦੇ ਪਿਆਰੇ ਪ੍ਰੀਤਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਭੇਟ ਕਰਨ ਵਾਸਤੇ ਕਮਾਇਆ। ਮੈਂ ਜੰਗਲਾਂ 'ਚੋਂ ਘਾਹ ਵੱਢ ਕੇ ਟਕਾ ਕਮਾਇਆ, ਤੇ ਤੂੰ ਮੈਨੂੰ ਇੱਕ ਇਲਾਕੇ ਦਾ ਰਾਜ ਕੀ ਦੇਣਾ? ਜੇ ਤੂੰ ਮੈਨੂੰ ਆਪਦਾ ਤਖਤ ਵੀ ਦੇ ਦੇਵੇਂ ਨਾ, ਤੇ ਇਹ ਟਕੇ ਦੀ ਬਰਾਬਰੀ ਤੇਰਾ ਤਖਤ ਨਹੀਂ ਕਰ ਸਕਦਾ। ਤੇ ਬਾਦਸ਼ਾਹ ਵੇਖ ਕੇ ਸਾਥ ਦੀ ਨੇਤਰਾਂ 'ਚ ਜਲ ਲੈ ਆਇਆ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਥਾ ਇੰਨਾ ਪ੍ਰੇਮ ਸਿੱਖਾਂ ਵਿੱਚ ਵੀ ਮੈਂ ਤਖਤ ਵੀ ਦੇ ਦੇਵਾਂ, ਤੇ ਸਿੱਖ ਆ ਜਿਹੜਾ ਟਕਾ ਹੈ ਨਾ, ਕਹਿੰਦਾ ਇਹਦੇ ਤੇ ਮੇਰੇ ਪ੍ਰੀਤਮ ਦਾ ਹੱਕ ਹੈ। ਇਹ ਭੇਟਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਰਨੀ ਹੈ। ਮੈਂ ਚਾਹੇ ਤੂੰ ਮੈਨੂੰ ਸਾਰਾ ਰਾਜ ਭਾਗ ਮੈਂ ਤੇਥੋਂ ਮੋਹਰਾਂ ਲਿਜਾ ਕੇ ਚਾਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਥੱਬਾ ਮੋਹਰਾਂ ਦਾ ਪੰਡ ਮੋਹਰਾਂ ਦੀ ਭੇਟ ਕਰ ਦਿਆਂ। ਬਾਦਸ਼ਾਹ ਕਹਿੰਦਾ ਸੀ ਇਹ ਟਕਾ ਮੈਨੂੰ ਦੇ ਦੇ, ਤੇ ਤੂੰ ਮੇਥੋਂ ਪੰਡ ਮੋਹਰਾਂ ਦੀ ਲਿਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਟੇਕ ਦੇ। ਇਹ ਕਹਿੰਦਾ ਨਹੀਂ, ਤੇਰੀ ਟੇਕੀ ਹੋਈ ਪੰਡ ਨਾਲ ਮੈਨੂੰ ਸੰਤੁਸ਼ਟੀ ਨਹੀਂ ਮਿਲਣੀ, ਜਿੰਨਾ ਆਨੰਦ ਮੈਨੂੰ ਮੇਰੀ 10 ਨੌਹਾਂ ਦੀ ਕਮਾਈ ਇਹ ਇੱਕ ਟਕੇ ਵਿੱਚੋਂ ਹੈ। ਤੋ ਸਾਧ ਸੰਗਤ ਜੀ, ਇਹ ਭਾਵਨਾ ਜਿਵੇਂ ਭਗਤ ਰਵਿਦਾਸ ਜੀ ਦੇ ਜੀਵਨ ਦਾ ਇੱਕ ਪ੍ਰਸੰਗ ਆਉਂਦਾ ਹੈ। ਭਗਤ ਜੁੱਤੀਆਂ ਗੰਢਦੇ ਸਨ ਰਵਿਦਾਸ ਜੀ, ਤੋ ਬਾਬਾ ਰਵਿਦਾਸ ਜੀ ਜੁੱਤੀਆਂ ਗੰਢਿਆ ਕਰਨ, ਉੱਥੋਂ ਕਦੇ ਕੋਈ ਜੁੱਤੀ ਗੁੰਢਾ ਕੇ ਲੈ ਕੇ ਜਾਂਦਾ। ਗੰਗਾ ਇਸ਼ਨਾਨ ਕਰਨ ਗਿਆ ਤੋਂ ਪੈਸਾ ਨਹੀਂ ਸੀ ਲੈਂਦੇ ਭਗਤ ਰਵਿਦਾਸ ਜੀ। ਇੱਕ ਬ੍ਰਾਹਮਣ ਆਇਆ, ਬੜਾ ਕਰਮਕਾਂਡੀ ਸੀ ਤੇ ਬੜਾ ਵਿਦਵਾਨ ਵੀ ਮੰਨਿਆ ਹੋਇਆ।
ਤੇ ਉਹ ਭਗਤ ਸਾਹਿਬ ਦੇ ਪਾਸ ਆਇਆ, ਉਹਨੇ ਜੁੱਤੀ ਗੰਢਵਾਈ। ਉਹਨਾਂ ਪੈਸਾ ਨਾ ਲਿਆ ਭਗਤ ਰਵਿਦਾਸ ਸਾਹਿਬ ਜੀਆਂ ਨੇ। ਜਦੋਂ ਨਾਮ ਮਾਇਆ ਲਈ ਫਿਰ ਪੁੱਛਿਆ ਵੀ, ਉਹ ਕਹਿੰਦਾ ਜੀ ਮੈਂ ਗੰਗਾ ਜਾ ਰਿਹਾ, ਮਾਇਆ ਨਾ ਲਈ। ਫਿਰ ਭਗਤ ਨੇ ਇੱਕ ਖੋਟਾ ਸਿੱਕਾ ਹੁੰਦਾ ਜਿਹੜਾ, ਖੋਟੀ ਕੌਡੀ, ਉਹ ਦੇ ਕੇ ਆਖਿਆ ਵੀ ਆ ਨਾ ਗੰਗਾ ਚੱਲਿਆ ਤੇ ਬ੍ਰਾਹਮਣ ਜੀ ਸਾਡੇ ਵੱਲੋਂ ਗੰਗਾ ਨੂੰ ਅਰਦਾਸ ਕਰਨੀ ਤੇ ਆ ਭੇਟਾ ਕਰ ਦੇਣਾ। ਤੇ ਉਹ ਜੇਬ ਵਿੱਚ ਪਾ ਲਿਆ ਉਹਨੇ ਕੌਡੀ, ਖੋਟੀ ਜੀ ਫੁੱਟੀ। ਤੇ ਹੱਸਦਾ ਜਾਵੇ ਬ੍ਰਾਹਮਣ ਵੀ, ਲੈ ਚਮਾਰ ਦੀ ਕੌਡੀ ਤੇ ਬੈਠੀ ਆ ਗੰਗਾ ਮਈਆ, ਵੀ ਮਾਤਾ ਗੰਗਾ ਨੇ ਇਹ ਜੁੱਤੀਆਂ ਗੰਢਣ ਵਾਲੇ ਦੀ ਕੌਡੀ, ਕਿਉਂਕਿ ਨੀਵਾਂ ਜਾਤੀ ਨੀਵੀਂ ਸਮਝਦੇ ਸੀ ਨਾ ਉਹਨਾਂ ਸਮਿਆਂ 'ਚ ਇਹਨਾਂ ਨੂੰ। ਤੇ ਗਿਆ ਬ੍ਰਾਹਮਣ, ਜਾ ਕਰਕੇ ਜਦੋਂ ਇਹਨੇ ਆਪ ਦੀ ਅਰਦਾਸ ਬੇਨਤੀ ਕੀਤੀ, ਆਰਾਧਨਾ ਕੀਤੀ, ਪੂਜਾ ਕੀਤੀ ਗੰਗਾ ਦੇ ਤੀਰਥ ਤੇ ਆਪ ਦੇ ਇਹਨੂੰ ਇਹ ਵਹਿਮ ਸੀ ਵੀ ਮੈਂ ਸੋਨੇ ਦੇ ਸਿੱਕੇ ਭੇਂਟ ਕਰਦਾ। ਉਹ ਪਹਿਲਾਂ ਆਪਦੇ ਸਿੱਕੇ ਜੇ ਭੇਂਟ ਕਰ ਦਿੱਤੇ, ਤੇ ਜਦੋਂ ਜਿਹੜਾ ਹੈ ਇਹਦੀ ਕੌਡੀ ਜੀ ਨਾ ਕਰੇ, ਆਖੇ ਵੀ ਚਲੋ ਇਹਨੂੰ ਕਿਹਨੇ ਪੁੱਛਣਾ। ਤੋ ਰਵਿਦਾਸ ਜੀ ਦੀ ਫੁੱਟੀ ਕੌਡੀ ਜਦੋਂ ਗਾਂਹ ਸਿੱਟਣ ਲੱਗਿਆ ਤੇ ਚੂੜੇ ਵਾਲੀ ਬਾਂਹ ਕੱਢ ਕੇ 2 ਹੱਥ ਕਰਕੇ ਗੰਗਾ ਨੇ ਕੌਡੀ ਪ੍ਰਵਾਨ ਕੀਤੀ। ਤੋ ਇਹ ਕੌਤਕ ਵੇਖ ਕੇ ਬ੍ਰਾਹਮਣ ਵੀ ਹੈਰਾਨ ਹੋ ਗਿਆ। ਤੋ ਫਿਰ ਅੱਗੇ ਚਲੋ ਪ੍ਰਸੰਗ ਹੋ ਰਿਹਾ, ਗੰਗਾ ਨੇ ਕੰਗਣ ਦੇਣਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਜਿਹੜੀ 10 ਨੌਹਾਂ ਦੀ ਕਿਰਤ ਗੱਲ ਸ਼ਰਧਾ ਦੀ ਹੈ। ਕਈ ਬੜਾ ਕੁਝ ਮਹਾਰਾਜ ਦੇ ਚਰਨੀ ਭੇਂਟ ਕਰ ਦਿੰਦੇ ਹੈ, ਪਰ ਹੁਣ ਇੱਕ ਘਾਈ ਦੀ ਕੌਡੀ ਨੇ ਸਾਧ ਸੰਗਤ ਜੀ ਸਾਰਿਆਂ ਦੀਆਂ ਭੇਟਾਂ ਫਿੱਕੀਆਂ ਪਾ ਦਿੱਤੀਆਂ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਹਾਥੀ ਭੇਟ ਕਰਨ ਵਾਲੇ ਵੀ ਬੜੇ ਸੀਗੇ, ਘੋੜੇ ਭੇਂਟ ਕਰੀ ਜਾਂਦਾ ਕੋਈ, ਪਰ ਉਹ ਬਹਾਦਰ ਸ਼ਾਹ ਵਾਂਗੂ ਚੀਜ਼ ਦੇ ਕੇ ਉਹਦੇ 'ਚ ਮਿਹਰ ਨਹੀਂ ਰੱਖਣੋਂ ਹਟਦੇ, ਸੁਭਾਅ ਆ ਮਨੁੱਖ ਦਾ। ਤੇ ਇਹ ਘਾਈ ਦੀ ਕੌਡੀ ਨੇ ਸਾਧ ਸੰਗਤ ਜੀ ਸਾਰਿਆਂ ਦੀਆਂ ਭੇਟਾਵਾਂ ਫਿੱਕੀਆਂ ਪਾ ਦਿੱਤੀਆਂ। ਅਕਸਰ ਹੀ ਸੁਭਾਅ ਹੁੰਦਾ, ਅਸੀਂ ਮਹਾਰਾਜ ਦੇ ਦਰ 'ਤੇ ਕੋਈ ਵੀ ਵਸਤੂ ਭੇਂਟ ਕਰਕੇ ਉਹ ਮਨ ਵਿੱਚ ਬਾਅਦ ਵਿੱਚ ਖਿਆਲ ਰਹਿੰਦਾ ਹੀ ਰਹਿੰਦਾ ਹੈ ਵੀ ਇਹ ਸਾਡੀ ਦਿੱਤੀ ਹੋਈ ਹੈ। ਜਿਵੇਂ ਕੋਈ ਨਾਮ ਲਿਖਾਈ ਜਾਂਦੇ ਆ, ਪੱਖਿਆਂ 'ਤੇ ਨਾਮ ਲਿਖਾਤਾ, ਵਸਤੂਆਂ 'ਤੇ ਨਾਮ ਲਿਖਾ ਦਿੱਤਾ। ਤੋ ਇਸ ਤਰ੍ਹਾਂ ਉਹ ਸਾਡੇ ਮਨ 'ਚ ਰੀਝ ਹੁੰਦੀ ਵੀ ਸਾਡਾ ਨਾਂ ਰਵੇ ਵੀ ਅਸੀਂ ਦਿੱਤੀ ਹੈ। ਪਰ ਜਿਹੜੀ ਚੀਜ਼ ਦਿੱਤੀ ਹੁੰਦੀ ਹੈ ਉਹਦੇ ਫਿਰ ਮੇਰ ਕਾਹਦੀ, ਜਦੋਂ ਦੇ ਦਿੱਤੀ ਵਸਤੂ। ਬਹਾਦਰ ਸ਼ਾਹ ਨੇ ਵੀ ਤਾਂ ਹੀਰਾ ਦਿੱਤਾ ਹੀ ਸੀ ਨਾ, ਪਰ ਜਦੋਂ ਸਾਡਾ ਮਨ ਪਕੜ ਰੱਖਦਾ, ਉਹ ਦਿੱਤੀ ਹੋਈ ਵਸਤੂ ਵੀ ਪ੍ਰਵਾਨ ਨਹੀਂ ਹੁੰਦੀ ਹੈ। ਕਿਉਂਕਿ ਤੇਰਾ ਕੀਆ ਤੁਝ ਹੈ ਕਿਆ ਅਰਪਾ, ਸਾਨੂੰ ਜਿਹੜਾ ਕੁਝ ਅਸੀਂ ਮਹਾਰਾਜ ਦੇ ਘਰ ਦੇਣਾ ਹੈ, ਸਾਨੂੰ ਉਹ ਕਿਹਨੇ ਦਿੱਤਾ? ਅਸੀਂ ਉਹਦੇ ਤੋਂ ਲੈ ਕੇ ਤੇ ਉਹਨੂੰ ਇਉਂ ਦਿੰਦੇ ਹਾਂ ਜਿਵੇਂ ਕੋਈ ਮੰਗਤਾ ਹੁੰਦਾ ਹੈ। ਗੁਰੂ ਘਰ ਜਿਹੜੀ ਵਸਤੂ ਦੇਣੀ ਸਾਧ ਸੰਗਤ ਜੀ, ਤਾਂ ਸ਼ੁਕਰ ਕਰੋ ਵੀ ਆਪਣੀ ਵਸਤੂ ਮਹਾਰਾਜ ਅੰਗੀਕਾਰ ਕਰ ਲੈਂਦੇ ਆ, ਵੀ ਮਹਾਰਾਜ ਨਾ ਪ੍ਰਵਾਨ ਹੀ ਕਰ ਲੈਣ, ਤੇ ਇਸੇ 'ਚ ਹੀ ਵੱਡਾ ਭਾਗ ਹੈ ਆਪਣਾ। ਬਾਦਸ਼ਾਹ ਅਕਬਰ ਵਰਗੇ 55 ਦਿਨ ਰਸਤ ਲੈ ਕੇ ਤੇ ਗੋਇੰਦਵਾਲ ਖੜੇ ਰਹੇ ਸੀ ਤੇ ਵਾਰੀ ਨਹੀਂ ਸੀ ਆਈ। ਇਹ ਉਹ ਦਰ ਹੈ। ਤੋ 84 ਪਿੰਡ ਮਿੰਨਤਾਂ ਕਰਦਾ ਰਿਹਾ ਅਕਬਰ ਬਾਦਸ਼ਾਹ, ਲੈ ਲਓ। ਮਹਾਰਾਜ ਪਾਤਸ਼ਾਹ ਨੇ ਪਰਵਾਹ ਹੀ ਨਹੀਂ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਨੇ ਫਿਰ ਬੀਬੀ ਭਾਨੀ ਜੀ ਦੇ ਨਾਮ ਲਵਾ ਕੇ ਗਿਆ। ਆ ਤਰਨ ਤਾਰਨ ਚੱਬੇ ਇਲਾਕੇ ਦੀ, ਜਿੱਥੇ ਬੀੜ ਸਾਹਿਬ ਬਾਬਾ ਬੁੱਢਾ ਸਾਹਿਬ ਦਾ ਸਥਾਨ ਹੈ, ਇੱਥੋਂ ਰਮਦਾਸ ਤੀਕਰ 84 ਪਿੰਡਾਂ ਦਾ ਮਾਮਲਾ ਗੁਰੂ ਘਰ ਨੂੰ ਆਉਂਦਾ ਰਿਹਾ। ਤੋ ਗੁਰੂ ਸਾਹਿਬ ਪ੍ਰਵਾਨ ਹੀ ਕਰ ਲੈਣ ਸਾਧ ਸੰਗਤ ਜੀ ਕਿਸੇ ਦੀ ਵਸਤੂ, ਤੇ ਇਹਦੇ ਵਿੱਚ ਹੀ ਬੜੀ ਜ਼ਿਆਦੀ ਜਿਹੜੀ ਹੈ ਉਹ ਆਪਣੀ ਵਡਿਆਈ ਹੈ। ਨਹੀਂ ਤਾਂ ਮਹਾਰਾਜ ਨੇ ਕਦੀ ਕਿਸੇ ਦੀ ਵਸਤੂ ਪ੍ਰਵਾਨ, ਕਿਸੇ ਭਾਗ ਵਾਲੇ ਦੀ ਵਸਤੂ ਮਹਾਰਾਜ ਦੇ ਦਰ 'ਤੇ ਪ੍ਰਵਾਨ ਹੁੰਦੀ। ਲਈ ਬਹੁਤ ਫਿਰਦੇ ਹੈ, ਖੜੇ ਬੜੇ ਆ ਕਤਾਰਾਂ ਬੰਨ ਬੰਨ ਕੇ, ਪਰ ਵੱਡੇ ਭਾਗ ਹੈ ਵੀ ਜੇ ਆਪਣੀ ਵਸਤੂ ਕੋਈ ਪ੍ਰਵਾਨ ਹੋ ਜਾਵੇ। ਇਸ ਲਈ ਕਦੇ ਵਸਤੂ ਦੇ ਕੇ ਮਿਹਰ ਨਹੀਂ ਕਰਨੀ ਵੀ ਮੈਂ ਕੀਤਾ ਜੀ, ਆ ਮੈਂ ਇਸ ਤਰ੍ਹਾਂ ਕਰ ਦਿਆਂਗਾ। ਸਭ ਤੋਂ ਵੱਡਾ ਮੂਰਖ ਗਿਣਿਆ ਜਾਂਦਾ ਜਿਹੜਾ ਆਪਦੇ ਆਪ ਨੂੰ ਮੈਂ ਮੇਰੀ ਕੀਤੀ, ਮੈਂ ਕੀਤਾ। ਤੋ ਜੇ ਇਹ ਭਾਵਨਾ ਹੋਵੇ ਵੀ ਪਾਤਸ਼ਾਹ ਵੀ ਤੇਰਾ ਦਿੱਤਾ ਆ, ਤੇ ਤੇਰਾ ਦਿੱਤਾ ਹੋਇਆ ਅਸੀਂ ਤੈਨੂੰ ਕੀ ਦੇ ਸਕਦੇ ਹਾਂ? ਜੇ ਸਾਨੂੰ ਦਿੰਦੋ ਹੀ ਨਾ ਤੇ ਫਿਰ ਲੈ ਕੋ ਵਿਖਾਉਂਦਾ ਦਾਨ ਦੇ ਕੇ। ਦਾਨ ਵੀ ਸਾਧ ਸੰਗਤ ਜੀ ਭੇਟਾ ਵੀ ਉਹੀ ਕਰਦਾ ਹੈ ਜਿਹਨੂੰ ਮਹਾਰਾਜ ਨੇ ਕਰਨ ਜੋਗਾ ਬਣਾਇਆ। ਆ ਬੜੇ ਸੰਸਾਰ ਤੇ ਇਹੋ ਜਿਹੇ ਵਿਚਾਰੇ ਆ, ਘਰ ਵੀ ਭਰੇ ਪਿਆ ਧਨ ਦੇ ਨਾਲ, ਦੁੱਕੀ ਨਹੀਂ ਦਿੱਤੀ ਜਾਂਦੀ ਕਿਸੇ ਨੂੰ, 5 ਪੂਰੇ ਨਹੀਂ ਆਉਂਦੇ। ਤੇ ਕਈ ਗਰੀਬੀ ਵੀ ਇੰਨੀ ਆ, ਸੰਸਾਰ ਦੇ ਅੰਦਰ ਵੀ ਰੋਟੀ ਨਹੀਂ ਪੂਰੀ ਹੁੰਦੀ। ਉਹ ਕੀ ਕਿਸੇ ਨੂੰ ਦੇਣਗੇ? ਉਹ ਲੈਣ ਜੋਗੇ ਬਣੇ ਹੋਏ ਵਿਚਾਰੇ, ਹਰੇਕ ਅੱਗੇ ਹੱਥ ਅੱਡਣਾ ਪੈਂਦਾ। ਵੇਖੋ ਕਿੰਨੀ ਗਰੀਬੀ ਆ ਇੱਥੇ ਭਾਰਤ ਵਰਸ਼ ਦੇ ਅੰਦਰ, ਤੇ ਦੁਨੀਆ ਕਿੱਡੀ ਪਈ ਹੈ। ਤੋ ਇਸ ਤਰ੍ਹਾਂ ਹੁਣ ਇਸ ਇਕਾਈ ਦੇ ਇੱਕ ਸਾਧ ਸੰਗਤ ਜੀ
ਕੌਡੀ ਨੇ ਜਾਂ ਇੱਕ ਜਿਹੜਾ ਵੀ ਇਹਨੇ ਸਿੱਕਾ ਜੋ ਵੀ ਟੇਕਿਆ, ਉਹਨੇ ਵੱਡਿਆਂ ਵੱਡਿਆਂ ਰਾਜਿਆਂ ਮਹਾਰਾਜਿਆਂ ਦੀਆਂ ਭੇਟਾਂ ਫਿੱਕੀਆਂ ਪਾ ਦਿੱਤਾ। ਜਹਾਂਗੀਰ ਤਰਲੇ ਕਰਦਾ ਰਿਹਾ ਵੀ ਤੈਨੂੰ ਜੋ ਕਹੇ ਮੈਂ ਦੇ ਦਿੰਦਾ ਹਾਂ, ਪਰ ਤੂੰ ਇਹ ਚੁੱਕ ਨਾ। ਪਰ ਉਹਨੇ ਨਹੀਂ, ਸਾਧ ਸੰਗਤ ਜੀ, ਜਿਹੜਾ ਕਾਈ ਹੈ ਉਹਨੇ ਜਦੇ ਹੀ ਆਪਣਾ ਟਕਾ ਉਠਾ ਕੇ ਤੇ ਖੀਸੇ 'ਚ ਪਾ ਲਿਆ। ਆਖਿਆ ਬਾਦਸ਼ਾਹ, ਕਹਿੰਦਾ ਕੋਈ ਵੀ ਇੱਥੋਂ ਦਾ ਕੰਮ ਮੈਂ ਕਢਵਾ ਦਿੰਦਾ। ਕਹਿੰਦੇ ਨਹੀਂ ਬਾਦਸ਼ਾਹ, ਮੈਨੂੰ ਕੋਈ ਇੱਛਾ ਹੀ ਨਹੀਂ, ਬਸ ਇਸ ਟਕੇ ਦੇ ਉੱਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਹੱਕ ਹੈ। ਇਹ ਟਕਾ ਗੁਰੂ ਕੇ ਖਜ਼ਾਨੇ ਵਿੱਚ ਜਾਣਾ ਹੈ, ਉਹਦੇ ਬਦਲੇ ਚਾਹੇ ਰਾਜ ਦੇ, ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਤੋ ਇਸੇ ਤਰ੍ਹਾਂ ਸਾਸੀ ਨੇ ਉਹ ਟਕਾ ਚੁੱਕ ਕੇ ਕਾਈ ਨੇ ਜੇਬ ਵਿੱਚ ਪਾ ਲਿਆ ਹੈ। ਗਮਨਿਓ ਅਪਰ ਨਰਨ ਕੇ ਪਾਹੀ। ਤੇ ਫਿਰ ਹੋਰ ਜਿੱਥੇ ਗੁਰੂ ਕੇ ਸਿੱਖ ਖੜੇ ਸੀ, ਜਿੱਥੇ ਤੰਬੂ ਲੱਗਾ ਹੋਇਆ, ਉਹਨਾਂ ਦੇ ਪਾਸ ਪਹੁੰਚ ਗਿਆ ਹੈ। ਸ਼੍ਰੀ ਹਰਗੋਬਿੰਦ ਸੱਚ ਪਾਤਸ਼ਾਹੂ। ਹੁਣ ਨਾ ਤਾਂ ਪਤਾ ਲੱਗ ਹੀ ਗਿਆ ਸੀ ਇਹਨੂੰ। ਫਿਰ ਉੱਥੇ ਜਾ ਕੇ ਪੁੱਛਿਆ ਇਹਨੇ ਵੀ ਜਿਹੜੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਨ, ਉਤਰੇ ਕਹਾਂ ਦੇਖਬੇ ਚਾਹੂ। ਕਿੱਥੇ ਉਤਾਰਾ ਉਹਨਾਂ ਦਾ? ਮੇਰੀ ਇੱਛਾ ਹੈ ਮਹਾਰਾਜ ਦੇ ਦਰਸ਼ਨ ਕਰਨੇ ਦੀ। ਮੋਹੇ ਬਤਾਵਹ ਸੋ ਇਸ ਥਾਨ। ਦੱਸੋ, ਮੈਨੂੰ ਦੱਸੋ ਸੱਚੇ ਪਾਤਸ਼ਾਹ ਜੀ ਕਿੱਥੇ ਉਤਰੇ ਹੋਏ? ਇੱਥੇ ਲਾਗੇ ਹੀ ਵਿਦਤ ਗਰੀਬ ਨਿਵਾਜ ਮਹਾਨ। ਜਿਹੜੇ ਸੰਸਾਰ ਵਿੱਚ ਪ੍ਰਗਟ ਪ੍ਰਤਾਖੀ ਗਰੀਬਾਂ ਨੂੰ ਨਿਵਾਜਣ ਵਾਲੇ, ਲਾਜ ਰੱਖਣ ਵਾਲੇ ਹਨ। ਸੁਣ ਲੋਕਣ ਗੁਰ ਥਾਨ ਬਤਾਇਓ। ਤੇ ਜਿਹੜੇ ਉਹ ਗੁਰੂ ਕੇ ਸਿੱਖ ਖੜੇ ਸੀ, ਉੱਥੇ ਉਹਨਾਂ ਨੇ ਹੱਥ ਕਰ ਦਿੱਤਾ ਜਿੱਥੇ ਮਹਾਰਾਜ ਠਹਿਰੇ ਸੀ। ਕਾਈ ਨੂੰ ਉਹ ਜਗ੍ਹਾ ਦੱਸ ਦਿੱਤੀ ਹੈ। ਜਹ ਤਰ ਛਾਇ ਆਰਾਮ ਸੋ ਪਾਇਓ। ਜਿੱਥੇ ਚੋਜੀ ਪਾਤਸ਼ਾਹ, ਸੱਚੇ ਪਾਤਸ਼ਾਹ, ਗੁਰੂ ਗਰੀਬ ਨਵਾਜ ਜਗਦਾਤੇ ਆਰਾਮ ਫਰਮਾ ਰਹੇ ਸੰਘਣੀ ਛਾਂ ਦੇ ਹੇਠਾਂ। ਪਹੁੰਚਿਓ ਜਾਏ ਦਰਸ ਕੋ ਕਰ ਕੈ। ਇਹ ਗਰੀਬ ਕਾਈ ਪਹੁੰਚਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹਨ। ਬੰਦਨ ਕੀਨ ਧਰਨ ਸਿਰ ਧਰ ਕੈ। ਧਰਤੀ ਤੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਨੂੰ ਡੰਡੌਤ ਬੰਦਨਾ ਕੀਤੀ ਹੈ। ਟਕਾ ਰਾਖ ਕਰ ਅਰਜ ਗੁਜਾਰੀ। ਤੇ ਹਜ਼ੂਰ ਦੇ ਚਰਨਾਂ ਤੇ ਉਹ ਟਕਾ ਰੱਖਿਆ ਇਸ ਕਾਈ ਗਰੀਬ ਨੇ, ਤੇ ਮਹਾਰਾਜ ਦੇ ਅੱਗੇ ਹੱਥ ਜੋੜ ਕਰਕੇ ਬੇਨਤੀ ਕੀਤੀ ਹੈ। ਮੈਂ ਆਇਆ ਗੁਰ ਸ਼ਰਨ ਤੁਮਾਰੀ। ਸੱਚੇ ਪਾਤਸ਼ਾਹ, ਮੈਂ ਤੁਹਾਡੀ ਚਰਨ ਸ਼ਰਨ ਵਿੱਚ ਆਇਆ ਚੱਲ ਕਰਕੇ। ਅੰਤ ਕਾਲ ਮਹਿ ਬਨਹਾ ਸਹਾਈ। ਮੈਨੂੰ ਕੁਝ ਨਹੀਂ ਚਾਹੀਦਾ ਸੰਸਾਰ ਦੇ ਰਾਜ ਭਾਗ, ਕੁਝ ਨਹੀਂ ਚਾਹੀਦਾ ਗਰੀਬ ਨਵਾਜ। ਬਸ ਅੰਤਲੇ ਸਮੇਂ ਤੁਹਾਡੇ ਦਰਸ਼ਨ ਹੋਣ ਤੇ ਅੰਤਲੇ ਸਮੇਂ ਮੇਰੀ ਸਹਾਇਤਾ ਕਰਨਾ ਜੀ। ਜਮਦੂਤਣ ਤੇ ਲਿਹੋ ਬਚਾਈ। ਗਰੀਬ ਨਵਾਜ, ਜਦੋਂ ਜਮਾਂ ਦੀ ਮਾਰ ਪੈਣੀ ਉੱਥੇ ਕਿਸੇ ਸਹਾਇਤਾ ਨਹੀਂ ਕਰਨੀ। ਇਹੋ ਹੀ ਦਰਖਾਸਤ ਬੇਨਤੀ ਹੈ ਮਹਾਰਾਜ ਜੀ, ਮੈਨੂੰ ਕਿਰਪਾ ਕਰਕੇ ਅੰਤਲੇ ਸਮੇਂ ਜਮਾਂ ਦੀ ਮਾਰ ਤੋਂ ਬਚਾ ਲੈਣਾ। ਅਭਿਲਾਖਤ ਬਹੁ ਦਿਨ ਤੇ ਦਰਸ਼ਨ। ਮੈਂ ਤੁਹਾਡੇ ਦਰਸ਼ਨਾਂ ਦੀ ਬੜੇ ਦਿਨਾਂ ਤੋਂ ਇੱਛਾ ਰੱਖ ਰਿਹਾ ਸੀ। ਆਜ ਭਾਗ ਵੱਡ ਤੇ ਭਾ ਪਰਸਨ। ਅੱਜ ਮੇਰੇ ਵੱਡੇ ਭਾਗ ਜਾਗੇ ਆ, ਤੁਹਾਡੇ ਦਰਸ਼ਨ ਪਰਸਨ ਹੋਏ ਆ। ਨਾਮ ਗਰੀਬ ਨਿਵਾਜ ਤੁਮਾਰਾ। ਬਾਕੀ ਗਰੀਬਾਂ ਨੂੰ ਨਿਵਾਜਣਾ, ਨਿਮਾਣਿਆਂ ਨੂੰ ਮਾਣ ਦੇਣਾ ਤੁਹਾਡਾ ਬਿਰਦ ਹੈ, ਤੁਹਾਡਾ ਨਾਮ ਹੈ। ਕਰਾਹੋ ਨਿਬਾਹਣ ਬਿਰਦ ਉਦਾਰਾ। ਤੇ ਤੁਹਾਡਾ ਧਰਮ ਹੈ ਮਹਾਰਾਜ, ਗਰੀਬਾਂ ਦੀ ਲਾਜ ਰੱਖਦੇ ਹੋ, ਦੀਨਾ ਬੰਧੂ ਹੋ। ਆਪਣੇ ਬਿਰਦ ਨੂੰ, ਧਰਮ ਨੂੰ ਸੰਭਾਲਦਿਆਂ ਹੋਇਆਂ ਮਹਾਰਾਜ ਮੇਰੇ ਤੇ ਦਇਆ ਕਰਨੀ, ਇਸ ਗਰੀਬ ਤੇ ਮਿਹਰ ਭਰਿਆ ਹੱਥ ਰੱਖਣਾ, ਅੰਤਲੇ ਸਮੇਂ ਕਿਰਪਾ ਕਰਨੀ ਜੀ। ਸੁਣ ਸਤਿਗੁਰ ਕਿਰਪਾਲ ਬਖਾਨਾ। ਤੋ ਇਸ ਤਰ੍ਹਾਂ ਸੁਣ ਕੇ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਕਿਰਪਾ ਦੇ ਘਰ ਵਿੱਚ ਆਏ। ਤੋ ਇਸ ਗਰੀਬ ਸਿੱਖ ਦੀ ਇੰਨੀ ਸ਼ਰਧਾ ਪ੍ਰੇਮ ਵੇਖਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਇਸ ਨੂੰ ਬਚਨ ਕੀਤਾ ਹੈ। ਸਿਮਰਹ ਸਤਿਨਾਮ ਕਲਿਆਣਾ। ਮਹਾਰਾਜ ਕਹਿੰਦੇ ਕਲਿਆਣ ਹੀ ਹੈ, ਕਲਿਆਣ। ਕਦੇ ਜਦੇ ਵਾਹਿਗੁਰੂ 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 ਨਾਮ ਸਿਮਰੋ ਭਾਈ। ਨਾਮ ਦੇ ਵਿੱਚ ਹੀ ਸਾਰੀਆਂ ਬਰਕਤਾਂ ਛੁਪੀਆਂ। ਨਾਮ ਹੀ ਸਭ ਦੀ ਕਲਿਆਣ ਕਰਨ ਵਾਲਾ, ਮੁਕਤੀ ਦਾਤਾ ਹੈ। ਧਰਮ ਕਿਰਤ ਕਰ ਖਾਹੋ ਆਹਾਰਾ। ਇਹ ਸਿੱਖਾ ਸਦਾ ਧਰਮ ਦੀ ਕਿਰਤ ਕਰਨੀ ਹੈ। ਦਸਾਂ ਨੋਹਾਂ ਦੀ ਕਿਰਤ ਕਰਕੇ ਜਿਹੜਾ ਪ੍ਰਸ਼ਾਦਾ ਛਕਣਾ ਹੈ। ਕਿਸੇ ਦਾ ਹੱਕ ਨਹੀਂ ਮਾਰਨਾ ਕਦੇ। ਇਨ ਦੋ ਇਨ ਤੇ ਸਦਾ ਸੁਖਾਰਾ। ਜਿਹੜਾ ਇਹ ਦੋਵਾਂ ਦਾ ਪੱਲੜਾ ਫੜ ਲੈਂਦਾ, ਇੱਕ ਵਾਹਿਗੁਰੂ ਨਾਮ ਦਾ, ਦੂਜਾ ਧਰਮ ਦੀ ਕਿਰਤ ਕਰਦਾ ਹੈ, ਉਹ ਲੋਕ ਵਿੱਚ ਵੀ ਸੌਖਾ ਰਹਿੰਦਾ ਤੇ ਪਰਲੋਕ ਵਿੱਚ ਵੀ ਸੌਖਾ ਹੁੰਦਾ ਹੈ। ਨਹਿ ਜਮਦੂਤ ਦੇਖ ਬੇ ਪਾਵਹਿ। ਉਹਨਾਂ ਨੂੰ ਜਮਦੂਤ ਨਹੀਂ ਦੇਖਣੇ ਪੈਂਦੇ, ਜਮਾਂ ਦੀ ਮਾਰ ਨਹੀਂ ਸਹਿਣੀ ਪੈਂਦੀ। ਜਿਹੜੀ ਧਰਮ ਦੀ ਕਿਰਤ ਕਰਦੇ ਆ, ਨਾਲ ਨਾਮ ਜਪਦੇ ਹਨ। ਕਰ ਦੇ ਕਰ ਸਤਿਗੁਰੂ ਬਚਾਵਹਿ। ਗੁਰੂ ਨਾਨਕ ਪਾਤਸ਼ਾਹ ਦੀ ਆਪਦਾ ਮਿਹਰ ਭਰਿਆ ਹੱਥ ਦੇ ਕਰਕੇ ਉਹਨਾਂ ਦੀ ਲਾਜ ਰੱਖਦੇ ਹਨ। ਸੁਣ ਬੰਦਨ ਕਰ ਗਮਨਿਓ ਕਾਹੀ। ਤੋ ਇਸ ਤਰ੍ਹਾਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ,
ਉਪਦੇਸ਼ ਲੈ ਕੇ ਬੰਦਨਾ ਕਰਕੇ ਖੁਸ਼ ਹੁੰਦਾ ਘਾਈ ਘਰ ਨੂੰ ਪਹੁੰਚਿਆ ਪਰਤਿਆ ਹੈ। ਅਧਿਕ ਆਨੰਦ ਧਾਰ ਉਰ ਮਾਹੀ, ਬੜਾ ਆਨੰਦ ਜਿਹੜਾ ਇਹਨੇ ਹਿਰਦੇ ਵਿੱਚ ਧਾਰਨਾ ਕੀਤਾ ਹੈ। ਤਪਤ ਨਿਵਾਰੀ ਸਮਾ ਬਿਤਾਏ। ਤੋ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਨਦਰੋਂ ਨਦਰ ਨਿਹਾਲ ਕੀਤਾ। ਇੰਨੇ ਨੂੰ ਸ਼ਾਮ ਦੀ ਪੈਣੀ ਸ਼ੁਰੂ ਹੋ ਗਈ, ਦੁਪਹਿਰਾ ਬੀਤ ਗਿਆ ਹੈ। ਚੜਿਓ ਸ਼ਾਹੋ ਸਤਿਗੁਰੂ ਬੁਲਾਏ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬੁਲਾਵਾ ਭੇਜਿਆ ਵੀ ਬਾਦਸ਼ਾਹ ਕਹਿੰਦਾ ਵੀ ਚਾਲਾ ਭਾਈਏ ਹੁਣ ਆਪਾਂ ਨਗਰ ਨੂੰ ਆਗਰੇ ਨੂੰ ਚਲੇ ਜਾਈਏ। ਮਹਿਮਾ ਮਹਾ ਮਾਨ ਕਰ ਮਨ ਮੈਂ। ਤੇ ਇਧਰ ਬਾਦਸ਼ਾਹ ਜਹਾਂਗੀਰ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਮਨ ਵਿੱਚ ਪੂਰੀ ਤਰ੍ਹਾਂ ਹੀ ਮੰਨ ਲਈ, ਬਹੁਤ ਸ਼ਰਧਾ ਰੱਖ ਆਇਆ ਹੈ। ਜਹਾਂਗੀਰ ਪ੍ਰੇਮੀ ਗੁਰ ਤਨ ਮੈਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਬੜਾ ਪ੍ਰੇਮੀ ਹੋ ਗਿਆ ਬਾਦਸ਼ਾਹ। ਦੇਖਤ ਨਿਕਟ ਤੁਰੰਗ ਚਲਾਵੈ। ਤੋ ਜਦੋਂ ਮਹਾਰਾਜ ਘੋੜੇ ਤੇ ਚੜੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਵੇਖੀ ਜਾਂਦਾ ਹੈ ਬਾਦਸ਼ਾਹ ਜਹਾਂਗੀਰ, ਕਿਉਂਕਿ ਦਰਸ਼ਨ 'ਚ ਫਰਕ ਹੁੰਦਾ ਸਾਧ ਸੰਗਤ। ਜਦੋਂ ਸ਼ਰਧਾ ਨਾ ਹੋਵੇ ਉਦੋਂ ਜਿਵੇਂ ਮਰਜ਼ੀ ਦਰਸ਼ਨ ਕਰੀ ਜੋ, ਤੁਹਾਡੇ ਮਨ ਨੂੰ ਕੋਈ ਪ੍ਰਤਾਪ ਕੋਈ ਪ੍ਰਭਾਵ ਨਹੀਂ ਪਤਾ ਲੱਗੇਗਾ ਕਿਸੇ ਦਾ ਵੀ, ਚਾਹੇ ਕੋਈ ਉਹ ਮਹਾਂਪੁਰਖ ਹੈ ਤੇ ਚਾਹੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਹੈ। ਜਦੋਂ ਤੁਹਾਡੇ ਹਿਰਦੇ ਵਿੱਚ ਸ਼ਰਧਾ ਪੈਦਾ ਹੋਵੇਗੀ ਉਦੋਂ ਦਰਸ਼ਨਾਂ ਦਾ ਆਨੰਦ ਹੋ ਰਹੀ ਹੈ। ਨਹੀਂ ਤਾਂ ਉਹਨਾਂ ਸਮਾਂ ਤੁਸੀਂ ਬਸ ਇਹੀ ਆ, ਇੱਥੋਂ ਆਓਗੇ ਦਰਸ਼ਨ ਕੀਤੇ, ਰਮਾਲੇ ਵੇਖ ਲਏ, ਮਹਾਰਾਜ ਦੇ ਦਰਸ਼ਨ ਕੀਤੇ, ਮੱਥਾ ਟੇਕਿਆ, ਜੈ ਜੈਕਾਰ, ਇਸੇ ਨੂੰ ਸਾਰਾ ਕੁਝ ਸਮਝੀ ਜਾਈਦਾ। ਪਰ ਜਦੋਂ ਪ੍ਰੇਮ ਵੱਧ ਜਾਂਦਾ ਫਿਰ ਸਾਧ ਸੰਗਤੀਓ ਫਿਰ ਖੇਡ ਹੋਰ ਬਣ ਜਾਂਦੀ ਉਸ ਸਮੇਂ। ਚਾਹੇ ਕੋਈ ਸਤਿਪੁਰਖ ਦੇ ਵੀ ਦਰਸ਼ਨ ਹੈ ਤੇ ਖਾਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੈ। ਜਿੰਨਾ ਸਮਾਂ ਹਿਰਦੇ ਵਿੱਚ ਪ੍ਰੇਮ ਨਹੀਂ ਉਹਨਾਂ ਸਮਾਂ ਦਰਸ਼ਨ ਤਾਂ ਆਮ ਹੀ ਦਰਸ਼ਨ ਹੁੰਦੇ, ਜਿਵੇਂ ਸੰਸਾਰ ਅੱਖਾਂ ਨਾਲ ਵੇਖੀ ਜਾਂਦੇ ਆ ਉਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵੇਖੀ ਜਾਵਾਂਗੇ। ਪਰ ਜਦੋਂ ਕਿਤੇ ਪ੍ਰੇਮ ਬਣ ਜਾਂਦਾ ਹੈ, ਹਿਰਦੇ ਦੇ ਵਿੱਚ ਸ਼ਰਧਾ ਆ ਜਾਂਦੀ ਹੈ, ਉਦੋਂ ਫਿਰ ਦਰਸ਼ਨ ਕਰਨ ਦਾ ਆਨੰਦ ਵੀ ਹੋਰ ਹੀ ਹੁੰਦਾ। ਤੇ ਫਿਰ ਉਹ ਦਰਸ਼ਨਾਂ ਤੋਂ ਪ੍ਰਾਪਤੀ ਜਿਹੜੀ ਹੁੰਦੀ ਉਹ ਅਕਹਿ ਹੁੰਦੀ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਤਾਂ ਬਾਦਸ਼ਾਹ ਪਹਿਲਾਂ ਵੀ ਕਰਦਾ ਸੀ, ਪਰ ਹੁਣ ਗੱਲਬਾਤ ਹੋਰ ਹੈ। ਗਰੀਬ ਨਵਾਜ ਮਹਾਰਾਜ ਦੇ ਸੁੰਦਰ ਚਿਹਰੇ ਵੱਲ ਤੱਕੀ ਜਾਂਦਾ ਹੈ, ਆਨੰਦ ਹੀ ਆਨੰਦ ਹੋ ਰਿਹਾ ਹੈ। ਮੁਸਕਾਵਤ ਮੁਖ ਬਾਕ ਅਲਾਵੈ। ਤੇ ਸੱਚੇ ਪਾਤਸ਼ਾਹ ਮਹਾਰਾਜ ਵੱਲ ਵੇਖ ਵੇਖ ਹੱਸਦਾ ਹੈ ਤੇ ਮੁਖੋਂ ਬਚਨ ਕਰ ਰਿਹਾ ਹੈ। ਸਨੈ ਸਨੈ ਪੁਰ ਮੈਂ ਚੱਲ ਗਏ। ਧੀਰੇ ਧੀਰੇ ਤੁਰਦੇ ਹੋਏ ਆਪਣੇ ਨਗਰ ਆਗਰੇ ਨੂੰ ਚਲੇ ਗਏ ਹੈ। ਨਿਜ ਨਿਜ ਸਿਵਰ ਉਤਰ ਤੇ ਪਏ। ਆਪੋ ਆਪਣੇ ਤੰਬੂਆਂ ਸ਼ਮਿਆਨਿਆਂ ਵਿੱਚ ਬਾਦਸ਼ਾਹ ਆਪਣੇ ਮਹਿਲ ਨੂੰ ਚਲਾ ਗਿਆ ਤੇ ਹਜ਼ੂਰ ਆਪਣੇ ਤੰਬੂ ਵਿੱਚ ਉਤਾਰਾ ਕਰ ਲਿਆ ਹੈ। ਸੁਖ ਸੋ ਨਿਸ ਦਿਨ ਕਿਤਕ ਬਿਤਾਏ। ਸੁਖ ਦੇ ਨਾਲ ਕਈ ਕੁ ਦਿਨ ਨੇ ਬਾਦਸ਼ਾਹ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਕੌਤਕ ਕਰਦਿਆਂ ਬਤੀਤ ਕੀਤੇ ਹੈ। ਕਬ ਕਬ ਸ਼ਾਹੋ ਮਿਲ ਹੈ ਬਿਗਸਾਏ। ਤੋ ਇਸ ਤਰ੍ਹਾਂ ਕਦੇ ਕਦੇ ਬਾਦਸ਼ਾਹ ਜਹਾਂਗੀਰ ਜਿਹੜਾ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਆਉਂਦਾ, ਸ਼ਿਕਾਰ ਖੇਡਣ ਇਕੱਠੇ ਜਾਂਦੇ ਰਹੇ। ਬੜਾ ਸਮਾਂ, ਕੁਝ ਮਹੀਨੇ, ਕੁਝ ਸਮਾਂ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਬੜੇ ਆਨੰਦ ਸਹਿਤ ਜਿਹੜਾ ਉਹ ਬਤੀਤ ਕੀਤਾ। ਤੋ ਫਿਰ ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਅੱਗੇ ਜਿਵੇਂ ਇੱਕ ਭਾਗ ਭਰਾਈ ਮਾਈ ਸੀ ਇੱਥੇ, ਉਹਨੇ ਬੜੇ ਸਮੇਂ ਦਾ ਹੱਥੀਂ ਕੱਪੜੇ ਸੁੰਦਰ ਦਾ ਥਾਨ ਬੁਣ ਕੇ ਰੱਖਿਆ ਹੋਇਆ ਸੀ। ਉਹਦੀ ਸ਼ਰਧਾ ਸੀ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਉਣਗੇ ਤੇ ਉਦੋਂ ਮੈਂ ਇਹਨਾਂ ਨੂੰ ਦੇਵਾਂਗੀ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫਿਰ ਆਪ ਚੱਲ ਕੇ, ਉਹ ਬਜ਼ੁਰਗ ਨੇਤਰਾਂ ਤੋਂ ਅੰਨ੍ਹੀ ਹੋ ਚੁੱਕੀ ਸੀ ਉਹ ਮਾਈ, ਬਹੁਤ ਉਮਰ ਦੀ। ਸੱਚੇ ਪਾਤਸ਼ਾਹ ਜੀ ਉਹ ਮਾਈ ਦੇ ਘਰ ਵਿੱਚ ਆਪ ਜਾ ਕਰਕੇ ਫਿਰ ਮਹਾਰਾਜ ਨੇ ਭੇਟਾ ਪ੍ਰਵਾਨ ਕੀਤੀ। ਬਹੁਤ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨ ਦੀਆਂ ਅਵਸਥਾ ਇਹ ਮਾਈ ਨੂੰ ਬਖਸ਼ਿਸ਼ਾਂ ਬੇਅੰਤ ਕਰ ਕਰਕੇ, ਜਿੱਥੇ ਉਹ ਥਾਨਸਰ ਸਾਹਿਬ ਅਸਥਾਨ ਹੈ ਆਗਰੇ ਵਿੱਚ, ਇਹ ਪਾਵਨ ਪਵਿੱਤਰ ਅਸਥਾਨ ਉਹ ਮਾਈ ਦੀ ਯਾਦ ਵਿੱਚ ਹੈ। ਤੋ ਪ੍ਰਸੰਗ ਆਪਾਂ ਕੱਲ੍ਹ ਸ਼ਰਵਣ ਕਰਾਂਗੇ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਨੈ ਸਨੈ ਪੁਰ ਮੈਂ ਚੱਲ ਗਏ। ਨਿਜ ਨਿਜ ਸਿਵਰ ਉਤਰ ਤੇ ਪਏ। ਸੁਖ ਸੋ ਨਿਸ ਦਿਨ ਕਿਤਕ ਬਿਤਾਏ। ਕਬ ਕਬ ਸ਼ਾਹੋ ਮਿਲ ਹੈ ਬਿਗਸਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।